ਆਪਣੇ ਆਪ ਨੂੰ ਨਾ ਦੀਵਾਰ 'ਚ ਮਾਰਦਾ ਸੀ ਤੇ ਉਹਦੀ ਮੰਮਾ ਉਹਦੀ ਗੱਲ ਮਾਰ ਜਾਂਦੀ ਸੀ। ਬੱਚਾ ਪੜ੍ਹਦਾ ਨਹੀਂ ਪਿਆ, ਮੋਬਾਈਲ ਦੇ ਦਿਓ। ਬੱਚਾ ਜ਼ਿੱਦ ਕਰਦਾ ਪਿਆ, ਮੋਬਾਈਲ ਦੇ ਦਿਓ। ਸਾਡੇ ਬੱਚੇ ਵਿਗੜ ਗਏ ਆ ਜਾਂ ਸਾਡੇ ਪੇਰੈਂਟਸ ਨੂੰ ਤਰਬੀਅਤ ਤੇ ਪਰਵਰਿਸ਼ ਕਰਨਾ ਭੁੱਲ ਗਈ ਹੈ। ਮੈਂ ਕਲੱਬ ਜਾਣਾ, ਮੈਂ ਜਿਮ ਜਾਣਾ, ਵੇ ਨਿਆਣੇ ਨੂੰ ਤਾਂ ਸਾਂਭ ਲਾ, ਫੇਰ ਹੀ ਕਿਤੇ ਜਾਏ। ਟਿਪੀਕਲ ਫਤੀਆ ਨਿਕਲਿਆ। ਅੱਜ ਕੱਲ ਦੀਆਂ ਮਾਵਾਂ ਜਿੰਨੀਆਂ ਵੀ ਆ ਨਾ, ਉਹ ਕਹਿੰਦੀਆਂ ਕਿ ਅਸੀਂ ਮੋਬਾਈਲ ਇਸ ਲਈ ਦਿੰਦੀਆਂ ਕਿ ਬੱਚੇ ਇੰਗਲਿਸ਼ ਬੋਲਣ। ਸ਼ਾਦੀ ਕਹਿੰਦੀ ਮੈਂ ਤਾਂ ਨਹੀਂ ਕਰਾਣੀ, ਮੈਂ ਤਾਂ ਜਦੋਂ 25 ਸਾਲ ਦੀ ਹੋਣਾ ਮੈਂ ਤਾਂ ਖੁਦਕੁਸ਼ੀ ਕਰ ਲੈਣੀ। ਓਏ ਮਾਰਨਾ ਅੱਛੀ ਗੱਲ ਹੈ ਬੱਚੇ ਨੂੰ। ਕਲਾਸ ਦੀ ਟੀਚਰ ਆ, ਉਹਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਜਾ ਕੇ ਬੈਠ ਜਾ। ਉਹਨੇ ਮੇਰੀ ਇਨਸਲਟ ਕੀਤੀ, ਉਹਨੂੰ ਕਿਹਾ ਰਿਟਨ ਫਾਰਮ 'ਚ ਮੇਰੇ ਕੋਲ ਮਾਫੀ ਮੰਗੇ। ਤੁਸੀਂ ਮੇਰੀ ਪਰਸਨੈਲਿਟੀ ਦੇ ਵਿੱਚ ਕੀ ਜੱਜ ਕੀਤਾ? ਤੁਸੀਂ ਟਰਸਟ ਬਹੁਤ ਕਰ ਲੈਂਦੇ ਆ। ADHD ਕੀ ਹੈ? ਕਲੀਨਿਕ 'ਚ ਬੱਚੀ ਆਂਦੀ ਸੀ, ਹਮੇਸ਼ਾ ਇੱਕ ਕੰਬਲ ਆਪਣੇ ਕੋਲ ਰੱਖਦੀ ਸੀ। ਕੰਬਲ ਵਾਸ਼ ਕਰਦਾ ਤੇ ਬੱਚੀ ਨੇ ਰੋ ਰੋ ਕੇ ਬੁਰਾ ਹਾਲ ਕਰਤਾ। ਅੱਛਾ, ਮੈਂ ਤਕਰੀਬਨ 2-2.5 ਸਾਲ ਬਾਅਦ ਜਾ ਕੇ ਬੋਲਣਾ ਸ਼ੁਰੂ ਕੀਤਾ, ਲੁੱਟੇ ਗਏ ਬਈ ਏਡੀ ਸੋਹਣੀ ਕੁੜੀ ਤੇ ਗੂੰਗੀ। ਅਗਰ ਬੱਚਾ 2 ਸਾਲ ਦਾ ਵਾ ਤੇ ਇੱਕ ਵਰਡ ਵੀ ਨਹੀਂ ਬੋਲਦਾ ਤੇ ਉਹਦੀਆਂ ਥੈਰੇਪੀਆਂ ਸਟਾर्ट करवाओ। ਉਹਨੂੰ ट्रॉमा ਤੇ ड्रामे ਦੇ ਵਿੱਚ ਫਰਕ ਕੀ ਹੈ? उससे तो मुझे टाइम नहीं दिया और वो बहुत टॉक्सिक था मैम। ਤੇ ਇਹ ਕਿੰਜ ਪਤਾ ਚੱਲੇਗਾ ਕਿ ਸਾਡਾ ਐਕਸ ਟੌਕਸਿਕ ਸੀ ਜਾਂ ਮੈਂ ਟੌਕਸਿਕ ਆ? ਇੰਟਰਨਸ਼ਿਪ 'ਚ ਫਿਰ 6 ਮਹੀਨੇ ਦੀ ਆ, ਰਿਲੇਸ਼ਨਸ਼ਿਪ ਦਾ ਤਾਂ ਹਫਤੇ ਦਾ ਵੀ ਨਹੀਂ ਹੈਗਾ। ਰੰਗਾਂ ਦਾ ਜ਼ਿੰਦਗੀ ਤੇ ਅਸਰ ਹੁੰਦਾ ਹੈ। ਦੁਲਹਨ ਨੂੰ ਹਮੇਸ਼ਾ ਲਾਲ ਰੰਗ ਹੀ ਕਿਉਂ ਪਹਿਨਾਇਆ ਜਾਂਦਾ ਹੈ? अस्सलामुअलैकुम जी, जियां ਨੂੰ ਆਖਦੀ ਹਾਂ ਮੈਂ ਔਕਾਸ਼ਾ ਗੁਲ ਅਸ਼ਰਫ। ਤੁਸੀਂ ਵੇਖ ਰਹੇ ਹੋ ਮੇਰਾ ਆਪਣਾ ਪੰਜਾਬੀ ਪੋਡਕਾਸਟ। ਤੇ ਅੱਜ ਸਾਡੇ ਕੋਲ ਇੱਕ ਐਸੀ ਸੋਹਣੀ ਜੀ ਗੁੱਡੀ ਜੀ ਮਹਿਮਾਨ ਆਈ ਬੈਠੀ ਹੈ ਜਿਹੜੀ ਬਿਲਕੁਲ ਗੁੱਡੀ ਬਣ ਕੇ ਆਈ ਹੈ ਤੇ ਇਹ ਬਹੁਤ ਚੰਗੀ ਗੱਲ ਹੈ। ਉਹ ਕਹਿੰਦੇ ਨਾ ਕਿ ਜੇ ਤੁਸੀਂ ਕਿਸੇ ਦੇ ਕੋਲੋਂ ਇਲਾਜ ਕਰਵਾਉਣਾ ਤੇ ਵੇਖੋ ਕਿ ਉਹ ਆਪ ਕਿੰਝ ਦਾ ਦਿਖਦਾ ਹੈ। ਯਾਨੀ ਕਿ ਤੁਸੀਂ ਸੈਲੂਨਸ ਦੇ ਵਿੱਚ ਜਾਂਦੇ ਹੋ ਤਾਂ ਸਾਡੀਆਂ ਬਾਜੀਆਂ ਦੇ ਬੁਰੇ ਹਾਲ ਹੁੰਦੇ ਨੇ, ਭਰਵੱਟੇ ਏਡੇ ਵੱਡੇ ਵੱਡੇ, ਮੁੱਛਾਂ ਏਡੀਆਂ ਵੱਡੀਆਂ ਵੱਡੀਆਂ ਹੁੰਦੀਆਂ ਤੇ ਅਸੀਂ ਉਹਨਾਂ ਦੇ ਕੋਲ ਹੋਰ ਸੋਹਣੇ ਹੋਣ ਲਈ ਜਾਈਦਾ। ਡਾਕਟਰ ਦੇ ਕੋਲ ਜਾਓ ਤੇ ਡਾਕਟਰ ਦੇ ਮੱਥੇ ਤੇ ਅਜੀਬੋ ਗਰੀਬ ਜਿਹਾ ਇੱਕ ਪਸੀਨਾ ਹੁੰਦਾ ਹੈ, ਟੈਨਸ਼ਨ ਹੁੰਦੀ ਹੈ ਤੇ ਅਸੀਂ ਉਸ ਡਾਕਟਰ ਦੇ ਕੋਲੋਂ ਕਿੰਝ ਇਲਾਜ ਕਰਵਾ ਸਕਦੇ ਹਾਂ। ਇਸ ਲਈ ਤੁਹਾਨੂੰ ਆਪਣੇ ਪੇਸ਼ੈਂਟ ਨੂੰ ਠੀਕ ਕਰਨ ਵਾਸਤੇ ਆਪ ਫਿੱਟ ਹੋਣਾ ਪਏਗਾ। ਸੋ ਅੱਜ ਤੁਹਾਡੀਆਂ ਢੇਰੋਂ ਢੇਰ ਤਾਲੀਆਂ। ਸਾਡੇ ਕੋਲ ਇੱਕ ਬਹੁਤ ਹੀ ਯੰਗ ਏਜ ਕਵਾਂਗੇ ਜਾਂ ਪਤਾ ਨਹੀਂ ਉਮਰ ਚੋਰ ਨੇ ਮਹਿਮਾਨ ਆਈ ਬੈਠੇ ਨੇ ਫਤੀਹਾ ਅਸ਼ਰਫ। ਇਹ ਕਲੀਨਿਕਲ ਸਾਈਕੋਲੋਜਿਸਟ ਨੇ, ਸਪੀਚ ਥੈਰੇਪਿਸਟ ਨੇ, ਚਾਈਲਡ ਸਾਈਕੋਲੋਜੀ ਵੀ ਇਹਨਾਂ ਨੂੰ ਕਾਫੀ ਹੱਦ ਤੱਕ ਪਤਾ ਹੈ ਤੇ ਪੁੱਛਾਂਗੇ ਕਿੱਥੇ ਕਿਹੜੇ ਕਿਹੜੇ ਤਜਰਬੇ ਕੀਤੇ। ਫਿਰ ਕਲਰ ਸਾਈਕੋਲੋਜੀ ਕੀ ਹੁੰਦੀ ਹੈ, ਹੋਰ ਤੇ ਹੋਰ ਪੁਲਿਸ ਟ੍ਰੇਨਿੰਗ ਉਹਦੇ ਵੀ ਮਾਹਿਰ ਨੇ। ਅਸੀਂ ਪੁੱਛਦੇ ਹਾਂ ਕਿ ਇੰਨੀ ਕੁ ਉਮਰ 'ਚ ਇੰਨਾ ਸਭ ਕੁਛ ਕੀਤਾ ਕਿੰਝ? ਸਭ ਤੋਂ ਪਹਿਲੇ ਜੀ ਫਤੀਹਾ, ਕੀ ਹਾਲ ਚਾਲ ਨੇ ਤੁਹਾਡੇ? ਮੈਂ ਠੀਕ ਠਾਕ, ਆਪਣਾ ਸੁਣਾਓ? ਮੈਂ ਬਿਲਕੁਲ ਠੀਕ ਹਾਂ। ਮੈਨੂੰ ਇੰਝ ਲੱਗ ਰਿਹਾ ਕਿ 15-16 ਸਾਲ ਦੀ ਕੁੜੀ ਦੇ ਨਾਲ ਮੈਂ ਗੱਲ ਕਰਨ ਲੱਗੀ ਹਾਂ। ਇਹ ਸਭ ਝੂਠ ਹੈ, ਪਾਕਿਸਤਾਨ ਹੈ। ਤੁਸੀਂ ਫਜ਼ੂਲ ਦੀਆਂ ਤੇ ਫੇਕ ਡਿਗਰੀਜ਼ ਤੇ ਨਹੀਂ ਬਣਵਾ ਲਿੱਤੀਆਂ? ਬਿਲਕੁਲ ਨਹੀਂ ਭਾਈ, ਸਾਰੀਆਂ ਡਿਗਰੀਆਂ ਜਿਹੜੀਆਂ HEC ਤੋਂ ਵੈਰੀਫਾਈ ਆ। ਅੱਛਾ, ਮਾਸ਼ਾਅੱਲਾ। ਔਰ ਅਸਲ 'ਚ ਕੰਮ ਜੋ ਹੈ ਨਾ, ਮੈਂ ਕਾਫੀ ਜਲਦੀ ਸ਼ੁਰੂ ਕਰਤਾ ਸੀ ਇੰਟਰਨਸ਼ਿਪ ਦੇ ਟਾਈਮ ਤੋਂ ਹੀ। ਇੰਟਰਨਸ਼ਿਪ ਦੇ ਟਾਈਮ ਤੋਂ ਟੀਚਰਸ ਕਾਫੀ ਅੱਛੇ ਮਿਲ ਗਏ, ਫਿਰ ਕਾਫੀ ਅੱਛੀ ਗਰੋਥ ਹੋਈ, ਫਿਰ ਅੱਗੇ ਜਾ ਕੇ ਫੀਲਡ 'ਚ ਕਾਫੀ ਹੈਲਪਫੁਲ ਹੋਈਆਂ। ਮਾਸ਼ਾਅੱਲਾ। ਅੱਛਾ ਫਤੀਹਾ, ਮੋਸਟਲੀ ਕੀ ਹੁੰਦਾ ਜਦੋਂ ਕੁੜੀ ਬਹੁਤ ਸੋਹਣੀ ਹੋਵੇ ਨਾ ਤੇ ਜਾਂ ਤਾਂ ਉਹ ਆਪ ਪੰਜਾਬੀ ਨਹੀਂ ਬੋਲਦੀ ਕਿ ਯਾਰ ਮੈਂ ਪਤਾ ਨਹੀਂ ਕੀ ਲੱਗਾਂਗੀ, ਤੇ ਜਾਂ ਫਿਰ ਮਤਲਬ ਉਹਨੂੰ ਪੰਜਾਬੀ ਆਂਦੀ ਨਹੀਂ ਹੈ। ਤੇ ਐਡੀ ਸੋਹਣੀ ਪੰਜਾਬੀ ਦਾ ਰਾਜ਼ ਸ਼ੁਰੂ ਤੋਂ ਹੀ। ਬੇਸਿਕਲੀ ਕਿੱਥੋਂ ਹੋ ਤੁਸੀਂ? ਬੇਸਿਕਲੀ ਫੈਸਲਾਬਾਦ। ਉਹ ਫੈਸਲਾਬਾਦ ਤੋਂ? ਜੀ ਹਾਂ। ਸਭ ਤੋਂ ਪਹਿਲੇ ਮੈਂ ਫੈਸਲਾਬਾਦ ਦੀ ਇੱਕ ਪਹਿਚਾਨ ਜੁਗਤਾਂ ਕਰ ਸਕਦੇ ਹੋ? ਕਦੀ ਪੇਸ਼ੈਂਟ ਨੂੰ ਕੋਈ ਸਮਝੋ ਮੈਂ ਤੁਹਾਡੀ ਪੇਸ਼ੈਂਟ ਹਾਂ, ਮੈਂ ਜ਼ਿੰਦਗੀ 'ਚ ਬਹੁਤ ਬਿਮਾਰ ਹਾਂ ਤੇ ਮੈਨੂੰ ਹੁਣ ਤੁਸੀਂ 4-5 ਜੁਗਤਾਂ ਕਰ ਦਿਓ ਪਲੀਜ਼। ਉਹੀ ਗੱਲ ਹੋਈ ਤੁਹਾਡੀ ਕਿ ਤੁਹਾਨੂੰ ਕਿਹਾ ਕਿ ਵਾਕ ਕਰ ਲਓ, ਤੁਸੀਂ ਜੀ ਮੋਬਾਈਲ 'ਚ ਗੇਮਾਂ ਸ਼ੁਰੂ ਕਰਤੀਆਂ ਕਿ ਆਹੀ ਮੇਰਾ ਵਰਕਆਊਟ ਆ। ਇਸੇ ਤਰ੍ਹਾਂ ਥੋੜਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਨਾ ਜਾ ਕੇ ਵਾਕ ਕਰੋ, ਐਕਸਰਸਾਈਜ਼ ਕਰੋ। ਵਾਕ ਕਰਨਗੇ, ਵਾਪਸੀ 'ਚ 2 ਕਿਲੋ ਜਲੇਬੀਆਂ ਲੈ ਆਏ। ਆਪਣੀ ਡਾਈਟ ਨੂੰ ਬਿਹਤਰ ਕਰਨਾ ਵਾ, ਤੁਸੀਂ ਟਾਈਮ ਨਾਲ ਸੋਣਾ ਵਾ। ਡਾਕਟਰ ਸਾਹਿਬ ਮੈਂ ਹਰ ਅੱਧੇ ਘੰਟੇ ਬਾਅਦ ਦੇਖ ਲੈਂਦਾ ਹੁਣ ਮੈਂ ਸੋ ਗਿਆ ਕਿ ਮਤਲਬ ਇਸ ਤਰ੍ਹਾਂ ਨੀਂਦ ਆ ਗਈ। ਓਕੇ, ਨਹੀਂ ਅਸੀਂ ਤੁਹਾਨੂੰ ਵਾਪਸ ਤੁਹਾਡੇ ਪ੍ਰੋਫੈਸ਼ਨ ਦੀ ਤਰਫ ਹੀ ਲੈ ਕੇ ਆਨੇ ਆ। ਅਸੀਂ ਕਮੇਡੀਅਨ ਵਾਸਤੇ ਛੱਡ ਦਿੰਦੇ ਹਾਂ। ਫਤੀਹਾ, ਇਹ ਦੱਸੋ ਕਿ ਆਫ ਕੋਰਸ ਮੈਂ ਅੱਜ ਤੁਹਾਡੀ ਹੋਸਟ ਹਾਂ। ਜੇ ਮੈਂ ਤੁਹਾਨੂੰ 1-2 ਮਿੰਟ ਦੇਵਾਂ ਤੇ ਤੁਸੀਂ ਮੇਰੀ ਪਰਸਨੈਲਿਟੀ ਦੇ ਵਿੱਚ ਕੀ ਜੱਜ ਕੀਤਾ ਹਜੇ ਤੱਕ ਐਜ਼ ਅ ਸਾਈਕੋਲੋਜਿਸਟ? ਅੱਛਾ, ਮੈਂ ਜਿਹੜਾ ਜੱਜ ਕੀਤਾ ਕੁਆਲਿਟੀਜ਼ ਐਂਡ ਕੁਝ ਡਰਾਬੈਕਸ ਦੱਸਣੇ ਜੀ ਜੋ ਤੁਸੀਂ ਆਬਜ਼ਰਵ ਕੀਤੇ। ਅੱਛਾ, ਪੋਜ਼ਿਟਿਵ ਅਗਰ ਮੈਂ ਦੱਸਾਂ, ਸਭ ਤੋਂ ਜ਼ਿਆਦਾ ਪੋਜ਼ਿਟਿਵ ਆ ਚੀਜ਼ ਹੈ ਕਿ ਮਤਲਬ ਤੁਹਾਡਾ ਔਰਾ ਬਹੁਤ ਕਲੀਨ ਆ, ਕਿ ਇੱਕ ਅੱਛੀ ਵਾਈਬ ਆ, ਕਿ ਪੋਜ਼ਿਟਿਵ ਆ ਔਰ ਐਨਰਜੈਟਿਕ ਹੈ। ਮਤਲਬ ਤੁਹਾਡੀਆਂ ਅੱਖਾਂ ਦੱਸਦੀਆਂ ਕਿ ਤੁਸੀਂ ਅੱਗੇ ਵਧਣੇ ਦਾ ਸ਼ੌਕ ਰੱਖਦੇ ਹੋ ਔਰ ਟੌਕਸਿਕ ਨਹੀਂ ਹੈ ਕਿ ਲੋਕਾਂ ਨੂੰ ਜੱਜ ਕਰਨੇ ਵਾਲੇ, ਜੈਲਸੀ ਵਾਲਾ ਉਹ ਮਾਦਾ ਨਹੀਂ ਹੈ ਤੁਹਾਡੇ 'ਚ। ਆ ਸਭ ਤੋਂ ਅੱਛੀ ਗੱਲ ਲੱਗੀ ਮੈਨੂੰ। ਵਾਹ, ਇਹ ਚੰਗੀ ਹੈ ਸਾਈਕੋਲੋਜੀ। ਇੱਕ ਨੈਗੇਟਿਵ ਗੱਲ ਆਹ ਵਾ ਕਿ ਤੁਸੀਂ ਟਰਸਟ ਬਹੁਤ ਕਰ ਲੈਂਦੇ ਆ। ਫਿਰ ਜੇ ਕੋਈ ਟਰਸਟ ਕਰ ਲੈਂਦੇ ਆ ਨਾ ਕਿ ਮਤਲਬ ਬੈਲੈਂਸ ਨਹੀਂ ਪਰਸਨੈਲਿਟੀ 'ਚ, ਯਾਰ ਹੁੰਦਾ ਵਾ ਜਾਂ ਨਹੀਂ ਹੁੰਦਾ, ਜਾਂ ਕਿਸੇ ਦਾ ਬਹੁਤ ਹੀ ਕਰ ਲੈਣਾ ਜਾਂ ਕਿਸੇ ਕੋ ਬਹੁਤ ਹੀ ਪਿੱਛੇ ਹਟ ਜਾਣਾ। ਉਹ ਇਹ ਤਾਂ ਬਿਲਕੁਲ ਤੁਸੀਂ ਸਹੀ ਦੱਸਿਆ ਹੈ। ਯਾਨੀ ਕਿ ਅੱਜ ਫਤੀਹਾ ਨੇ ਮੇਰੀ ਪਰਸਨੈਲਿਟੀ ਜਜਮੈਂਟ ਕਰ ਦਿੱਤੀ ਹੈ। ਬਿਲਕੁਲ। ਤੇ ਹੁਣ ਕੋਈ ਮੇਰੀ ਲਾਈਫ ਦੇ ਕੋਈ ਨੈਗੇਟਿਵ ਸਾਈਡਸ ਕੋਈ ਦਿਖਾਓ ਕਿ ਮੈਨੂੰ, ਯਾਨੀ ਕਿ ਵੈਸੇ ਕੁਝ ਤੇ ਨੈਗੇਟਿਵ ਹੋ ਸਕਦਾ ਹੈ ਜਾਂ ਕੁਝ? ਸਭ ਤੋਂ ਆਈ ਨੈਗੇਟਿਵ ਦੇਖਿਆ ਕਿ ਟਰਸਟ
ਟਰਸਟ ਨਾ ਇੰਨੀ ਜਲਦੀ ਕਰਿਆ ਕਰੋ। Okay. ਅਗਰ ਕਿਸੇ ਨਾਲ ਕਰਦੇ ਆ ਤਾਂ ਉਹਨਾਂ ਬਹੁਤ ਹੀ ਜ਼ਿਆਦਾ ਅਟੈਚਮੈਂਟ ਕਰ ਦਿੰਦੇ ਆ, ਦੂਰ ਹੁੰਦੇ ਆ ਤਾਂ ਬਿਲਕੁਲ ਹੀ ਹੋ ਜਾਂਦੇ ਆ। ਓਕੇ, ਤੇ ਚੰਗੀ ਗੱਲ ਹੈ, balance ਗ੍ਰੇ ਹੋ ਏਰੀਆ ਹੋਣਾ ਹੀ ਨਹੀਂ ਚਾਹੀਦਾ, ਜਾਂ ਹਾਂ ਹੋਣੀ ਚਾਹੀਦੀ ਜਾਂ ਨਾ ਹੋਣੀ ਚਾਹੀਦੀ, ਲੇਕਿਨ ਬੈਲੈਂਸ ਹੋ ਕੇ ਪਹਿਲੇ ਹੀ ਕਿਸੇ ਨੂੰ ਇੰਨਾ ਨਾ ਕਰੋ। ਅੱਛਾ, ਹਾਂ, ਜਾਂ ਅਗਰ ਰੱਖੋ ਤਾਂ ਫਿਰ ਆਹਿਸਤਾ ਆਹਿਸਤਾ। ਓਕੇ, ਬੈਲੈਂਸ ਹੋ ਕੇ ਬਾਕੀ ਠੀਕ ਫਤਿਆ ਹੈ। ਇਜ਼ ਅ ਵੈਰੀ ਪਾਵਰਫੁਲ ਸਾਈਕੋਲੋਜਿਸਟ। ਫਤਿਆ, ਮੈਨੂੰ ਇਹ ਦੱਸੋ ਕਿ ਸਾਈਕੋਲੋਜਿਸਟ ਜਦੋਂ ਕਿਸੇ ਦੇ ਨਾਲ ਬੈਠਦਾ ਹੈ ਤੇ ਸਭ ਤੋਂ ਪਹਿਲੇ ਕਿਸੇ ਦੀ ਪਰਸਨੈਲਿਟੀ ਦੇ ਵਿੱਚ ਕੀ ਆਬਜ਼ਰਵ ਕਰਦਾ ਹੈ? ਉਹਦੀਆਂ ਅੱਖਾਂ, ਉਹਦੀ ਬਾਡੀ ਲੈਂਗੁਏਜ, ਜਾਂ ਉਹਨੇ ਕਲਰ ਕੀ ਪਾਇਆ, ਕੀ ਚੀਜ਼ ਆਬਜ਼ਰਵ ਕਰਦਾ? ਸਭ ਤੋਂ ਪਹਿਲੇ ਮਤਲਬ ਫੇਸ ਜਿਹੜਾ ਨਾ ਉਹ ਤੁਹਾਡੀ ਬਾਡੀ ਦਾ ਸਟਰਕਚਰ ਆ, ਕਿ ਫੇਸ ਤੋਂ ਤੁਸੀਂ ਕਿਸ ਤਰ੍ਹਾਂ ਲੱਗ ਰਹੇ, ਆਈਜ਼, ਲਿਪਸ, ਮਤਲਬ ਇੱਕ ਮਤਲਬ ਫੇਸ ਦਾ ਵੀ ਇੱਕ ਹੁੰਦਾ ਨਾ ਕਿ ਉਸ ਤੋਂ ਆਬਜ਼ਰਵ ਕਰੀਦਾ ਕਿ ਪੇਸ਼ੈਂਟ ਜਾਂ ਪਰਸਨ ਜੋ ਹੈ ਉਹ ਕਿਸ ਤਰ੍ਹਾਂ ਲੱਗ ਰਿਹਾ ਵਾ। ਅਗਰ ਉਹਦੀਆਂ ਮਤਲਬ ਅੱਖਾਂ 'ਚ ਉਦਾਸੀ ਆ ਕੋਈ ਚੀਜ਼ ਆ, ਫਿਰ ਕਲਰ ਕਿਸ ਤਰ੍ਹਾਂ ਚੂਜ਼ ਕੀਤਾ ਵਾ, ਕਿਹੜੇ ਕਲਰ 'ਚ ਆਇਆ, ਪੋਸਚਰ ਉਹਦਾ ਬੈਠਣੇ ਦਾ, ਸਿਟਿੰਗ ਪਲਾਨ ਕਿਸ ਤਰ੍ਹਾਂ ਵਾ। ਅਕਸਰ ਪੇਸ਼ੈਂਟ ਆਉਂਦੇ ਆ, ਮੈਡਮ ਥੱਕ ਗਏ, ਮੈਡਮ ਪਾਇਆ ਚਾਏ ਪਿਲਾ ਦਿਓ, ਮੈਡਮ ਕੁਛ ਹੋ ਗਿਆ, ਕਿ ਮਤਲਬ ਉਹਨਾਂ ਦੇ ਬੋਲਣੇ ਦਾ ਸਟਾਈਲ ਆ, ਸਾਰੀਆਂ ਚੀਜ਼ਾਂ ਜਿਹੜੀਆਂ ਨਾ ਆਬਜ਼ਰਵ ਕਰਦਾ। ਬਾਅਦ ਚੋਂ ਪੇਸ਼ੈਂਟ ਕੋ ਹਿਸਟਰੀ ਲਈਦੇ ਆ। ਸਭ ਤੋਂ ਪਹਿਲੇ ਉਹਦੀ ਬਾਡੀ ਲੈਂਗੁਏਜ ਆਤੀ ਹੈ ਕਿ ਕਿਸ ਤਰੀਕੇ ਨਾਲ ਉਹ ਗੱਲ ਕਰ ਰਿਹਾ ਵਾ, ਉਹਦੇ ਗੱਲ ਕਰਨੇ ਦਾ ਅੰਦਾਜ਼ ਕਿਸ ਤਰ੍ਹਾਂ ਵਾ, ਉਹਦੇ ਬੈਠਣੇ ਦਾ ਸਟਾਈਲ ਕਿਸ ਤਰ੍ਹਾਂ ਵਾ, ਉਹ ਕਿਸ ਤਰ੍ਹਾਂ ਕੋਈ ਚੀਜ਼ ਜਿਹੜੀ ਆ ਮੰਗਵਾ ਰਿਹਾ ਵਾ, ਕਿਆ ਚੀਜ਼ ਜਿਹੜੀ ਆ ਉਹ ਕਮਿਊਨੀਕੇਟ ਕਰ ਰਿਹਾ। ਅੱਛਾ ਫਤਿਆ, ਹੁਣ ਅਸੀਂ ਅੱਗੇ ਸਵਾਲ ਬਹੁਤ ਕਰਾਂਗੇ, ਬਟ ਮੈਂ ਚਾਹੁੰਦੀ ਹਾਂ ਕਿਉਂਕਿ ਆਫ ਕੋਰਸ ਤੁਸੀਂ ਪ੍ਰੈਕਟਿਸ ਵੀ ਕਰਦੇ ਪਏ ਹੋ, ਕੋਈ ਬਹੁਤ ਹੀ ਅਜੀਬੋ-ਗਰੀਬ ਵਾਕਿਆ ਸੁਣਾਓ। ਕੋਈ ਅਜੀਬੋ-ਗਰੀਬ ਲਾਈਫ ਦਾ ਮਾਰਿਆ ਹੋਇਆ ਪੇਸ਼ੈਂਟ ਤੇ ਤੁਹਾਡੇ ਟ੍ਰੀਟਮੈਂਟ ਤੋਂ ਬਾਅਦ ਉਹਨੂੰ ਦੂਸਰੀ ਜ਼ਿੰਦਗੀ ਮਿਲੀ। ਅੱਛਾ, ਬਹੁਤ ਸਭ ਤੋਂ ਪਹਿਲੇ ਤਾਂ ਦੱਸਣਾ ਹੈ ਕਿ ਉਹਨੂੰ ਪ੍ਰੋਬਲਮ ਕੀ ਸੀ, ਤੁਸੀਂ ਟ੍ਰੀਟਮੈਂਟ ਕਿੰਜ ਦਿੱਤਾ, ਤੇ ਅੱਜ ਉਹਦੇ ਕੀ ਹਾਲਾਤ ਨੇ? ਅੱਛਾ, ਇੱਕ ਬੱਚਾ ਆਇਆ ਸੀ, ਉਹ ਮਤਲਬ ਹਕਲਾਂਦਾ ਸੀ, ਉਹਦੀ 9th ਕਲਾਸ ਦਾ ਸਟੂਡੈਂਟ ਸੀ। ਮਤਲਬ ਉਹਨੂੰ ਸਾਰੇ ਜਿਹੜੇ ਕਹਿ ਰਹੇ ਸੀ ਕਿ ਨਹੀਂ ਤੂੰ ਕਦੀ ਨਹੀਂ ਠੀਕ ਹੋ ਸਕਦਾ, ਕਦੀ ਵੀ ਠੀਕ ਨਹੀਂ ਹੋ ਸਕਦਾ, ਲੇਕਿਨ ਉਹ 9th ਕਲਾਸ ਦਾ ਸਟੂਡੈਂਟ ਸੀ। ਉਹ ਪਹਿਲਾ ਮੈਂ ਆਪਣਾ ਪੇਸ਼ੈਂਟ ਦੇਖਿਆ ਜਿਸ 'ਚ ਇੰਨੀ ਵਿਲ ਪਾਵਰ ਸੀ ਕਿ ਉਹ ਵਿਦਨ ਅ 6 ਮੰਥ ਬਿਲਕੁਲ ਠੀਕ ਹੋ ਗਿਆ। ਔਰ ਉਹ ਮੈਂ ਸਭ ਤੋਂ ਬੜੀ ਮੋਟੀਵੇਸ਼ਨ ਕਹਿ ਦਿੱਤੀ ਹ੍ਰਿਤਿਕ ਰੋਸ਼ਨ ਦੀ। ਮੈਂ ਕਿਹਾ ਹ੍ਰਿਤਿਕ ਰੋਸ਼ਨ ਤੂੰ ਜਾਣਦਾ? ਕਹਿੰਦਾ ਜੀ। ਮੈਂ ਕਿਹਾ ਉਹਦੇ ਗਾਣੇ ਸਭ ਕੁਛ, ਕਿ ਮਤਲਬ ਉਹ ਐਕਸਟਰਾ ਜਿਹੜਾ ਨਾ ਹਾਈ ਲੈਵਲ 'ਚ ਸਟੈਮਰਿੰਗ 'ਚ ਸੀ, ਤੂੰ ਤਾਂ ਕੁਛ ਵੀ ਨਹੀਂ, ਕੋਸ਼ਿਸ਼ ਤਾਂ ਕਰ, ਬੋਲਣਾ ਸ਼ੁਰੂ ਤਾਂ ਕਰ। ਉਹ ਬੱਚੇ ਨੇ ਬਹੁਤ ਮਿਹਨਤ ਕੀਤੀ, ਫੈਮਿਲੀ ਵੀ ਥੋੜੀ ਸਪੋਰਟਿਵ ਸੀ, ਤੇ ਉਹਦੀ ਵਜ੍ਹਾ ਨਾਲ ਬੱਚੇ ਨੇ ਬਹੁਤ ਜਲਦੀ ਗਰੋ ਕੀਤਾ, ਤੇ ਅਲਹਮਦੁਲਿਲਾ ਬੱਚਾ ਜਿਹੜਾ ਨਾ ਬਿਲਕੁਲ ਪਰਫੈਕਟ ਹੋ ਗਿਆ। ਕਿ ਉਹ ਬੱਚਾ ਜਿਹੜਾ ਨਾ ਰੋਲ ਮਾਡਲ ਆ। ਅੱਜ ਜਿੰਨੇ ਵੀ ਸਾਈਕੋਲੋਜੀ ਦੇ ਜਾਂ ਸਪੀਚ ਦੇ ਇਸ਼ੂ ਨਾ, ਇਹਨਾਂ 'ਚ ਤੁਹਾਡੀ ਵਿਲ ਪਾਵਰ ਬਹੁਤ ਇੰਪੋਰਟੈਂਟ ਆ, ਕਿ ਤੁਸੀਂ ਖੁਦ ਕਿੰਨੀ ਜਲਦੀ ਠੀਕ ਹੋਣਾ ਚਾਹੁੰਦੇ ਆ। ਜੇ ਤੁਸੀਂ ਖੁਦ ਮਤਲਬ ਨਹੀਂ ਠੀਕ ਹੋਣਾ ਚਾਹੁੰਦੇ ਨਾ, ਤੁਹਾਨੂੰ ਕੋਈ ਵੀ ਠੀਕ ਨਹੀਂ ਕਰ ਸਕਦਾ। ਵਾਹ, ਯਾਨੀ ਸਭ ਤੋਂ ਪਹਿਲੇ ਤੁਹਾਨੂੰ ਆਪਣਾ ਆਪ ਇਰਾਦਾ ਬਣਾਉਣਾ ਪਏਗਾ, ਆਪਣਾ ਆਪ ਇਰਾਦਾ, ਕਿ ਤੁਸੀਂ ਠੀਕ ਵੀ ਹੋਣਾ, ਜਾਂ ਹੀ ਤਰੀਕੇ ਰਹਿਣਾ ਵਾ, ਜਾਂ ਹੀ ਡਿਪਰੈਸ਼ਨ ਦੀਆਂ ਗੋਲੀਆਂ, ਜਾਂ ਹੀ ਉਦਾਸੀ 'ਚ ਰਹਿਣਾ ਵਾ। ਆਪਣੇ ਆਪ ਨੂੰ ਬਦਲੋ। ਬਿਲਕੁਲ। ਅੱਛਾ, ਅੱਜ ਕੱਲ ਇੱਕ ਹੋਰ ਬੜਾ ਮਸਲਾ ਹੈ, ਜਦੋਂ ਦਾ ਸੋਸ਼ਲ ਮੀਡੀਆ ਆ ਗਿਆ, ਜਦੋਂ ਤੋਂ ਟੈਕਨੋਲੋਜੀ ਬਹੁਤ ਤਰੱਕੀ ਕਰ ਗਈ ਹੈ, ਸਾਡੇ ਬੱਚੇ ਵਿਗੜ ਗਏ ਆ ਜਾਂ ਸਾਡੇ ਪੇਰੈਂਟਸ ਨੂੰ ਤਰਬੀਅਤ ਤੇ ਪਰਵਰਿਸ਼ ਕਰਨਾ ਭੁੱਲ ਗਈ ਹੈ? ਅਗਰ ਗੱਲ ਕਰਾਂ ਤੇ ਵਾਲਿਦੈਨ ਦੀ ਗੱਲ ਕਰਦੀ ਆ। ਸਾਡੇ ਵੀ ਵਾਲਿਦੈਨ ਸੀ। ਹਾਂ, ਇੱਕ ਐਗਜ਼ਾਮਪਲ ਦਿੰਦੀ ਆ, ਇੱਕ ਫੈਕਟਰੀ ਆ ਬੜੀ ਕਾਫੀ ਸਾਲਾਂ ਤੋਂ ਬਿਸਕਿਟ ਬਣਾ ਰਹੀ ਆ, ਲੇਕਿਨ ਹੁਣ ਚੰਦ ਸਾਲਾਂ ਤੋਂ ਬਿਸਕਿਟ ਜਿਹੜੇ ਆ ਨਾ ਉਹ ਸਹੀ ਨਹੀਂ ਬਣ ਰਹੇ। ਠੀਕ ਹੈ, ਫੁਰਫੁਰੇ ਬਣ ਰਹੇ ਆ। ਪਹਿਲੇ ਸਾਲਾਂ 'ਚ ਬਿਸਕਿਟ ਬਹੁਤ ਅੱਛੇ, ਕੁਆਲਿਟੀ ਅੱਛੀ ਸੀ, ਖਸਤਾ ਸੀ। ਕਸੂਰ ਕਿਹਦਾ? ਬਿਸਕਿਟ। ਹਾਂ, ਫੈਕਟਰੀ ਦਾ। ਇਸੀलिए ਕਸੂਰ ਕਿਹਦਾ? ਵਾਲਿਦੈਨ ਦਾ। ਬੱਚਿਆਂ ਦੀ ਹਮੇਸ਼ਾ ਅੱਛੀ ਤੇ ਬੁਰੀ ਆਦਤ ਦੇ ਪਿੱਛੇ ਹਮੇਸ਼ਾ ਵਾਲਿਦੈਨ ਆ। ਅੱਜ ਕੱਲ ਵਾਲਿਦੈਨ ਕੀ ਆ, ਮਦਰਸ ਆ, ਜਨਜ਼ੀ ਮਦਰ ਆ, ਥੋੜਾ ਪਿੱਛੇ ਚਲ ਜਾਈਏ, ਕੁਛ ਵੀ ਆ, ਆਪਣਾ ਮੀ ਟਾਈਮ ਚਾਹੀਦਾ। ਬੱਚਿਆਂ ਨੂੰ ਟਾਈਮ ਨਹੀਂ ਦਿੰਦਾ। ਬੱਚਿਆਂ ਨੂੰ ਕੱਲਾ ਪੈਦਾ ਤਾਂ ਨਹੀਂ ਕਰਨਾ, ਉਹਨਾਂ ਦੀ ਤਰਬੀਅਤ ਵੀ ਕਰਨੀ। ਮਦਰ ਦਾ ਆ ਵਾ, ਡਾਕਟਰ ਮੈਂ ਘਰ ਜਾ ਕੇ ਇਹਨੂੰ ਕਿੱਦਾਂ ਕੰਮ ਕਰਾਵਾਂ, ਮੈਂ ਤਾਂ ਆਪਣਾ ਵਾ, ਮੈਂ ਆਪਣੀ ਦੋਸਤਾਂ ਨਾਲ ਜਾਣਾ ਵਾ, ਮੈਂ ਕਲੱਬ ਜਾਣਾ, ਮੈਂ ਜਿਮ ਜਾਣਾ। ਵੇ ਨਿਆਣੇ ਨੂੰ ਤਾਂ ਸਾਂਭ ਲਾ, ਫੇਰ ਹੀ ਕਿਤੇ ਜਾਏ। ਆ ਟਿਪੀਕਲ ਫਤਿਆ ਨਿਕਲਿਆ, ਵੇ ਨਿਆਣੇ ਨੂੰ ਤਾਂ ਸਮਝਾਉਣ ਲੈ, ਸਾਂਭ ਲੈ। ਸੱਚ, ਵਾਹ ਵਧੀਆ, ਬਹੁਤ ਕਿਊਟ ਲੱਗੇ ਹੋ ਤੁਸੀਂ। ਗੁੱਸਾ ਆਉਂਦਾ ਹੈ ਬਈ, ਤੂੰ ਥੈਰੇਪੀ ਕਰਾ ਰਹੀ ਆ, ਫੀਸਾਂ ਭਰ ਰਹੀ ਆ, ਤੇ ਨਿਆਣੇ ਨੂੰ ਤਾਂ ਕਰ, ਫਿਰ ਹੀ ਠੀਕ ਹੋ। ਕਿਸ ਤਰ੍ਹਾਂ ਮਤਲਬ ਕਰਨਾ ਹੈ? ਫਿਰ ਮੋਟੀਵੇਟ ਜਿਹੜੀ ਥੈਰੇਪੀ ਆ ਉਹ ਬੱਚੇ ਦੀ ਨਹੀਂ, ਮਦਰ ਦੀ ਕੀਤੀ ਆ, ਕਿ ਮਦਰ ਤੂੰ ਠੀਕ ਹੋ, ਬੱਚਾ ਆਟੋਮੈਟਿਕਲੀ ਠੀਕ ਹੋ ਜਾਏ। ਅੱਛਾ, ਇੱਕ ਹੋਰ ਬੜਾ ਮਸਲਾ ਹੈ, ਜਦੋਂ ਮੈਂ ਸਕੂਲ ਸੀ ਨਾ, ਉਦੋਂ ਇਹ ਰੂਲ ਆ ਗਿਆ ਸੀ, ਮਾਰ ਨਹੀਂ ਪਿਆਰ। ਤੇ ਆਈ ਥਿੰਕ ਇਹ ਅੱਛੀ ਚੀਜ਼ ਵੀ ਆ। ਜੇ ਅਸੀਂ ਮਗਰਬ ਦੀ ਤਰਫ ਵੇਖੀਏ ਤੇ ਵਾਕਈ ਬੱਚਿਆਂ ਨੂੰ ਹੱਥ ਵੀ ਨਹੀਂ ਲਗਾ ਸਕਦੇ, ਬਟ ਸਾਡੇ ਇੱਥੇ ਕਹਿੰਦੇ ਕਿ ਉਸਤਾਦ ਜੀ ਇਹਦੀਆਂ ਲੱਤਾਂ ਭੰਨ ਦਿਓ, ਇਹਦੀਆਂ ਹੱਡੀਆਂ ਤੋੜ ਦਿਓ, ਇਹਦੇ ਵਾਪਸ ਹੱਡੀਆਂ ਹੀ ਆਉਣੀਆਂ ਚਾਹੀਦੀਆਂ। ਸਾਡੇ ਮਾਪਿਓ ਇੰਜ ਦੇ ਸੀ, ਤੇ ਅੱਜ ਕੱਲ ਵੀ ਪਿੰਡਾਂ 'ਚ ਇੰਦੇ ਮਾਪਿਓ ਹੁੰਦੇ, ਸ਼ਹਿਰ ਦੇ ਫਿਰ ਥੋੜਾ ਕੰਟਰੋਲ ਕਰ ਲੈਂਦੇ ਨੇ। ਤੇ ਇਹ ਦੱਸੋ ਕਿ ਉਹ ਜਿੱਦਾਂ ਕਹਿੰਦੇ ਨਾ, ਮਾਪਿਓ ਕਹਿੰਦੇ ਅਸੀਂ ਵੀ ਬੜੀਆਂ ਮਾਰਾਂ ਖਾਦੀਆਂ, ਸਾਨੂੰ ਕੁਝ ਨਹੀਂ ਹੋਇਆ, ਤੇ ਇਸ ਬੱਚੇ ਨੂੰ ਕੀ ਹੋਏਗਾ? ਮਾਰਨਾ ਅੱਛੀ ਗੱਲ ਹੈ ਬੱਚੇ ਨੂੰ? ਅੱਛਾ, ਮੈਂ ਵੀ ਆਹੀ ਕਹਿੰਦੀ ਹਾਂ ਕਿ ਬੱਚੇ ਨੂੰ ਮਾਰਨਾ ਨਹੀਂ ਆ, ਸਜ਼ਾ ਦੇਣੀ ਆ। ਵਰਬਲੀ ਦੇ ਦਿਓ, ਪਨਿਸ਼ਮੈਂਟ ਦੇ
ਦੇ ਦਿਓ, ਕੁਛ ਵੀ ਦੇ ਦਿਓ, ਬੱਚੇ ਨੂੰ ਸਜ਼ਾ ਦੇ ਦਿਓ, ਲੇਕਿਨ ਮਾਰੋ ਨਾ, ਫਿਜ਼ੀਕਲ ਅਬਿਊਜ਼ ਨਾ ਕਰੋ। ਅੱਜ ਕੱਲ ਦੇ ਤਾਂ ਬੱਚੇ ਇੰਨੇ ਤੇਜ਼ ਆ ਕਿ ਕੇਸ ਆਇਆ ਮੇਰੇ ਕੋ, ਉਹ 'ਚ ਮਦਰ ਵੀ ਸੀ ਤੇ ਉਹ ਬੱਚੀ ਵੀ ਸੀ। ਬੱਚੀ ਕਹਿ ਰਹੀ ਸੀ ਕਿ ਜਿਹੜੀ ਕਲਾਸ ਦੀ ਟੀਚਰ ਆ ਉਹਨੇ ਮੈਨੂੰ ਮਤਲਬ ਕਿਹਾ ਕਿ ਤੂੰ ਪਿੱਛੇ ਜਾ ਕੇ ਬੈਠ ਜਾ, ਉਹਨੇ ਮੇਰੀ ਇਨਸਲਟ ਕੀਤੀ, ਉਹਨੂੰ ਕਿਹਾ ਰਿਟਨ ਫਾਰਮ 'ਚ ਮੇਰੇ ਕੋ ਮਾਫੀ ਮੰਗੇ। ਕਿਆ ਉਹਦੀ ਜ਼ਿੱਦ ਸੀ ਤੇ ਉਹ ਮਦਰ ਨੂੰ ਫੋਰਸ ਕਰ ਰਹੀ ਸੀ ਕਿ ਜਾਵੇ ਟੀਚਰ ਨੂੰ ਤੇ ਇਹਨਾਂ ਗੱਲ ਕਰੇ। ਫਿਰ ਮਦਰ ਗਈ ਤੇ ਬੱਚੀ ਫਿਰ ਉਹ ਸਕੂਲ ਗਈ ਕਿ ਬੱਚਿਆਂ ਦੀ ਇੰਨੀ ਡਿਮਾਂਡ ਆ ਜਿਹੜੀ ਜਨ ਜ਼ਲਫਾ ਕਿ ਸਾਡਾ ਦੌਰ ਸੀ ਕੁਛ ਵੀ ਨਹੀਂ ਮਾਂ ਪਿਓ ਨੂੰ ਦੱਸਦੇ, ਉਹਨਾਂ ਨੇ ਕਹਿਣਾ ਹੋਰ ਫੜਕਾਓ ਇਹਨਾਂ ਨੂੰ, ਗਲਤੀ ਇਹਨਾਂ ਦੀ ਹੋਣੀ ਆ। ਲੇਕਿਨ ਹੁਣ ਨਹੀਂ, ਹੁਣ ਦੇ ਬੱਚੇ ਬਹੁਤ ਜ਼ਿਆਦਾ ਹੈ ਕਿ ਜ਼ਿਆਦਾ ਹੋ ਗਿਆ। ਮੈਂ ਵੀ ਮਦਰਸ ਨੂੰ ਆਹੀ ਕਹਿੰਦੀ ਕਿ ਬੱਚਿਆਂ ਨੂੰ ਮਾਰੋ ਨਾ, ਲੇਕਿਨ ਇਹਨਾਂ ਕੋ ਇਹਨਾਂ ਦੀ ਫੇਵਰੇਟ ਚੀਜ਼ ਲੈ ਲਓ, ਬੱਚੇ ਦਾ ਫੇਵਰੇਟ ਕੋਈ ਟੁਆਏ ਆ ਕੋਈ ਖਾਣੇ ਦੀ ਚੀਜ਼ ਆ ਉਹ ਬੱਚੇ ਕੋ ਲੈ ਲਓ, ਲੇਕਿਨ ਮਾਰੋ ਨਾ। ਮਾਰ ਦੀ ਵਜ੍ਹਾ ਨਾਲ ਬੱਚੇ ਜ਼ਿਆਦਾ ਵਿਗੜਦੇ ਆ। ਫਤਿਹਾ ਛੋਟਾ ਬੱਚਾ ਹੈ, ਹੁਣ ਆਫ ਕੋਰਸ ਅਸੀਂ ਉਹਨੂੰ ਮਾਰ ਨਹੀਂ ਸਕਦੇ, ਸੋਹਣਾ ਇੰਨਾ ਲੱਗਦਾ, ਬਟ ਜੇ ਉਹ ਬਾਰ-ਬਾਰ ਕਿਸੇ ਚੀਜ਼ ਦੀ ਜ਼ਿੱਦ ਕਰ ਰਿਹਾ, ਉਹਨੂੰ ਇੱਕ ਟੁਆਏ ਚਾਹੀਦਾ ਹੀ ਚਾਹੀਦਾ, ਜਾਂ ਉਹ ਕੁਝ ਬਾਹਰੋਂ ਖਾਣਾ ਚਾਹੁੰਦਾ, ਉਹਨੂੰ ਫਰਾਈਜ਼ ਚਾਹੀਦੇ ਨੇ, ਉਹਨੂੰ 버ਗਰ ਪੀਜ਼ਾ ਚਾਹੀਦਾ, ਬਟ ਅਸੀਂ ਉਹਨੂੰ ਨਹੀਂ ਦੇਣਾ। ਤੇ ਆਸਾਨ ਹੱਲ ਕੀ ਹੈ, ਉਹਨੂੰ ਅਸੀਂ ਕਿੰਜ ਰੋਕ ਸਕਦੇ ਹਾਂ ਕਿ ਉਹ ਚਿੜਚਿੜਾ ਵੀ ਨਾ ਹੋਵੇ, ਜ਼ਿੱਦੀ ਵੀ ਨਾ ਹੋਵੇ ਤੇ ਸਾਡੀ ਗੱਲ ਵੀ ਮੰਨ ਲਵੇ। ਅੱਛਾ, ਛੋਟੀ ਏਜ ਤੋਂ ਹੀ ਨਾ ਬੱਚਿਆਂ ਦੀ ਤਰਬੀਅਤ ਕਰੀਦੀ ਆ। ਅੱਜ ਕੱਲ ਦੇ ਮਾਪੇ ਨੋ ਡਾਊਟ ਸਾਡੇ ਮਾਪੇ ਵੀ ਹਰ ਚੀਜ਼ ਸਾਨੂੰ ਲੈ ਕੇ ਦੇ ਸਕਦੇ ਸੀ, ਲੇਕਿਨ ਮੈਂ ਮਦਰਸ ਨੂੰ ਆਹੀ ਕਹਿੰਦੀ ਆ ਕਿ ਤੁਸੀਂ ਬੱਚਿਆਂ ਨੂੰ ਥੋੜੀ ਡਿਲੇ ਕਰਨੇ ਦੀ ਆਦਤ ਪਾਣੀ ਆ ਕਿ ਤੁਸੀਂ ਪਿਜ਼ਾ 버ਗਰ ਹਰ ਚੀਜ਼ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਦੇ ਆ। ਲੇਕਿਨ ਤੁਸੀਂ ਅਗਰ ਇੱਕ ਬੱਚਾ ਜ਼ਿੱਦ ਤੇ ਅਟਕ ਗਿਆ ਨਾ ਕਿ ਆ ਲੈਣਾ ਵਾ ਆ ਲੈਣਾ, ਫਿਰ ਤਾਂ ਬੱਚਾ ਹਮੇਸ਼ਾ ਰੋਊਗਾ ਤੇ ਆਪਣਾ ਬਿਹੇਵੀਅਰ ਕਰ ਲੂਗਾ ਕਿ ਮੈਂ ਰੋਊਂਗਾ ਤੇ ਮੈਨੂੰ ਆ ਚੀਜ਼ ਮਿਲ ਜੂਗੀ, ਜਾਂ ਮੈਂ ਆਪਣੇ ਆਪ ਨੂੰ ਸ਼ਾਊਟ ਕਰੂੰਗਾ ਮੈਨੂੰ ਮਿਲ ਜੂਗੀ। ਇੱਕ ਬੱਚਾ ਆਇਆ ਸੀ ਛੋਟਾ ਆ, ਉਹ ਆਪਣੇ ਆਪ ਨੂੰ ਉਹਨਾਂ ਦੀਵਾਰ 'ਚ ਮਾਰਦਾ ਸੀ ਤੇ ਉਹਦੀ ਮੰਮਾ ਉਹਦੀ ਗੱਲ ਮਾਰ ਦਿੰਦੀ ਸੀ। ਇਹ ਤੁਹਾਡੀ ਆਪਣੀ ਤੁਹਾਡਾ ਪੇਸ਼ੈਂਟ ਸੀ? ਓਹੋ, 5 ਸਾਲ ਦਾ ਉਹ ਬੱਚਾ ਸੀ, ਉਹਨੂੰ ਆ ਪਤਾ ਸੀ ਕਿ ਮੈਂ ਕੋਈ ਚੀਜ਼ ਬਣਵਾਉਣੀ ਹੈ, ਮੈਂ ਆਪਣਾ ਸਿਰ ਦੀਵਾਰ ਨਾ ਮਾਰਨਾ, ਮੰਮਾ ਨੇ ਮੇਰੀ ਗੱਲ ਮੰਨ ਲੈਣੀ। ਫਿਰ ਉਹਦੀ ਮਦਰ ਨੂੰ ਕਿਹਾ ਕਿ ਤੁਸੀਂ ਉਹਦਾ ਆਪ ਰਵੱਈਆ ਰੋਕਣਾ ਵਾ, ਕੋਈ ਵੀ ਚੀਜ਼ ਜਿਹੜੀ ਆ ਨਾ ਤੁਸੀਂ ਬੇਸ਼ੱਕ ਨੋ ਡਾਊਟ ਲੈ ਕੇ ਵੀ ਦੇ ਸਕਦੇ ਹੋ, ਡਿਲੇ ਕਰੋ। ਫੋਰ ਐਗਜ਼ਾਮਪਲ ਬੱਚੇ ਦਾ ਦਿਲ ਕਰ ਰਿਹਾ ਪਿਜ਼ਾ ਖਾਣਾ, ਉਹਨੂੰ ਕਹੋ ਕਿ ਅੱਜ ਤੂੰ ਆ ਘਰ ਦਾ ਖਾਣਾ ਖਾ ਲਾ, ਕੱਲ ਨੂੰ ਤੈਨੂੰ ਪਿਜ਼ਾ ਖਿਲਾ ਦੂੰਗਾ। ਕਿ ਅਗਰ ਬੱਚਾ ਇਸ 'ਚ ਰੋ ਰਿਹਾ ਜ਼ਿੱਦ ਕਰ ਰਿਹਾ ਤਾਂ ਕੋਈ ਨਹੀਂ, ਲੇਕਿਨ ਤੁਸੀਂ ਉਸ ਵੇਲੇ ਉਹਦੀ ਜ਼ਿੱਦ ਪੂਰੀ ਨਹੀਂ ਕਰਨੀ, ਬਾਅਦ ਚੋਂ ਕਰ ਲਓ। ਕਿਉਂਕਿ ਇਸੇ ਤਰ੍ਹਾਂ ਬੱਚਿਆਂ ਨੂੰ ਹਰ ਚੀਜ਼ ਮੰਗਣੇ ਤੋਂ ਪਹਿਲੇ ਦੇ ਦੇਈ ਜਾਂਦੀ ਹੈ ਤੇ ਬੱਚੇ 'ਚ ਫਿਰ ਆ ਬਿਹੇਵੀਅਰ ਪੁਖਤਾ ਹੋ ਜਾਂਦਾ, ਕਹਿੰਦਾ ਕਿ ਨਹੀਂ ਮੈਨੂੰ ਹਰ ਚੀਜ਼ ਦੇਵੋ। ਫਿਰ ਅੱਛਾ, ਬੱਚਿਆਂ ਦਾ ਜਿਹੜਾ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਦੇਖ ਤੇਰੇ ਚਾਚੇ ਦੇ ਬੱਚੇ ਨੇ, ਮੁੰਡੇ ਨੇ ਇੰਨੇ ਚੰਗੇ ਨੰਬਰ ਲੈ ਲਏ, ਦੇਖ ਤੇਰੀ ਫੁੱਫੋ ਦੀ ਕੁੜੀ ਨੇ ਇਹ ਕਰ ਦਿੱਤਾ, ਤੇਰੀ ਖਾਲਾ ਦੇ ਬੇਟੇ ਨੇ ਇਹ ਕਰ ਦਿੱਤਾ, ਤੇ ਇਹ ਕੰਪੈਰੀਜ਼ਨ ਸਹੀ ਹੈ? ਇਹ ਮੋਟੀਵੇਸ਼ਨ ਵਾਸਤੇ ਚੰਗੀ ਚੀਜ਼ ਹੈ ਜਾਂ ਨਹੀਂ? ਅੱਛਾ, ਕੰਪੈਰੀਜ਼ਨ ਜਿਹੜੇ ਸੀ ਨਾ ਸਾਡੇ ਮਾਪੇ ਕਰਦੇ ਸੀ, ਹੁਣ ਜਿਹੜੀਆਂ ਅਗਲੀਆਂ ਨਾ ਉਹਨਾਂ ਦੇ ਵੱਡੇ ਅਸੀਂ ਹੋਵਾਂਗੇ, ਅਸੀਂ ਨਹੀਂ ਕਰਾਂਗੇ। ਸਾਨੂੰ ਨਹੀਂ ਪਤਾ ਕਿਸੇ ਦੇ ਕੀ ਚੱਲ ਰਿਹਾ ਕੀ ਨਹੀਂ, ਕਿਉਂਕਿ ਲੋਕ ਆਪਣੀ ਜ਼ਿੰਦਗੀ 'ਚ ਇੰਨੀਆਂ ਟੈਨਸ਼ਨਾਂ ਹੋਣੀਆਂ। ਜਿਹੜੇ ਸਾਡੇ ਸੀ ਨਾ ਫੁੱਫੋ ਚਾਚੂ ਕੇ, ਉਹ ਕਰਦੇ ਸੀ ਕਿ ਉਹਦੇ ਬੱਚੇ ਦੇ ਇੰਨੇ ਨੰਬਰ ਆ ਗਏ, ਇਹਦੇ ਨੰਬਰ ਕਿਉਂ ਘੱਟ ਹੈ, ਉਹਦੇ ਕਿਉਂ ਆਵੇ। ਅੱਜ ਕੱਲ ਆ ਕੰਪੈਰੀਜ਼ਨ ਦਾ ਦੌਰ ਘੱਟ ਹੋ ਗਿਆ ਵਾ। ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਮਦਰਸ ਆ ਨਾ ਉਹ ਕਰਦੀਆਂ ਵਾ ਕਿ ਉਹਦਾ ਬੱਚਾ 5 ਸਾਲ ਦਾ ਵਾ, ਬੋਲਦਾ, ਮੇਰਾ ਕਿਉਂ ਨਹੀਂ ਬੋਲਦਾ। ਉਹਨਾਂ ਨੂੰ ਆਹੀ ਕਹੀਦਾ ਵਾ ਕਿ ਤੁਸੀਂ ਆਪਣੇ ਬੱਚੇ ਨੂੰ ਦੂਸਰੇ ਨਾਲ ਕੰਪੇਅਰ ਨਹੀਂ ਕਰਨਾ, ਕਿ ਅਗਰ ਉਹਨਾਂ ਦਾ 5 ਸਾਲ ਦਾ ਤਾਂ ਕੋਈ ਗੱਲ ਨਹੀਂ, ਉਹਨਾਂ 'ਚ ਕੋਈ ਹੋਰ ਰਵੱਈਏ ਦਾ ਇਸ਼ੂ ਹੋਣਾ ਵਾ। ਅਗਰ ਆ ਡਿਲੇ ਸਪੀਚ ਤਾਂ ਕੋਈ ਗੱਲ ਨਹੀਂ, ਇਹ ਬਾਕੀ ਚੀਜ਼ਾਂ ਤਾਂ ਇਹਦੀਆਂ ਬਿਹਤਰ ਆ। ਕੰਪੈਰੀਜ਼ਨ ਜੇ ਕਰਨਾ ਤਾਂ ਦੂਸਰੇ ਤਰੀਕੇ ਨਾਲ ਕਰੋ ਕਿ ਤੁਹਾਡੇ ਬੱਚੇ 'ਚ ਕੀ ਕੁਆਲਿਟੀ ਹੈ ਤੇ ਦੂਸਰੇ 'ਚ ਕੀ ਆ। ਹਮੇਸ਼ਾ ਨੰਬਰਾਂ 'ਚ ਅੱਛਾ ਬੱਚਾ ਜ਼ਰੂਰੀ ਨਹੀਂ ਕਿ ਪ੍ਰੈਕਟੀਕਲ ਲਾਈਫ 'ਚ ਵੀ ਅੱਛਾ ਹੋਵੇ। ਅਕਸਰ ਦੇਖਿਆ ਵਾ ਬਹੁਤ ਜ਼ਿਆਦਾ ਟੌਪਰ ਆ ਲੇਕਿਨ ਨੀਚੇ ਆ, ਤੇ ਅਕਸਰ ਫੇਲੀਅਰ ਬੱਚੇ ਉੱਪਰ ਆ। ਨੰਬਰਾਂ ਨਾਲ ਕਦੀ ਕੰਪੈਰੀਜ਼ਨ ਨਹੀਂ ਕਰਨਾ ਬੱਚਾ। ਸਹੀ। ਬੱਚਿਆਂ ਦੇ ਵਿੱਚ ਕੌਨਫੀਡੈਂਸ ਕਿਸ ਤਰ੍ਹਾਂ ਲੈ ਕੇ ਆ ਸਕਦੇ ਹਾਂ? ਅਗਰ ਬੱਚਿਆਂ 'ਚ ਜੋ ਹੈ ਕੌਨਫੀਡੈਂਸ ਦੋ ਤਰੀਕੇ ਨਾਲ ਅਕਸਰ ਹੁੰਦਾ ਕਿ ਬੱਚੇ ਸੋਸ਼ਲ ਬਾਤ ਨਹੀਂ ਕਰ ਪਾਉਂਦੇ ਕਿਸੇ ਨਾਲ, ਸੋਸ਼ਲ ਐਂਜ਼ਾਈਟੀ ਆ ਇੱਕ ਦੂਸਰੇ ਨਾਲ। ਕਲਾਸ ਦੇ ਟੌਪਰ ਆ ਬਟ ਕਿਸੇ ਦੇ ਸਾਹਮਣੇ ਖੜਾ ਕਰ ਦੋ, ਉਹਨਾਂ ਦੀ ਬੋਡੀ ਕੰਬਣਾ ਸ਼ੁਰੂ ਹੋ ਜਾਂਦੀ ਹੈ, ਗੱਲ ਨਹੀਂ ਹੋ ਪਾਉਂਦੀ, ਪਸੀਨੇ ਆਉਣਾ ਸ਼ੁਰੂ ਹੋ ਜਾਂਦੇ, ਤੇ ਫਿਰ ਫਾਇਦਾ ਉਸ ਟੌਪ। ਅੱਜ ਕੱਲ ਬਹੁਤ ਜ਼ਿਆਦਾ ਕਾਮਨ ਆ। ਅੱਜ ਕੱਲ ਇੱਕ ਮੈਂ ਸੁਣਾਉਂਦੀ ਹਾਂ, ਮੁੰਡਾ ਸੀ 21 ਸਾਲ ਦਾ ਤੇ ਆਇਆ ਤੇ ਮੈਨੂੰ ਕਹਿੰਦਾ ਮੈਡਮ ਮੇਰਾ ਕੋਈ ਦੋਸਤ ਨਹੀਂ ਹੈ। ਮੈਂ ਕਿਹਾ ਮੇਰਾ ਕੋਈ ਦੋਸਤ ਨਹੀਂ। ਮੈਂ ਕਿਹਾ ਸੋਸ਼ਲ ਮੀਡੀਆ ਚਲਾਉਂਦਾ? ਕਹਿੰਦਾ ਚਲਾਉਂਦਾ। ਮੈਂ ਕਿਹਾ ਇੰਸਟਾਗ੍ਰਾਮ? ਕਹਿੰਦਾ ਹਾਂਜੀ ਮੈਡਮ 1 ਮਿਲੀਅਨ ਫਾਲੋਅਰਸ ਆ। ਇੰਸਟਾ ਤੇ 1 ਮਿਲੀਅਨ ਆ ਲੇਕਿਨ ਰੀਅਲ ਲਾਈਫ 'ਚ ਕੋਈ ਨਹੀਂ ਉਹਨੂੰ ਜਾਣਦਾ। ਕੋਈ ਫੇਮਸ ਪਰਸਨੈਲਿਟੀ ਹੈ? ਫੇਮਸ ਪਰਸਨੈਲਿਟੀ ਸੀ ਕੋਈ, ਹੁਣ ਮੈਂ ਨਾਮ ਨਹੀਂ ਦੱਸ ਸਕਦੀ, ਇੱਕ ਮਤਲਬ ਪ੍ਰਾਈਵੇਸੀ ਹੁੰਦੀ ਆ। ਤੇ ਉਹਨੇ ਆ ਦੱਸਿਆ ਕਿ ਉਹਨੂੰ ਵੈਸੇ ਕੋਈ ਨਹੀਂ ਜਾਣਦਾ ਲੇਕਿਨ ਉੱਦਾਂ ਉਹਦਾ 1 ਮਿਲੀਅਨ ਫਾਲੋਅਰਸ ਆ। ਕਿ ਅਸੀਂ ਸੋਸ਼ਲ ਮੀਡੀਆ 'ਚ ਪੂਰੀ ਦੁਨੀਆ ਜਾਣਦੀ ਆ ਲੇਕਿਨ ਰੀਅਲ ਲਾਈਫ 'ਚ ਕੋਈ ਨਹੀਂ। ਤੁਸੀਂ ਰੀਅਲ ਲਾਈਫ 'ਚ ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਕਿਸੇ ਨਾਲ ਬਾਤਚੀਤ ਹੀ ਨਹੀਂ ਕਰਨੀ, ਤੇ ਕੌਨਫੀਡੈਂਸ ਕਿੱਦਾਂ ਆਊਗਾ? ਆਪਣੇ ਬੱਚਿਆਂ ਨੂੰ ਸੋਸ਼ਲ ਕਰੋ। ਹੁਣ ਇੱਕ ਪੇਸ਼ੈਂਟ ਆਈ, ਮੈਡਮ ਸਾਡੀ ਜ਼ਾਤ ਰਾਈ ਆ, ਅਸੀਂ ਰਾਣੇ ਆ, ਅਸੀਂ ਜਿਹੜੇ ਨਾ ਬਾਕੀ ਜ਼ਾਤਾਂ 'ਚ ਨਹੀਂ ਖੇਲਦੇ। ਅੱਛਾ, ਆਪਣੇ ਅਸੀਂ ਬੱਚਿਆਂ ਨੂੰ ਬਾਕੀ ਜ਼ਾਤਾਂ 'ਚ ਖੇਲਣ ਨਹੀਂ ਦਿੰਦੇ। ਮੈਂ ਕਿਹਾ ਫਿਰ ਤਦੀ ਤੁਹਾਡੇ ਬੱਚੇ ਸਕੂਲ 'ਚ ਕਿਸੇ ਨਾਲ ਨਹੀਂ ਖੇਲਦੇ ਕਿ ਤੁਸੀਂ ਉਹਨਾਂ ਦਾ ਮਾਈਂਡ ਸੈਟ ਹੀ ਬਣਾਤਾ ਵਾ ਕਿ ਆਪਣੀ ਜ਼ਾਤ ਤੋਂ ਇਲਾਵਾ ਕਿਸੇ ਨਾਲ ਗੱਲਬਾਤ ਨਹੀਂ ਕਰਨੀ।
ਉਸ ਤੋਂ ਇਲਾਵਾ ਨਹੀਂ ਤੁਸੀਂ ਕਿਸੇ ਨਾਲ ਕਰਨਾ। ਮੈਂ ਕਿਹਾ ਇਸੇ ਲਈ ਤੁਹਾਡੇ ਬੱਚਿਆਂ ਦੀ ਫਿਰ ਸਕੂਲ 'ਚ ਕਿਸੇ ਨਾਲ ਨਹੀਂ ਪਾਉਂਦੇ। ਮੈਂ ਕਿਹਾ ਬੱਚਿਆਂ ਨੂੰ ਕਾਮਨ ਕਰੋ, ਆਮ ਕਰੋ, ਸੋਸ਼ਲ ਕਰੋ, ਤਦੀ ਤਾਂ ਉਹਨਾਂ ਦਾ ਕੌਨਫੀਡੈਂਸ ਜ਼ਿਆਦਾ ਹੋਊਗਾ। ਬਿਲਕੁਲ। ਲੇਕਿਨ ਇੱਕ ਹੋਰ ਮਸਲਾ ਵੀ ਹੈ ਨਾ, ਹਾਲਾਤ ਤੁਹਾਡੇ ਸਾਹਮਣੇ ਨੇ, ਕੈਸੇ ਅਜੀਬੋ ਗਰੀਬ ਕੇਸਿਸ ਸਾਡੇ ਕੋਲ ਆਉਂਦੇ ਪਏ ਨੇ ਕਿ ਸਾਡੇ ਘਰ ਦਾ ਬੱਚਾ ਆਫ ਕੋਰਸ ਆਪਣੇ ਨਾਲ ਵਾਲੇ ਹਮਸਾਏ ਤੇ ਟਰਸਟ ਕਰਦਾ ਹੈ, ਅਸੀਂ ਵੀ ਭੇਜ ਦਈਦਾ ਹੈ, ਬੱਚਾ ਵੀ ਚਲੇ ਜਾਂਦਾ ਹੈ ਉਹਨਾਂ ਦੇ ਘਰ ਤੇ ਅੱਲਾ ਮਾਫ ਕਰੇ, ਬੁਰੇ ਵਕਤ ਤੋਂ ਬਚਾਏ। ਫਿਰ ਉਹ ਐਂਡ ਬੜਾ ਅਜੀਬੋ ਗਰੀਬ, ਅੱਜ ਕੱਲ ਤੇ ਬਹੁਤ ਜ਼ਿਆਦਾ ਵਾਕਿਆਤ ਆਮ ਹੋ ਗਏ ਨੇ। ਤੇ ਫਿਰ ਟਰਸਟ ਕਿੰਜ ਕਰੀਏ? ਬੱਚੇ ਨੂੰ ਸੋਸ਼ਲ ਵੀ ਕਰਨਾ ਹੈ ਤੇ ਇਹ ਡਰ ਖੌਫ ਵੀ ਨੇ ਸੋਸਾਇਟੀ ਦੇ, ਕੀ ਕਰੀਏ ਫਿਰ? ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਸੋਸ਼ਲ ਕਰਨਾ ਤੇ ਤੁਸੀਂ ਸਕੂਲ 'ਚ ਕਰੋ ਕਿ ਸਕੂਲ 'ਚ ਉਹਦੇ ਦੋਸਤ ਬਣਨ, ਸਮਝ ਆਈ। ਫਿਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਆਪਣੇ ਰਿਲੇਟਿਵਸ ਦੇ ਆ ਉਹਨਾਂ ਨਾਲ ਤਾਂ ਕਰੋ ਕਿ ਬੱਚਿਆਂ ਨਾਲ ਅਗਰ ਕਿਸੇ ਪਾਰਕ ਤੇ ਲੈ ਕੇ ਜਾ ਰਹੇ ਤੇ ਮਾਂ ਜਾਂ ਬਾਪ ਖੁਦ ਬੱਚੇ ਦੇ ਨਾਲ ਜਾਏ, ਬੱਚੇ ਨੂੰ ਅਕੇਲਾ ਕਦੀ ਨਾ ਲੈ ਕੇ ਜਾਏ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਅਸੀਂ ਨਹੀਂ ਕਰ ਸਕਦੇ ਕਿਸੇ ਤੇ ਯਕੀਨ। ਫਿਰ ਅਗਰ ਕੋਈ ਬੱਚਾ ਜੋ ਹੈ ਅਕੈਡਮੀ ਜਾ ਰਿਹਾ, ਕਿਤੇ ਜਾ ਰਿਹਾ, ਤਾਂ ਖੁਦ ਉਹਦੀ ਸੁਪਰਵੀਜ਼ਨ ਰੱਖੋ। ਲੇਕਿਨ ਆ ਨਹੀਂ ਕਿ ਉਹ ਸਿਰਫ ਇੱਕ ਹੀ ਜਦੋਂ ਵੀ ਆਇਆ ਮੋਬਾਈਲ ਦੇ ਨਾਲ ਹੀ ਚਿਪਕਿਆ, ਉਹਦੀ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈਗੀ, ਆ ਵੀ ਗੱਲ ਨਹੀਂ ਸਹੀ। ਉਹਦੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਲਾਜ਼ਮੀ ਹੋਵੇ ਕਿ ਕਿੱਦਾਂ ਫੋਰ ਐਗਜ਼ਾਮਪਲ ਟਿਊਸ਼ਨ ਤੋਂ ਆਇਆ ਵਾ ਅਕੈਡਮੀ ਤੋਂ, ਤਾਂ ਬਾਹਰ ਕਿਤੇ ਖੇਲਣ ਚਲੇ ਜਾਏ, ਉਹਦਾ ਮੂਡ ਚੇਂਜ ਹੋ ਜਾਵੇ ਤਾਂ ਕਿ ਉਹ ਬਿਹਤਰ ਤਰੀਕੇ ਨਾਲ ਫੀਲ ਕਰ ਸਕੇ। ਬਿਲਕੁਲ। ਅੱਛਾ, ਇੱਕ ਹੋਰ ਮਸਲਾ, ਬੱਚਾ ਰੋਟੀ ਨਹੀਂ ਖਾ ਰਿਹਾ, ਮੋਬਾਈਲ ਦੇ ਦਿਓ। ਬੱਚਾ ਪੜ੍ਹਦਾ ਨਹੀਂ ਪਿਆ, ਮੋਬਾਈਲ ਦੇ ਦਿਓ। ਬੱਚਾ ਜ਼ਿੱਦ ਕਰਦਾ ਪਿਆ, ਮੋਬਾਈਲ ਦੇ ਦਿਓ। ਬੱਚਾ ਰੋਂਦਾ ਪਿਆ, ਮੋਬਾਈਲ ਦੇ ਦਿਓ। ਤੇ ਮੋਬਾਈਲ ਦੀ ਐਡਿਕਸ਼ਨ ਤੇ ਇੰਜ ਅਸੀਂ ਆਪੇ ਹੀ ਲਗਾ ਦਿੱਤੀ। ਤੇ ਫਿਰ ਇਹ ਪੇਰੈਂਟਿੰਗ ਦਾ ਮਸਲਾ ਹੈ ਜਾਂ ਮੋਬਾਈਲ ਆਪਣੀ ਤਰਫ ਵਾਕਈ ਖਿੱਚ ਲੈਂਦਾ ਹੈ ਬੱਚੇ ਨੂੰ? ਅੱਛਾ, ਅੱਜ ਕੱਲ ਦੀਆਂ ਮਾਵਾਂ ਜਿੰਨੀਆਂ ਵੀ ਆ ਨਾ, ਮੈਂ 50% ਮਾਵਾਂ ਕੋ ਹਿਸਟਰੀ ਜਦੋਂ ਲੈਂਦੀ ਆ ਨਾ, ਤੇ ਆਹੀ ਕਹਿੰਦੀਆਂ ਕਿ ਤੁਸੀਂ ਬੱਚਿਆਂ ਨੂੰ ਮੋਬਾਈਲ ਦਿੱਤਾ ਕਿਉਂ? ਉਹ ਕਹਿੰਦੀਆਂ ਕਿ ਅਸੀਂ ਮੋਬਾਈਲ ਇਸ ਲਈ ਦਿੰਦੀਆਂ ਕਿ ਬੱਚੇ ਇੰਗਲਿਸ਼ ਬੋਲਣ, ਕਿ ਇੰਗਲਿਸ਼ ਦੀਆਂ ਵੀਡੀਓ ਆਉਂਦੀਆਂ, ਬੱਚੇ ਉਹਨੂੰ ਦੇਖ ਕੇ ਇੰਗਲਿਸ਼ ਬੋਲਣ। ਅੱਛਾ। ਬੱਚੇ ਵਿਚਾਰੇ ਨਾ ਇੰਗਲਿਸ਼ ਬੋਲਦੇ ਆ ਨਾ ਉਰਦੂ, ਕੁਝ ਵੀ ਨਹੀਂ। ਬੱਚੇ ਹੁਣ ਤੁਹਾਡੇ ਨਾਲ ਬੋਲਦੇ ਹੀ ਨਹੀਂ, ਉਹ ਸੁਣਦਾ ਰਿਹਾ, ਬੋਲੂਗਾ ਕਿੱਦਾਂ? ਬਿਲਕੁਲ। ਇਸੇ ਲਈ ਉਹਨਾਂ ਨੂੰ ਕਹੀਦਾ ਵਾ ਕਿ ਤੁਸੀਂ ਬੱਚਿਆਂ ਨੂੰ ਮੋਬਾਈਲ ਨਾ ਦਿਵੋ। ਅਗਰ ਤੁਸੀਂ ਵਾਕਈ ਸੋਸ਼ਲ ਮੀਡੀਆ ਦਾ ਟਾਈਮ ਆ, ਮੋਬਾਈਲ ਜਾਂ ਟੀਵੀ ਜ਼ਰੂਰੀ ਵੀ ਆ, ਤੇ ਖੁਦ ਵੀ ਬੱਚੇ ਦੇ ਨਾਲ ਬੈਠ ਕੇ ਦੇਖੋ। ਆ ਨਹੀਂ ਕਿ ਬੱਚੇ ਦਿਨ ਦਾ 18 ਘੰਟੇ ਸਿਰਫ ਤੇ ਸਿਰਫ ਮੋਬਾਈਲ ਹੀ ਦੇਖ ਰਿਹਾ ਵਾ। ਆਹ ਗੱਲ ਬੱਚੇ ਵਾਸਤੇ ਖਤਰਨਾਕ ਆ। ਅਗਰ ਬੱਚਾ ਮੋਬਾਈਲ ਦੇਖ ਰਿਹਾ ਤੇ ਕਿ ਤੁਸੀਂ ਵੀ ਉਹਦੇ ਨਾਲ ਬੈਠੋ, ਤੁਸੀਂ ਆਪਸ ਦੋਨੇ ਕਮਿਊਨੀਕੇਟ ਕਰੋ ਕਿ ਬੇਟਾ ਕਿਆ ਦੇਖ ਰਹੇ ਹੋ, ਚਾਹਾ ਵਾ ਆਹ ਵਾ, ਕਿ ਤਾਂ ਕਿ ਬੱਚੇ ਨੂੰ ਪਤਾ ਚਲੇ ਕਿ ਮੈਂ ਕੀ ਦੇਖ ਰਿਹਾ ਵਾ। ਫਿਰ ਰੀਲਸ ਆਉਂਦੀਆਂ ਵਾ, ਰੀਲਸ ਬੱਚਾ ਸਿਰਫ ਦੇਖਦਾ ਜਾ ਰਿਹਾ, ਸਾਨੂੰ ਨਹੀਂ ਪਤਾ ਕਿਸ ਕਿਸਮ ਦਾ ਕੰਟੈਂਟ ਆ ਜੀ, ਕੀ ਕੰਟੈਂਟ ਆ ਰਿਹਾ ਵਾ, ਹਰ ਕੰਟੈਂਟ ਸਾਹਮਣੇ ਪਿਆ ਹੋਇਆ ਹੈ, ਸਾਹਮਣੇ ਪਿਆ ਤੇ ਬੱਚੇ ਨੂੰ ਨਹੀਂ ਪਤਾ। ਉਹ ਤਾਂ ਬੱਚਾ ਹੈ ਤੇ ਮਦਰ ਨੂੰ ਚਾਹੀਦਾ ਵਾ ਕਿ ਬੱਚੇ ਨੂੰ ਜੋ ਹੈ ਮੋਬਾਈਲ ਫੋਨ ਤੋਂ ਇਲਾਵਾ ਆਪਣੇ ਨਾਲ ਅੰਗੇਜ ਕਰੇ। ਮਦਰ ਕਹਿੰਦੀ ਮੈਡਮ ਮੈਂ 2 ਘੰਟੇ ਬਾਅਦ ਫ੍ਰੀ ਹੋਊਂਗੀ, ਫਿਰ ਇਹਨੂੰ ਬਿਠਾਉਂਗੀ। ਉਹਨੂੰ ਆਹੀ ਕਹੀਦਾ ਕਿ ਬੱਚੇ ਕਦੀ ਤੁਹਾਡਾ ਫ੍ਰੀ ਟਾਈਮ ਨਹੀਂ ਮੰਗਦੇ, ਉਹ ਤੁਹਾਡੇ ਨਾਲ ਬਿਜ਼ੀ ਰਹਿਣਾ ਚਾਹੁੰਦੇ ਆ। ਤੁਸੀਂ ਕਿਚਨ 'ਚ ਬੱਚੇ ਨੂੰ ਕਿਚਨ 'ਚ ਲੈ ਕੇ ਜਾਓ, ਸ਼ਾਪਿੰਗ ਕਰਨ ਲੈ ਕੇ ਜਾ ਰਹੇ ਬੱਚੇ ਨੂੰ ਸ਼ਾਪਿੰਗ ਕਰਨ ਲੈ ਕੇ ਜਾਓ। ਹਰ ਜਗ੍ਹਾ ਬੱਚੇ ਨੂੰ ਆਪਣੇ ਨਾਲ ਰੱਖੋ, ਉਹਨੂੰ ਦੱਸੋ ਘਰ ਦੀਆਂ ਕੀ ਚੀਜ਼ਾਂ ਵਾ, ਕੀ ਐਕਟੀਵਿਟੀ ਆ, ਫੇਰ ਹੀ ਬੱਚਾ ਕੁਝ ਸਿੱਖੂਗਾ। ਮੋਬਾਈਲ ਤੋਂ ਇਲਾਵਾ ਵੀ ਉਹਦੀ ਇੱਕ ਦੁਨੀਆ ਵਾ। ਬਿਲਕੁਲ ਬਿਲਕੁਲ। ਫਤਿਹਾ, ਸਭ ਤੋਂ ਪਹਿਲੇ ਰਜਿਸਟਰ ਕਰਾਓ ਕਿ ADHD ਕੀ ਹੈ, ਟਰਮ ਕੀ ਹੈ, ਆਸਾਨ ਲਫ਼ਜ਼ਾਂ ਸਾਡੇ ਆਡੀਅנס ਨੂੰ ਸਮਝ ਆਏ। ਤੇ ਫਿਰ ਇਹ ਵੀ ਦੱਸੋ ਕਿ ਜਿਹੜਾ ਇੱਕ ਅਸੀਂ ਕਹਿੰਦੇ ਆ ਕਿ ਅੱਛਾ ਇਹ ਜ਼ਿਆਦਾ ਗੱਲ ਨਹੀਂ ਕਰਦਾ, ਡਿਪਰੈਸ਼ਨ ਯਕੀਨਨ ਇਹਨੂੰ ਹੋਏਗਾ, ਜਾਂ ਇਹਨੂੰ ਕੋਈ ਮੈਂਟਲ ਡਿਜ਼ੀਜ਼ ਹੋ ਸਕਦੀ ਹੈ, ਜਾਂ ਮੈਂਟਲੀ ਡਿਸਟਰਬ ਹੋ ਸਕਦਾ ਹੈ, ਇਹਦਾ ਫੋਕਸ ਨਹੀਂ ਹੈ, ਇਹਨੂੰ ਯਕੀਨਨ ADHD ਹੋਏਗਾ। ਇਹ ਸਮਝਾਓ ਤੇ ਮੈਨੂੰ। ਅੱਛਾ, ਅਗਰ ADHD ਦੀ ਗੱਲ ਕੀਤੀ ਜਾਏ ਤੇ ADHD ਜਿਹੜਾ ਨਾ ਅਟੈਂਸ਼ਨ ਡੈਫਿਸਿਟ ਹਾਈਪਰ ਐਕਟਿਵ ਡਿਸਆਰਡਰ ਹੈ। ਇਹ 'ਚ ਬੱਚਾ ਜੋ ਹੈ ਉਹ ਟੈਂਸ਼ਨ ਵੀ ਨਹੀਂ ਦਿੰਦਾ ਤੇ ਹਾਈਪਰ ਵੀ ਕਾਫੀ ਜ਼ਿਆਦਾ ਹੁੰਦਾ ਹੈ। ਤੇ ਅਗਰ ਇਹਦੀ ਏਜ ਲਿਮਿਟ ਦੇਖੀ ਜਾਏ ਤੇ ਆ ਬੱਚੇ 'ਚ ਨਾ 3 ਸਾਲ ਦੀ ਉਮਰ 'ਚ ਡਾਇਗਨੋਸ ਹੋ ਜਾਂਦਾ ਹੈ। ਇਹਦੇ ਹੁਣ ਮੇਜਰ ਸਿੰਪਟਮਸ ਕੀ ਆ? ਬੱਚਾ ਜੋ ਹੈ ਅੱਖ 'ਚ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ, ਸੋਸ਼ਲ ਨਹੀਂ ਹੁੰਦਾ, ਬਾਕੀ ਬੱਚਿਆਂ ਨੇ ਨਹੀਂ ਖੇਲਦਾ, ਆਪਣੀ ਰੂਟੀਨ ਨਹੀਂ ਚੇਂਜ ਕਰਦਾ। ਰੂਟੀਨ ਕਿਸ ਤਰ੍ਹਾਂ ਨਹੀਂ ਚੇਂਜ ਕਰਦਾ ਕਿ ਅਗਰ ਇੱਕ ਹੀ ਗਲਾਸ ਪਾਣੀ ਪੀਣਾ ਤੇ ਇੱਕ ਹੀ ਚੀਜ਼, ਤੇ ਇੱਕ ਆਬਜੈਕਟ ਨੂੰ ਆਪਣੇ ਕੋਲ ਰੱਖਦਾ। ਮੇਰੇ ਕੋਲ ਕਲੀਨਿਕ 'ਚ ਬੱਚੀ ਆਂਦੀ ਸੀ, ਹਮੇਸ਼ਾ ਇੱਕ ਕੰਬਲ ਆਪਣੇ ਕੋਲ ਰੱਖਦੀ ਸੀ। ਉਹਦੀ ਮਦਰ ਨੇ ਦੱਸਿਆ ਮੈਨੂੰ, ਇੱਕ ਦਿਨ ਮੈਂ ਇਹਦਾ ਕੰਬਲ ਵਾਸ਼ ਕਰਦਾ ਤੇ ਬੱਚੀ ਨੇ ਰੋ ਕੇ ਬੁਰਾ ਹਾਲ ਕਰਦਾ। ਕਹਿੰਦੀ ਮੈਂ ਦੂਸਰਾ ਕੰਬਲ ਵੀ ਦੇਤਾ, ਫਿਰ ਵੀ ਰੋਈ ਜਾਵੇ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਲਾਈਕ ਟੁਆਏ, ਕੋਈ ਬਲੈਂਕਟ, ਕੋਈ ਨਾ ਕੋਈ ਆਬਜੈਕਟ ਆਪਣੇ ਕੋਲ ਰੱਖਦੇ ਆ। ਤੇ ਨੁਕਸਾਨਦੇਹ ਸਿਚੁਏਸ਼ਨ? ਹਾਂ, ਨੁਕਸਾਨਦੇਹ, ਕਿਉਂਕਿ ADHD ਦੇ ਬੱਚਿਆਂ ਦੇ ਸੋਸ਼ਲ ਨਹੀਂ ਹੁੰਦੇ, ਇਹਨਾਂ ਦੀ ਕਮਿਊਨੀਕੇਸ਼ਨ ਬਿਲਕੁਲ ਨਹੀਂ ਹੁੰਦੀ, ਕੋਈ ਇੱਕ ਵਰਡ ਬੋਲਦਾ, ਕੋਈ ਬਿਲਕੁਲ ਨਹੀਂ ਬੋਲਦਾ। ਆ ਮੇਜਰ ਸਿੰਪਟਮਸ ਆ ADHD ਦੇ। ਸਹੀ। ਇਹਦੀ ਕੋਈ ਐਸੀ ਰੀਜ਼ਨ ਵੀ ਹੋ ਸਕਦੀ ਹੈ ਕਿ ਬਚਪਨ 'ਚ ਕਿਸੇ ਤੁਹਾਡੇ ਰਿਸ਼ਤੇਦਾਰ ਨੇ ਜਾਂ ਕਿਸੇ ਤੁਹਾਡੇ ਕੀ ਗਲੀ ਮੁਹੱਲੇ ਦੇ ਕਿਸੇ ਸ਼ਖਸ ਨੇ ਤੁਹਾਡੇ ਨਾਲ ਕੋਈ ਐਸਾ ਰਵੱਈਆ ਕੀਤਾ ਹੋਵੇ ਤੇ ਤੁਸੀਂ ਡਰ ਜਾਂਦੇ ਹੋ, ਜਾਂ ਨੈਚੁਰਲੀ ਵੀ ਆ ਸਕਦਾ ਤੁਹਾਡੇ ਵਿੱਚ? ਅਗਰ ADHD ਦੀ ਗੱਲ ਕੀਤੀ ਜਾਏ, ਕਿਉਂਕਿ ਸਮ ਟਾਈਮ ਬਚਪਨ 'ਚ ਐਸੇ ਵਾਕਿਆਤ ਹੋ ਜਾਂਦੇ ਬੱਚਿਆਂ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਕਿ
ਅੱਜ ਕੱਲ ਖੁਦਾ ਨਾ ਖਾਸਤਾ ਜੇ ਕੋਈ ਕੁਝ ਗਲਤ ਕਰਦਾ ਹੈ ਯਕੀਨਨ ਇਹਦੇ ਨਾਲ ਬਚਪਨ 'ਚ ਹੋਇਆ ਹੋਏਗਾ, ਟਰਾਮਾ 'ਚ, ਤੇ ਉਹਨੇ ਸਭ ਨਾਲ ਫਿਰ ਉਹ ਆਪਣਾ ਬਦਲਾ ਲੈਣ ਦੀ ਕੋਸ਼ਿਸ਼, ਬਹੁਤ ਸਾਰੀਆਂ ਫਿਲਮਾਂ ਵੀ ਇਸ ਚੀਜ਼ ਤੇ ਬਣੀਆਂ, ਜਾਂ ਬੱਚਾ ਚੁੱਪ ਹੋ ਜਾਂਦਾ ਹੈ ਸਾਰੀ ਜ਼ਿੰਦਗੀ ਲਈ, ਕਿਸੇ ਵੀ ਫੀਲਡ ਦੇ ਵਿੱਚ ਗਰੋ ਨਹੀਂ ਕਰ ਪਾਉਂਦਾ। ਤੇ ADHD ਕਿਸੇ ਦੇ ਐਕਸ਼ਨ ਦਾ ਰਿਐਕਸ਼ਨ ਹੋ ਸਕਦਾ ਹੈ ਜਾਂ ਕੋਈ ਬਿਮਾਰੀ ਹੈ ਜਾਂ ਕੀ ਚੀਜ਼ ਹੈ? ਮਤਲਬ ਅਗਰ ADHD ਦੀ ਗੱਲ ਕੀਤੀ ਜਾਏ ਆ ਕਿੱਥੋਂ ਸਟਾਰਟ ਹੁੰਦਾ, ਤੇ ਆ ਸਟਾਰਟ ਹੁੰਦਾ ਵਾ ਸਟ੍ਰੈਸਫੁਲ ਪ੍ਰੈਗਨੈਂਸੀ, ਕਿ ਅਗਰ ਮਦਰ ਦੀ ਪ੍ਰੈਗਨੈਂਸੀ ਕਾਫੀ ਜ਼ਿਆਦਾ ਸਟ੍ਰੈਸਫੁਲ ਰਹੀ, ਯਾਨੀ ਜੇ ਔਰਤ ਪ੍ਰੈਗਨੈਂਸੀ ਸਟ੍ਰੈਸ ਲੈ ਰਹੀ ਤੇ ਉਹਦੇ ਆ, ਘਰ ਦਾ ਮਾਹੌਲ ਨਹੀਂ ਅੱਛਾ, ਉਹਦੇ ਹਸਬੰਡ ਦਾ ਰਵੱਈਆ ਨਹੀਂ ਅੱਛਾ, ਸੱਸ ਸੁਸਰ ਦਾ ਰਵੱਈਆ, ਫੂਡ ਨਹੀਂ ਅੱਛੀ, ਕੋਈ ਟੈਨਸ਼ਨ ਹੈ, ਤੇ ਉੱਥੋਂ ਵੀ ADHD ਆ। ਫਿਰ ਉਸ ਤੋਂ ਬਾਅਦ आता है प्रेगनेंसी तो अगला स्टेप कि बच्चा पैदा हो गया, फिर मदर ने कोई डिप्रेशन लिता वा, अच्छा, पोस्टमार्टम डिप्रेशन, उस तो अगर मदर ने उस कंडीशन स्ट्रेस लिता ना, फिर तो 90% चांसेस आ कि बच्चा ADHD चा। ओके। ਫਿਰ ਥਰਡ ਆ ਜਾਂਦਾ ਘਰ ਦਾ ਇਨਵਾਇਰਨਮੈਂਟ। ਪਹਿਲੇ ਜਦੋਂ ਸਾਡੀ ਸੀਗੀ ਜੁਆਇੰਟ ਫੈਮਿਲੀ ਸਿਸਟਮ ਸੀ, ਸਭ ਲੋਕ ਮਿਲ ਜੁਲ ਕੇ ਰਹਿੰਦੇ ਸੀ। ਹੁਣ ਫੈਮਿਲੀ ਸਿਸਟਮ ਐਸਾ ਨਹੀਂ ਆ, ਮਦਰ ਤੇ ਫਾਦਰ ਦੋਨੋਂ ਜੌਬ ਕਰਦੇ ਆ, ਤੇ ਬੱਚੇ 'ਚ ਕਮਿਊਨੀਕੇਸ਼ਨ ਗੈਪ ਵੀ ਆ ਜਾਂਦਾ ਵਾ, ਉਹਦੀ ਵਨ ਆਫ ਦੀ ਮੇਨ ਰੀਜ਼ਨ। ਫਿਰ ਦੂਸਰੀ ਆ ਵੀ ਵਜ੍ਹਾ ਆ ਜਾਂਦੀ ਆ ਕਿ ਬੱਚੇ ਦਾ ਮੋਬਾਈਲ ਸਕਰੀਨ ਟਾਈਮ ਬਹੁਤ ਜ਼ਿਆਦਾ ਵਾ, ਬੱਚਾ ਦਿਨ ਦੇ 18 ਤੋਂ 20 ਘੰਟੇ ਸਿਰਫ ਔਰ ਸਿਰਫ ਮੋਬਾਈਲ ਦੇਖਦਾ ਵਾ, ਉਹ ਵੀ ਇੱਕ ਵਨ ਆਫ ਦੀ ਮੇਨ ਰੀਜ਼ਨ। ਇਸੇ ਲਈ ਸਭ ਤੋਂ ਪਹਿਲੇ ਆਹੀ ਕਹੀਦਾ ਵਾ ਕਿ ਤੁਸੀਂ ਬੱਚੇ ਦਾ ਹੈ ਸਕਰੀਨ ਟਾਈਮ, ਮੋਬਾਈਲ ਫੋਨ ਘੱਟ ਤੋਂ ਘੱਟ ਕਰੋ। ਫਿਰ ਬੱਚੇ ਦਾ ਫੂਡ, ਬੱਚੇ ਨੂੰ ਆ ਜਿਹੜਾ ਕਾਫੀ ਜ਼ਿਆਦਾ ਬਾਹਰ ਦੇ ਖਾਣੇ ਖਿਲਾਏ ਜਾ ਰਹੇ ਆ, ਆ ਵੀ ਚੀਜ਼ਾਂ ਆ ਵੀ ਇੰਪੈਕਟ ਕਰਦੀਆਂ। ਓਕੇ। ਅੱਛਾ, ਫॉर ਐਗਜ਼ਾਮਪਲ ਕਿ ਇੱਕ ਬੱਚਾ ਵੈਸੇ ਹੀ ਫੋਕਸ ਨਹੀਂ ਕਰ ਪਾ ਰਿਹਾ ਤੇ ਕਲਾਸ 'ਚ ਵੀ ਅਟੈਂਸ਼ਨ ਨਹੀਂ ਦੇ ਪਾ ਰਿਹਾ, ਤੇ ਅਸੀਂ ਉਹਨੂੰ ਕਹਿ ਦਿੱਤਾ ਕਿ ਇਹ ADHD ਦਾ ਸ਼ਿਕਾਰ ਹੈ, ਲੇਕਿਨ ਫॉर ਐਗਜ਼ਾਮਪਲ ਉਹ ਨਹੀਂ ਹੈ, ਤੇ ਫਿਰ ਉਹ ਪੇਰੈਂਟਸ ਕਿਸ ਤਰ੍ਹਾਂ ਫਰਕ ਸਮਝਣਗੇ? ਅੱਛਾ, ਇੱਕ ਨਾ ਡਾਇਗਨੋਸ ਲੋਕੀ ਬਹੁਤ ਜਲਦੀ ਕਰ ਲੈਂਦੇ ਆ। ਅਬ ਜਿੰਨੇ ਵੀ ਸਰਕਾਰੀ ਹਸਪਤਾਲ ਆ ਕੁਛ ਵੀ ਹੈ ਨਾ, ਉਹਨਾਂ ਨੇ ਬਸ ਇੱਕ ਹੀ ਡਾਇਗਨੋਸਿਸ ਲਿਖਿਆ ਹੁੰਦਾ ਵਾ, ਇਹਨੂੰ ਆਹ ਵਾ, ਇਹਨੂੰ ਆਹ ਵਾ। ਮਤਲਬ ਮੈਂ ਵੀ ਉੱਥੇ ਇੰਟਰਨਸ਼ਿਪ ਕਰਦੀ ਸੀ, ਮੈਨੂੰ ਵੀ ਪਤਾ ਸੀ। ਕੋਈ ਆਵੇ ਨਾ ਮਰੀਜ਼, ਮੈਡਮ ਮੈਂ ਚਿਲਡਰਨ ਦੀਆਂ ਰਿਪੋਰਟਾਂ, ਇਹਦੀਆਂ ਰਿਪੋਰਟਾਂ, ਮੈਂ ਕਿਹਾ ਮੈਨੂੰ ਪਤਾ ਵਿੱਚ ਕੀ ਲਿਖਿਆ। ਤੁਸੀਂ ਪਹਿਲੇ ਹੀ ਪੜ੍ਹ ਲੈਂਦੇ? ਹਾਂ, ਮੈਂ ਕਿਹਾ ਅਸੀਂ ਉੱਥੇ ਆਏ ਆ। ਸਰਕਾਰੀ ਹਸਪਤਾਲਾਂ ਦਾ ਮਸਲਾ ਹੈ, ਪ੍ਰਾਈਵੇਟ ਵੀ। ਪ੍ਰਾਈਵੇਟ ਅਸੀਂ ਤਾਂ ਹੁਣ ਡਿਟੇਲ ਨਾਲ ਕਰਦੇ ਆ ਇੱਕ ਚੀਜ਼ ਦੀ ਕੇਅਰ, ਕਿ ਲੋਕੀ ਜਿਹੜੇ ਨਾ ਮਤਲਬ ਉਹ ਕਹਿੰਦੇ ਨਹੀਂ ਪਾਕਿਸਤਾਨ 'ਚ ਕੋਈ ਬਿਮਾਰ ਹੋਵੇ ਤੇ ਹਰ ਘਰ 'ਚ ਮਾਸ਼ਾਅੱਲਾ ਡਾਕਟਰ ਆ, ਕਿ ਇਹਨੂੰ ਆਹ ਮਸਲਾ, ਇਹਨੂੰ ਆਹ ਮਸਲਾ। ਜਦੋਂ ਦਾ ਸਾਡੇ ਕੋਲ ਗੂਗਲ ਆ ਗਿਆ, ਹਰ ਚੀਜ਼ ਚੈਟ GPT ਆ ਗਿਆ, ਸਾਨੂੰ ਸਾਰੀਆਂ ਬਿਮਾਰੀਆਂ ਹੈਗੀਆਂ, ਬਿਮਾਰੀਆਂ ਵਾ। ਇਸੇ ਲਈ ਉਹਨਾਂ ਨੂੰ ਆਹੀ ਕਹੀਦਾ ਵਾ ਕਿ ਤੁਸੀਂ ਬੱਚੇ ਨੂੰ ਖੁਦ ਡਾਇਗਨੋਸ ਨਹੀਂ ਕਰਨਾ, ਇਹਨੂੰ ਫਲਾਨੀ ਔਰਤ ਕਹਿੰਦੀ ਹੈ, ਇਹਦੀ ਆਂਟੀ ਕਹਿੰਦੀ ਇਹਨੂੰ ਆ, ਕੁਛ ਨਹੀਂ। ਅੱਛਾ, ਬੱਚੇ ਨੂੰ ਕੁਛ ਨਹੀਂ ਹੈ, ਸਭ ਤੋਂ ਪਹਿਲੇ ਡਾਇਗਨੋਸ ਤਾਂ ਕਰਨ ਦੋ ਉਹਨੂੰ ਹੈ ਕਿ ਅਗਰ ਬੱਚਾ ਅਟੈਂਸ਼ਨ ਨਹੀਂ ਦੇ ਰਿਹਾ, ਕੀ ਪਤਾ ਉਹਨੂੰ ਕੋਈ ਐਂਜ਼ਾਈਟੀ ਹੋਵੇ, ਕੋਈ ਸਟ੍ਰੈਸ ਦਾ ਇਸ਼ੂ ਹੋਵੇ, ਜਾਂ ਕੋਈ ਕੁਐਸਚਨ ਸਮਝ ਨਹੀਂ ਆ ਰਿਹਾ, ਜਾਂ ਕੋਈ ਸਟੱਡੀ ਦੀ ਪ੍ਰੋਬਲਮ ਹੋਵੇ, ਉਹਨੂੰ ਆ ਨਹੀਂ ਕਹਿ ਦੇਣਾ ਕਿ ਬਸ ਇਹਨੂੰ ਆ ਬਿਮਾਰੀ, ਇਹਨੂੰ ਆਹੀ ਡਾਇਗਨੋਸ ਕਰਨਾ ਹੈ, ਆ ਚੀਜ਼ ਨਹੀਂ ਆ। ਇਸੇ ਲਈ ਸਭ ਤੋਂ ਪਹਿਲੇ ਜਿਹੜੇ ਨੇ ਨਾ ਬੱਚੇ ਦੀ ਅਸੈਸਮੈਂਟ ਕਰੀਦੀ ਆ, ਕਿ ਬੱਚੇ ਨੂੰ ਹੈ ਕੀ ਆ। ਅਸੈਸਮੈਂਟ ਤੋਂ ਬਾਅਦ ਜੋ ਹੈ ਬੱਚੇ ਦਾ ਥੈਰੇਪੀ ਪਲਾਨ ਬਣਾਈਦਾ ਵਾ, IEP। ਆ ਹੁਣ ਜਿਹੜਾ ਥੈਰੇਪੀ ਪਲਾਨ ਹੈ ਨਾ, ਆ ਵੀ ਹਰ ਬੱਚੇ ਦਾ ਡਿਫਰੈਂਟ ਆ। ਇਸ ਤਰ੍ਹਾਂ ਨਹੀਂ ਹੈ ਕਿ ਜਿਸ ਤਰ੍ਹਾਂ ਸਭ ਨੂੰ ਬੁਖਾਰ ਹੋਇਆ ਤੇ ਹਰ ਕੋਈ ਪੈਨਾਡੋਲ ਲੈ ਲਵੇ, ਆ ਇਸ ਤਰ੍ਹਾਂ ਨਹੀਂ। ਇੱਕ ਬੱਚੇ ਦਾ ਪਲਾਨ ਦੂਸਰੇ ਤੇ ਨਹੀਂ ਕਰ ਸਕਦੇ, ਠੀਕ ਹੈ, ਕਿ ਬਿਲਕੁਲ ਡਿਫਰੈਂਟ ਹੁੰਦਾ। ਜਿਸ ਤਰ੍ਹਾਂ ਮੋਸਟਲੀ ਸਾਡੇ ਸਕੂਲਾਂ ਦਾ ਇਹ ਸਿਸਟਮ ਹੈ ਕਿ ਇੱਕ ਕਲਾਸ 25 ਬੱਚੇ ਬੈਠੇ ਨੇ, ਕੁਝ ਕਲਾਸ ਟੌਪਰ ਨੇ ਤੇ ਉਹਨਾਂ ਨੂੰ ਟੀਚਰ ਚੁੰਮ ਵੀ ਰਹੀ ਹੈ, ਪਿਆਰ ਵੀ ਕਰ ਰਹੀ ਹੈ, ਇੱਕ ਪ੍ਰਿੰਸੈਸ ਤੇ ਪ੍ਰਿੰਸ ਟ੍ਰੀਟਮੈਂਟ ਵੀ ਦੇ ਰਹੀ ਹੈ, ਬਟ ਜਿਹੜਾ ਵਿਚਾਰਾ ਥੋੜਾ ਆਈ ਥਿੰਕ ਹੋਮਵਰਕਸ ਨਹੀਂ ਕਰਦਾ ਜਾਂ ਸਲੋ ਹੈ, ਤੇ ਉਹਨੂੰ ਕਲਾਸ ਇੱਕ ਤੇ ਪਿੱਛੇ ਬਿਠਾ ਦਿੰਦੇ ਤੇ ਉਹਨੂੰ ਬਿਲਕੁਲ ਇਗਨੋਰ ਕਰ ਦਿੰਦੇ। ਮੇਰੀ ਆਪਣੀ ਲਾਈਫ ਦਾ ਇੱਕ ਵਾਕਿਆ ਹੈ, ਵੈਨ ਆਈ ਵਾਸ ਟੀਚਿੰਗ ਹੋਮ ਟਿਊਸ਼ਨਸ, ਤੇ ਇੱਕ ਮੇਰੇ ਕੋਲ ਮਦਰ ਆਈ, ਮੈਂ ਪਹਿਲੇ ਕਿਸੇ ਇੰਸਟੀਚਿਊਟ ਦੇ ਵਿੱਚ ਟਿਊਸ਼ਨ ਪੜ੍ਹਾਉਂਦੀ ਸੀ, ਤੇ ਉਸ ਬੱਚੇ ਦਾ ਇਸ਼ੂ ਐ ਸੀ ਕਿ ਇੱਕ ਤਾਂ ਬਹੁਤ ਛੋਟਾ ਸੀ, ਤੇ ਉਹਨੂੰ ਪਤਾ ਨਹੀਂ ਮੈਨੂੰ ਲੱਗਦਾ ਆਖਰੀ ਨੰਬਰ ਦੀ ਐਨਕ ਲੱਗ ਗਈ ਸੀ, ਉਹਦੀ ਅੱਖਾਂ 'ਚੋਂ ਹਰ ਵੇਲੇ ਇੱਕ ਯੈਲੋਇਸ਼ ਵਾਟਰ ਰਿਲੀਜ਼ ਹੁੰਦਾ ਸੀ, ਤੇ ਅੱਛਾ ਬਹੁਤ ਹੀ ਕਨਫਿਊਜ਼ਡ, ਡਰਿਆ ਹੋਇਆ, ਸਹਿਮਿਆ ਹੋਇਆ ਬੱਚਾ ਸੀ ਉਹ। ਤੇ ਅੱਜ ਮਾਸ਼ਾਅੱਲਾ ਉਹ ਵੱਡਾ ਹੋ ਗਿਆ ਤੇ ਮੈਨੂੰ ਅਕਸਰ ਮੈਸੇਜ ਕਰਦਾ ਹੁੰਦਾ, ਮੈਨੂੰ ਬੜੀ ਖੁਸ਼ੀ ਹੁੰਦੀ ਆ। ਅੱਛਾ, ਕੀ ਹੋਇਆ ਕਿ ਉਹ ਜਦੋਂ ਮੈਂ ਉਹਨੂੰ ਪੜ੍ਹਾਉਣਾ ਸ਼ੁਰੂ ਕੀਤਾ ਉਸੇ ਅਕੈਡਮੀ ਦੇ ਵਿੱਚ, ਉਹ ਬੱਚਾ ਨਾ ਚੱਲਣਾ ਸ਼ੁਰੂ ਹੋ ਗਿਆ। ਉਹ ਛੋਟਾ ਜਿਹਾ ਬੱਚਾ ਸੀ, ਉਹਦੇ ਨਾਲ ਉਸ ਅਕੈਡਮੀ ਦੇ ਪ੍ਰਿੰਸੀਪਲ ਦਾ ਜਾਂ ਟੀਚਰ ਦਾ ਅਜੀਬੋ-ਗਰੀਬ ਬਿਹੇਵੀਅਰ, ਪਿੱਛੇ ਬਿਠਾ ਦੇਣਾ, ਇੱਕ ਹੀ ਚੀਜ਼ ਦੇ ਕੇ ਲਿਖੀ ਜਾ। ਅੱਛਾ, ਬਾਏ ਚਾਂਸ ਅੱਲਾ ਦਾ ਕੋਈ ਕਰਮ ਹੋਇਆ ਕਿ ਮੇਰੇ ਨਾਲ ਉਹ ਬੱਚਾ ਨਾ ਜ਼ਰਾ ਚੱਲ ਪਿਆ। ਮੈਂ ਜਦੋਂ ਉਹ ਟਿਊਸ਼ਨ ਸੈਂਟਰ ਛੱਡਿਆ ਤੇ ਆਈ ਵਾਸ ਲਿਵਿੰਗ ਇਨ ਅ ਫਲੈਟ, ਤੇ ਉਹਦੀ ਅੰਮੀ ਆਈ, ਅਸੀਂ ਉਸੇ ਮੁਹੱਲੇ 'ਚ ਰਹਿੰਦੇ ਸੀ, ਉਹਨੇ ਕਿਹਾ ਕਿ ਉਕਾਸ਼ਾ ਬੇਟਾ ਮੈਂ ਨਾ ਬਹੁਤ ਡਿਪਰੈਸ ਸੀ, ਮੈਂ ਸਾਰੀਆਂ ਉਮੀਦਾਂ ਖਤਮ ਕਰਤੀਆਂ ਸੀ, ਕਿਉਂਕਿ ਮਤਲਬ ਇਹਦੇ ਫਾਦਰ ਨੇ ਵੀ ਆਲਮੋਸਟ ਇਹਨੂੰ ਇਗਨੋਰ ਹੀ ਕਰਤਾ, ਫਿਰ ਕਲਾਸਿਸ ਟੀਚਰਸ ਨੇ ਵੀ ਕਿਹਾ ਕਿ ਨਹੀਂ ਕਰ ਪਾਏਗਾ ਨਾ, ਲੇਕਿਨ ਮੈਂ ਮਾਂ, ਮੈਂ ਨਹੀਂ ਇਹ ਚੀਜ਼ ਐਕਸੈਪਟ ਕਰ ਸਕਦੀ, ਤੇ ਆਈ ਫੈਲਟ ਕਿ ਤੇਰੇ ਨਾਲ ਚੱਲ ਪਿਆ, ਤੇ ਤੂੰ ਜਿੰਨੇ ਪੈਸੇ ਕਹੇਂਗੀ ਮੈਂ ਤੈਨੂੰ ਦਵਾਂਗੀ, ਤੇ ਤੂੰ ਇਹਨੂੰ ਬਸ ਪੜ੍ਹਾ। ਅੱਛਾ, ਖੈਰ ਮੈਂ ਕਿਹਾ ਚਲੋ ਯਾਰ, ਮਤਲਬ ਲਾਈਕ ਮੈਂ ਕਿਹਾ ਠੀਕ ਹੈ ਭੇਜ ਦੋ, ਭੇਜਿਆ। ਮੈਂ ਬੜੇ ਉਹਦੇ ਨਾਲ ਟ੍ਰੀਟਮੈਂਟ ਕੀਤਾ, ਨੋ ਡਾਊਟ ਸ਼ੁਰੂ 'ਚ ਮੈਂ ਵੀ ਥੋੜੀ ਜ਼ਿੱਦੀ ਚਿੜਚਿੜੀ ਹੋ ਗਈ ਕਿ ਯਾਰ ਚੱਲ ਹੀ ਨਹੀਂ ਰਿਹਾ, ਬਟ ਆਹਿਸਤਾ ਆਈ ਫੈਲਟ ਕਿ ਯਾਰ ਪਿਆਰ ਮੁਹੱਬਤ ਨਾਲ
ਉਹ ਬੱਚਾ ਇੰਨਾ ਫਾਸਟ ਹੋ ਗਿਆ, ਉਹਦੇ ਨੰਬਰਸ ਫੁੱਲ ਆਉਣਾ ਸ਼ੁਰੂ ਹੋ ਗਏ, ਉਹਦੇ ਚਿਹਰੇ ਤੇ ਇੱਕ ਪਰਮਾਨੈਂਟ ਸਮਾਈਲ, ਇੱਕ ਕੌਨਫੀਡੈਂਸ ਫੀਲ ਹੋਇਆ ਮੈਨੂੰ। ਤੇ ਉਹਦੀ ਮਾਂ ਲਾਈਕ ਅੱਜ ਵੀ ਮੈਨੂੰ ਨਾ ਇੰਨੀਆਂ ਦੁਆਵਾਂ ਦਿੰਦੀ ਹੈ ਕਿ ਜੇ ਤੂੰ ਇਹਨੂੰ ਨਾ ਟਰੀਟ ਕਰਦੀ, ਹਾਲਾਂਕਿ ਮੈਂ ਕੋਈ ਡਾਕਟਰ ਨਹੀਂ ਆ, ਬਟ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਨੂੰ ਅਸੀਂ ਇਗਨੋਰ ਕਰਦੇ ਆ ਨਾ, ਤੇ ਉਹ ਬੱਚਿਆਂ ਨੂੰ ਡੈਡ ਕਰ ਦਿੰਦਾ। ਬਿਲਕੁਲ ਬਿਲਕੁਲ। ਹੁਣ ਮਾਵਾਂ ਕਹਿੰਦੀਆਂ ਵਾ ਬੱਚਾ ਸਾਰਾ ਦਿਨ ਸਹੀ ਆ, ਲੇਕਿਨ ਜਦੋਂ ਵੀ ਘਰੋਂ ਕੋਈ ਪਰੋਣੇ ਆਣਾ, ਕਿਸੇ ਨੇ ਆਣਾ, ਇਹਦਾ ਕਲੇਸ਼ ਸ਼ੁਰੂ ਹੋ ਜਾਂਦਾ। ਉਹਨਾਂ ਨੂੰ ਆਹੀ ਕਹਿੰਦਾ ਕਿ ਬੱਚੇ ਅਗਰ ਮਤਲਬ ਇਦਾਂ ਜ਼ਿੱਦ ਕਰ ਰਹੇ ਆ ਤੇ ਇਹਦਾ ਮਤਲਬ ਉਹ ਤੁਹਾਡਾ ਟਾਈਮ ਮੰਗ ਰਿਹਾ, ਤੁਸੀਂ ਉਹਨਾਂ ਨੂੰ ਟਾਈਮ ਦਿਓ। ਤੁਸੀਂ ਹੁਣ ਘਰ ਆਏ ਆ, ਫੋਨ ਯੂਜ਼ ਕਰਨ ਲੱਗ ਗਏ ਆ, ਮਹਿਮਾਨ ਆ ਗਏ, ਬੱਚੇ ਨੇ ਤਾਂ ਜ਼ਿੱਦ ਕਰਨਾ, ਬੱਚੇ ਦਾ ਟਾਈਮ ਕਿੱਥੇ ਗਿਆ? ਬਿਲਕੁਲ ਬੱਚੇ ਨੇ ਤਾਂ ਫਿਰ ਆਹੀ ਕਰਨਾ, ਰਿਐਕਸ਼ਨ ਕਰਨਾ। ਬੱਚੇ ਜਿਹੜੇ ਤੁਹਾਡਾ ਟਾਈਮ ਮੰਗਦੇ ਆ। ਬਿਲਕੁਲ। ਅੱਛਾ, ਇੱਕ ਹੋਰ ਮਸਲਾ ਹੈ ਮੇਰਾ ਵੀ, ਇਹ ਕਿ ਲੋਕ ਕਹਿਣਗੇ ਹਰ ਮਸਲਾ ਆਕਾਸ਼ਾ ਦੇ ਨਾਲ ਹੋਇਆ। ਮੈਂ ਆਪਣੇ ਖਾਨਦਾਨ ਦੀ ਪਹਿਲੀ ਕੁੜੀ ਹਾਂ। ਮੈਨੂੰ ਮੇਰੇ ਅੰਮੀ ਅੱਬੂ ਦੱਸਦੇ ਕਿ ਮੈਂ ਤਕਰੀਬਨ 2-2.5 ਸਾਲ ਬਾਅਦ ਜਾ ਕੇ ਬੋਲਣਾ ਸ਼ੁਰੂ ਕੀਤਾ। ਮੈਂ ਗੂੰਗਿਆਂ ਤਰ੍ਹਾਂ ਰਹਿੰਦੀ ਸੀ ਨਾ, ਤੇ ਲਾਈਕ ਮੇਰੇ ਦਾਦਾ ਅੱਬੂ ਕਹਿੰਦੇ ਸੀ ਆਏ ਹਾਏ ਲੁੱਟੇ ਗਏ ਬਈ, ਏਡੀ ਸੋਹਣੀ ਕੁੜੀ ਤੇ ਗੂੰਗੀ। ਤੇ ਜਿਹੜੇ ਬੱਚੇ ਨਹੀਂ ਬੋਲਦੇ ਤੇ ਮਾਂ ਪਿਓ ਬੜੇ ਪਰੇਸ਼ਾਨ ਹੁੰਦੇ ਕਿ ਪਤਾ ਨਹੀਂ ਸਾਰੀ ਜ਼ਿੰਦਗੀ ਨਹੀਂ ਵਿਚਾਰਾ ਬੋਲੇਗਾ। ਤੇ ਕਿਹੜੀ ਏਜ ਤੱਕ ਵੇਟ ਕਰਨਾ ਚਾਹੀਦਾ ਤੇ ਕਿਹੜੀ ਏਜ ਤੋਂ ਬਾਅਦ ਆਈ ਥਿੰਕ ਪੇਰੈਂਟਸ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਕਿ ਇਹ ਨਹੀਂ ਬੋਲ ਰਿਹਾ, ਹੁਣ ਕੀ ਕਰੀਏ? ਅੱਛਾ, ਜਿਹੜੇ ਵਾਲਿਦੈਨ ਤਾਂ ਪਰੇਸ਼ਾਨ ਹੁੰਦੇ, ਜਿਹੜੀ ਉਤਲੀ ਕੌਮ ਪਰੇਸ਼ਾਨ ਕਰਦੀ, ਉਹ ਜ਼ਿਆਦਾ ਲੋਕ ਕੀ ਕਹਿਣਗੇ, ਇਹ ਤੇ ਮਸਲਾ ਹੈ ਨਾ, ਹਰ ਏਜ ਇਹ ਮਸਲਾ ਹੈ। ਰਿਸ਼ਤੇਦਾਰ ਆ ਜਾਣਗੇ, ਹਾਏ ਹਾਏ ਵੀ ਬੋਲਦਾ ਹੀ ਨਹੀਂ, ਹੁਣ ਕੀ ਕਹੇ? ਇਹਦਾ ਵਿਆਹ, ਮੈਂ 3 ਸਾਲ ਦਾ 4 ਸਾਲ ਦਾ ਬੱਚਾ ਵਿਆਹ ਤੱਕ ਪਹੁੰਚ ਜਾਣਗੇ, ਅਗਲੇ ਦੀ ਜ਼ਿੰਦਗੀ ਖਰਾਬ ਹੈ। ਤੇ ਬੋਲੇ ਬੇਟੀ ਆ, ਇਹਦਾ ਕੀ ਬਣੂਗਾ? ਮੁੰਡਾ ਹੁੰਦਾ ਫਿਰ ਵੀ ਚੱਲ ਪੈਂਦਾ। ਇਦਾਂ ਦੀਆਂ ਗੱਲਾਂ ਪਈ। ਸਭ ਤੋਂ ਪਹਿਲੇ ਤਾਂ ਤੁਸੀਂ ਆਹ ਦੇਖਣਾ, ਜੇ ਤੁਹਾਡਾ ਬੱਚੇ ਦੀ ਉਮਰ ਜੋ ਹੈ 2 ਸਾਲ ਆ ਤੇ ਇੱਕ ਵਰਡ ਵੀ ਨਹੀਂ ਬੋਲਦਾ, ਤੇ ਉਹਦਾ ਇੰਤਜ਼ਾਰ ਨਾ ਕਰੋ ਕਿ 3 ਸਾਲ ਦਾ ਬੋਲ ਲੂ, 4 ਸਾਲ ਦਾ ਬੋਲ ਲੂ, ਇਹਦਾ ਚਾਚੂ ਲੇਟ ਬੋਲਿਆ ਸੀ, ਇਹਦੇ ਫੁੱਫੋ ਲੇਟ ਬੋਲੀ ਸੀ, ਆ ਵੀ ਲੇਟ ਬੋਲੂ। ਨਹੀਂ, ਅੱਜ ਕੱਲ ਉਹ ਟਾਈਮ ਨਹੀਂ ਹੈ। ਅਗਰ ਬੱਚਾ 2 ਸਾਲ ਦਾ ਵਾ ਤੇ ਇੱਕ ਵਰਡ ਵੀ ਨਹੀਂ ਬੋਲਦਾ, ਤੇ ਉਹਦੀਆਂ ਥੈਰੇਪੀਆਂ ਸਟਾਰਟ ਕਰਵਾਓ। ਉਹਨੂੰ ਇੱਕ ਦਫਾ ਵਿਜ਼ਿਟ ਤਾਂ ਕਰੋ ਕਿ ਕੀ ਮਸਲਾ ਵਾ। ਸ਼ਾਇਦ ਉਹਨੂੰ ਕੋਈ ਮਸਲਾ ਵੈਸੇ ਡੈਫੀਸ਼ੀਐਂਸੀ ਦਾ ਹੋਵੇ, ਕੋਈ ਉਹਦੀ ਵੀਕਨੈਸ ਹੋਵੇ, ਕੋਈ ਡਾਈਟ ਪ੍ਰੋਪਰ ਨਹੀਂ ਹੈ, ਜਾਂ ਕੋਈ ਮਸਲਸ ਵੀਕਨੈਸ ਹੋਵੇ। ਜ਼ਰੂਰੀ ਤਾਂ ਨਹੀਂ ਉਹਨੂੰ ਕੋਈ ਹੋਰ ਹੀ ਮਸਲਾ ਹੋਵੇ, ਔਟਿਜ਼ਮ ਦਾ ਹੋਵੇ ਜਾਂ ਡਿਲੇ ਸਪੀਚ ਦਾ, ਕੁਛ ਵੀ ਹੈ। ਲੇਕਿਨ ਕਮ ਅਜ਼ ਕਮ ਇੱਕ ਦਫਾ ਤੁਸੀਂ ਲੈ ਕੇ ਤਾਂ ਆਓ। ਤੁਸੀਂ ਆਵਾਮ ਦੀਆਂ ਬਾਕੀ ਇਰਦ ਗਿਰਦ ਦੀਆਂ ਗੱਲਾਂ ਸੁਣ ਰਹੇ ਹੋ, ਲੇਕਿਨ ਡਾਕਟਰ ਕੋ ਵਿਜ਼ਿਟ ਨਹੀਂ ਕਰ ਰਹੇ। ਆਹ ਸਭ ਤੋਂ ਗਲਤ ਗੱਲ ਆ। ਫਿਰ ਜਦੋਂ ਪਾਣੀ ਸਰ ਤੋਂ ਟੱਪ ਜਾਂਦਾ, 5 ਸਾਲ ਦਾ ਹੋ ਜਾਂਦਾ, ਫਿਰ ਮੁਸ਼ਕਲ ਹੋ ਜਾਂਦੀ। ਕੋਈ ਐਸਾ ਕੇਸ ਹੈ ਜਿਹੜਾ ਵਾਕਈ 5 ਸਾਲ ਦਾ ਬੱਚਾ ਇਸ ਤੇ ਬੋਲਦਾ ਹੀ ਨਹੀਂ ਸੀ? ਬਹੁਤ ਸੇ। ਕੱਲ ਵੀ ਇੱਕ ਪੇਸ਼ੈਂਟ ਆਈ, ਉਹਦੀ ਵੀ ਜੇ ਕਹਾਣੀ ਸੀ, 5.5 ਸਾਲ ਦੀ ਸੀ। ਇੱਕ ਮਤਲਬ ਵਰਡ ਨਹੀਂ ਬੋਲਦੀ। ਮੈਂ ਕਿਹਾ ਤੁਸੀਂ ਇੰਤਜ਼ਾਰ ਕਿਉਂ ਕੀਤਾ? ਕਹਿੰਦੀ ਇੰਤਜ਼ਾਰ ਕਰਦੇ ਸੀ ਸ਼ਾਇਦ 3 ਸਾਲ ਦੀ ਬੋਲਵੇ, ਫਿਰ 4 ਦੀ ਬੋਲਵੇ। ਫਿਰ ਇਹਦੀ ਦਾਦੀ ਨੇ ਕਿਹਾ ਇਹਦਾ ਚਾਚੂ 5 ਸਾਲ ਦਾ ਬੋਲਿਆ ਸੀ, ਨਹੀਂ ਬੋਲਣ ਲੱਗ ਜਾਣਾ। ਤੇ ਅੱਜ ਉਹ ਲੜਕੀ ਜਿਹੜੀ 5.5 ਸਾਲ ਦੀ ਤੇ ਇੱਕ ਵਰਡ ਨਹੀਂ ਬੋਲਦੀ। ਤੇ ਹੁਣ ਕੀ ਪੋਸਿਬਿਲਿਟੀ ਹੈ? ਥੈਰੇਪੀ ਹੋਊਗੀ, ਲੇਕਿਨ ਜ਼ਿਆਦਾ ਲੌਂਗ ਟਾਈਮ ਲੰਬਾ ਲੱਗੇਗਾ। ਜਿੰਨਾ ਬੱਚਾ ਛੋਟਾ ਹੋਊਗਾ ਨਾ, ਉਨੀ ਲਰਨਿੰਗ ਜ਼ਿਆਦਾ ਪਿਕ ਕਰੇਗਾ। ਜ਼ਿਆਦਾ ਬੱਚੇ ਦੀ ਏਜ ਜ਼ਿਆਦਾ ਹੋ ਜਾਵੇ, ਫਿਰ ਥੈਰੇਪੀ ਮੁਸ਼ਕਿਲ ਹੋ ਜਾਂਦੀ ਹੈ। ਫਿਰ ਟਾਈਮ ਜ਼ਿਆਦਾ ਲੱਗਦਾ, ਬੱਚੇ ਦਾ ਮਾਈਂਡ ਮੈਚੁਰ ਹੋ ਜਾਂਦਾ ਵਾ। ਇਸ ਲਈ ਆਹੀ ਕਹੀਦਾ ਕਿ ਬੱਚੇ ਦੀ ਅਗਰ ਏਜ 2 ਸਾਲ ਹੈ, ਇੱਕ ਆਈਡੀਅਲ ਟਾਈਮ ਆ, ਤੁਸੀਂ ਉਹਦੀ ਥੈਰੇਪੀਆਂ ਸਟਾਰਟ ਕਰਵਾਓ। ਤੁਸੀਂ ਹੁਣ ਇੱਕ ਵਰਡ ਯੂਜ਼ ਕੀਤਾ, ਔਟਿਜ਼ਮ। ਬਹੁਤ ਸਾਰੇ ਬੱਚੇ ਇਸ ਦਾ ਸ਼ਿਕਾਰ ਹੁੰਦੇ, ਤੇ ਉਹਨਾਂ ਪੇਰੈਂਟਸ ਤੇ ਵੀ ਆਫ ਕੋਰਸ ਇੱਕ ਪੇਰੈਂਟਸ ਵਾਸਤੇ ਤਕਲੀਫ ਹੋ ਜਾਂਦੀ ਹੈ। ਬਟ ਐਸੇ ਮੈਂ ਪੇਰੈਂਟਸ ਵੇਖੇ ਜਿਹੜੇ ਲਾਈਕ ਬਹੁਤ ਹੀ ਜ਼ਿੰਮੇਦਾਰੀ ਨਾਲ, ਬਹੁਤ ਹੀ ਮੁਹੱਬਤ ਨਾਲ ਆਪਣੇ ਬੱਚਿਆਂ ਨੂੰ ਟਰੀਟ ਕਰਦੇ ਨੇ। ਤੇ ਔਟਿਜ਼ਮ ਦਾ ਕਿੰਜ ਪਤਾ ਚੱਲੇਗਾ ਕਿ ਇਹ ਬੱਚਾ ਸਾਡਾ ਔਟਿਜ਼ਮ ਦਾ ਸ਼ਿਕਾਰ ਹੈ? ਤੇ ਫਿਰ ਮਾਂ ਪਿਓ ਨਾ ਜ਼ਰਾ ਉਹਦੇ ਵਿੱਚ ਪ੍ਰੈਸ਼ਰ ਦੇ ਵਿੱਚ ਆ ਜਾਂਦੇ ਨੇ ਕਿ ਲੋਕ ਕੀ ਕਹਿਣਗੇ ਜੇ ਅਸੀਂ ਐਕਸਪੋਜ਼ ਕਰ ਦਿੱਤਾ। ਤੇ ਐਸੀ ਸੂਰਤ ਹਾਲ ਨੂੰ ਸਭ ਤੋਂ ਪਹਿਲੇ ਤੇ ਅਸੀਂ ਜੱਜ ਕਿੰਜ ਕਰਨਾ ਹੈ ਕਿ ਕਿਤੇ ਤੁਹਾਡਾ ਬੱਚਾ ਔਟਿਜ਼ਮ ਦਾ ਸ਼ਿਕਾਰ ਤੇ ਨਹੀਂ, ਕਿਹੜੀ ਏਜ ਤੋਂ ਅਸੀਂ ਜੱਜ ਕਰਨਾ ਹੈ, ਫਿਰ ਟ੍ਰੀਟਮੈਂਟ ਕੀ ਹੈ? ਅੱਛਾ, ਲੋਕ ਕੀ ਕਹਿਣਗੇ ਐਕਸਪੋਜ਼ ਕਰਨਾ। ਇੱਥੋਂ ਮੈਨੂੰ ਇੱਕ ਵਾਕਿਆ ਯਾਦ ਆਇਆ। ਇੱਕ ਬੈਰੀਆ 'ਚ ਜਾਂਦੀ ਹੁੰਦੀ ਸੀ ਹੋਮ ਸੈਸ਼ਨ ਉਹਨਾਂ ਦਾ ਲੈਣ। ਉਹ ਬੱਚਾ ਸੀ, ਲੇਕਿਨ ਉਹਦਾ ਮਤਲਬ ਮਾਈਲਡ ਲੈਵਲ ਦਾ ਹੀ ਔਟਿਜ਼ਮ ਸੀ। ਤੇ ਉਹਨਾਂ ਨੂੰ ਕਾਫੀ ਵਾਰੀ ਕਿਹਾ ਤੁਸੀਂ ਇਹਨਾਂ ਨੂੰ ਕਲੀਨਿਕ ਲੈ ਆਓ, ਬੱਚੇ ਨੂੰ ਹੋਮ ਸੈਸ਼ਨ ਕਰਾ ਰਹੇ ਹੋ। ਕਹਿੰਦੇ ਜੇ ਅਸੀਂ ਇਹਨੂੰ ਕਲੀਨਿਕ ਲੈ ਕੇ ਜਾਓ, ਸਾਡੇ ਇਰਦ ਗਿਰਦ ਵਾਲੇ ਲੋਕ ਪੁੱਛੂਗੇ ਕਿ ਬੱਚੇ ਨੂੰ ਕੀ ਆ, ਹੈ ਬੱਚੇ ਨੂੰ ਕਲੀਨਿਕ ਕਿਉਂ ਲੈ ਕੇ ਜਾ ਰਹੇ ਹੋ? ਤੇ ਬੱਚੇ ਨੂੰ ਜੇ ਔਟਿਜ਼ਮ ਨਿਕਲ ਗਿਆ ਉਹਨਾਂ ਨੇ ਤਾਂ ਬੱਚੇ ਨੂੰ ਪਾਗਲ ਕਹਿ ਦੇਣਾ। ਬੱਚਾ ਪਾਗਲ ਤਾਂ ਨਹੀਂ, ਉਹਨੂੰ ਸਿਰਫ ਇੱਕ ਰਵੱਈਏ ਦੀ ਬਿਮਾਰੀ ਹੈ। ਅਸੀਂ ਮਦਰ ਨੂੰ ਆਹੀ ਕਹੀਦਾ ਵਾ ਕਿ ਤੁਸੀਂ ਇੱਕ ਹਿੰਮਤ ਕਰੋ, ਕੋਸ਼ਿਸ਼ ਕਰ ਰਹੇ ਆ, ਬਸ ਬੱਚੇ ਦਾ ਥੋੜਾ ਲਾਈਫ ਸਟਾਈਲ ਚੇਂਜ ਕਰੋਗੇ, ਬੱਚਾ ਠੀਕ ਹੋ ਜਾਊਗਾ। ਅਗਰ ਬੱਚਾ ਔਟਿਜ਼ਮ ਚ ਸਭ ਤੋਂ ਫਸਟ ਸਿੰਪਟਮਸ ਆਹੀ ਆ, ਉਹਦੀ ਕਮਿਊਨੀਕੇਸ਼ਨ ਸਕਿੱਲਸ ਜ਼ੀਰੋ ਹੋਗੀ, ਸੋਸ਼ਲ ਨਹੀਂ ਹੋਊਗਾ, ਸੋਸ਼ਲ ਨਹੀਂ ਹੁੰਦਾ, ਸਿਰਫ ਨਾ ਆਪਣੇ ਪੇਅਰ ਗਰੁੱਪ ਨਾਲ ਬਿਲਕੁਲ ਨਹੀਂ, ਆਪਣੀ ਮਦਰ ਨਾਲ ਅਟੈਚ ਰਹੂਗਾ, ਜਾਂ ਕੋਈ ਘਰ 'ਚ ਕੋਈ ਹੋਰ ਮਤਲਬ ਕੇਅਰ ਟੇਕਰ ਵਗੈਰਾ ਸਿਰਫ ਉਹਨਾਂ ਨੂੰ। ਲੇਕਿਨ ਇਹਨਾਂ ਬੱਚਿਆਂ ਦੀ ਅਗਰ ਥੈਰੇਪੀ ਜਾਂ ਸੈਸ਼ਨ ਹੋਣਾ ਤਾਂ ਬੱਚੇ ਵਿਦ ਦੀ ਪੈਸੇਜ ਆਫ ਟਾਈਮ ਠੀਕ ਹੋ ਜਾਓਗੇ। ਟਰਾਮਾ ਲਵਸ ਹੁੰਦੇ ਆ ਅਸੀਂ।
ਹੁਣ ਕਈ ਲੋਕ ਤੇ ਕਹਿ ਦਿੰਦੇ ਬਈ ਇਹਨੂੰ ਟਰਾਮਾ ਹੈ, ਇਹਨੂੰ ਬ੍ਰੇਕਅਪ ਦਾ ਟਰਾਮਾ ਹੈ, ਇਹਨੂੰ ਬਚਪਨ ਦਾ ਕੋਈ ਟਰਾਮਾ ਹੈ। ਤੇ ਮੈਨੂੰ ਇਹ ਦੱਸੋ ਟਰਾਮਾ ਤੇ ਡਰਾਮੇ ਦੇ ਵਿੱਚ ਫਰਕ ਕੀ ਹੈ? ਕਈ ਲੋਕ ਐਵੇਂ ਕਹਿ ਰਹਿੰਦੇ ਕਿ ਯਾਰ ਮੈਨੂੰ ਟਰਾਮਾ ਹੈ, ਮੈਂ ਟਰਾਮਾ ਦੇ ਵਿੱਚ ਹਾਂ, ਫਲਾਣਾ ਹੈ, ਤੇ ਕਈ ਵਾਕਈ ਸ਼ਿਕਾਰ ਹੁੰਦੇ ਨੇ। ਤੇ ਇੱਕ ਬਚਪਨ 'ਚ ਜਿਹੜੇ ਸਮ ਟਾਈਮ ਕੋਈ ਐਸੇ ਵਾਕਿਆਤ ਹੋ ਜਾਂਦੇ ਜਾਂ ਕੋਈ ਕਿਸੇ ਤੁਹਾਡੇ ਮਾਂ ਪਿਓ ਦਾ ਕੋਈ ਐਸਾ ਸਖਤ ਟ੍ਰੀਟਮੈਂਟ ਹੋ ਜਾਂਦਾ ਜਾਂ ਰਿਸ਼ਤੇਦਾਰਾਂ ਦਾ, ਸੋਸ਼ਲ ਕੋਈ ਸੁਸਾਇਟੀ ਦੇ ਬੰਦੇ ਦਾ ਜਾਂ ਬੰਦੀ ਦਾ, ਤੇ ਉਸ ਟਰਾਮੇ 'ਚੋਂ ਅਸੀਂ ਕਿੰਜ ਨਿਕਲ ਸਕਦੇ ਹਾਂ? ਕਈ ਸਾਰੀ ਜ਼ਿੰਦਗੀ ਵਾਸਤੇ ਉਸ ਟਰਾਮੇ ਦੇ ਵਿੱਚ ਖਤਮ ਹੋ ਜਾਂਦੇ ਚਲੇ ਜਾਂਦੇ ਆ। ਅੱਛਾ, ਟਰਾਮਾ ਜਿਹੜਾ ਨਾ ਬਚਪਨ ਦਾ ਉਹ ਕਾਫੀ ਜ਼ਿਆਦਾ ਕਾਮਨ ਆ। ਕੇਸਿਸ 'ਚ ਵੀ ਦੇਖੀ ਜਾਵਾ ਅਕਸਰ ਡੋਮੈਸਟਿਕ ਇਸ਼ੂਜ਼ ਬਹੁਤ ਜ਼ਿਆਦਾ ਵਾ, ਜਿੱਦਾਂ ਕਿ ਯਾਨੀ ਕਿ ਮਦਰ ਫਾਦਰ ਆਪਸ ਵਿੱਚ ਝਗੜੇ ਆ, ਓਕੇ ਕੈਮਿਸਟਰੀ ਉਹਨਾਂ ਦੀ, ਓਕੇ ਸੈਪਰੇਸ਼ਨ ਹੋ ਗਈ ਆ, ਮਦਰ ਦੀ ਹੋ ਗਈ ਆ ਜਾਂ ਫਾਦਰ ਦੀ ਹੋ ਗਈ ਆ, ਬੱਚਿਆਂ ਤੇ ਫਰਕ ਪੈਂਦਾ, ਬਹੁਤ ਜ਼ਿਆਦਾ ਫਰਕ ਪੈ ਰਿਹਾ ਵਾ। ਮਦਰ ਜਿਹੜੀ ਆ ਹਮੇਸ਼ਾ ਆਪਣੇ ਉਹਨਾਂ ਲੜ ਰਹੀ ਆ ਹਸਬੈਂਡ ਨਾਲ, ਜਾਂ ਹਸਬੈਂਡ ਜਿਹੜਾ ਵਾ ਆਪਣੀ ਮਦਰ ਉਹਨਾਂ ਵਾਈਫ ਨਾਲ ਲੜ ਰਿਹਾ, ਤੇ ਬੱਚੇ ਜਿਹੜੇ ਆ ਚੀਜ਼ ਨੋਟ ਕਰ ਰਿਹਾ। ਹੁਣ ਇੱਕ ਪੇਸ਼ੈਂਟ ਆਈ ਆ, ਉਹ ਦੱਸ ਰਹੀ ਆ ਕਿ ਮੇਰੀ ਤੇ ਮੇਰੇ ਬੰਦੇ 'ਚ ਹਰ ਟਾਈਮ ਲੜਾਈ ਹੋਈ ਰਹਿੰਦੀ ਆ, ਤੇ ਬੱਚੇ ਆ ਸਾਰੀ ਚੀਜ਼ਾਂ ਆਬਜ਼ਰਵ ਕਰ ਰਹੇ ਆ। ਹੁਣ ਉਹ ਬੱਚੀ ਜਿਹੜੀ ਸੀ 6th ਕਲਾਸ 'ਚ ਸੀ, ਉਹ ਸੈਸ਼ਨ ਲੈਣ ਵਾਸਤੇ ਆਈ ਤੇ ਆਪਣੀ ਮਦਰ ਨਾਲ ਲੜ ਰਹੀ ਹੈ। ਕਹਿੰਦੀ ਇਹਨੂੰ ਸਮਝਾਓ, ਇਹਦੀ ਕੱਲ ਨੂੰ ਸ਼ਾਦੀ ਹੋਣੀ ਹੈ। ਕਹਿੰਦੀ ਸ਼ਾਦੀ? ਕਹਿੰਦੀ ਮੈਂ ਤਾਂ ਨਹੀਂ ਕਰਾਣੀ, ਮੈਂ ਤਾਂ ਜਦੋਂ 25 ਸਾਲ ਦੀ ਹੋਣਾ ਮੈਂ ਤਾਂ ਖੁਦਕੁਸ਼ੀ ਕਰ ਲੈਣੀ। ਕਿ ਬੱਚੀ ਇਸ ਕਦਰ ਟਰੋਮੇ 'ਚ ਗਈ ਆ। ਕਹਿੰਦੀ ਤੁਸੀਂ ਸ਼ਾਦੀ ਕਰਾ ਕੇ ਕੀ ਕੀਤਾ? ਹਰ ਟਾਈਮ ਤਾਂ ਤੁਹਾਡੀ ਲੜਾਈ ਆ। ਕਿ ਬੱਚੀ ਦਾ ਜਿਹੜਾ ਬਚਪਨ ਤੋਂ ਹੀ ਟਰਾਮਾ ਵਾ। ਫਿਰ ਟਰਾਮਾ ਜਿਹੜਾ ਸਭ ਤੋਂ ਖਤਰਨਾਕ ਆ, ਕਿਸੇ ਨਾਲ ਫਿਜ਼ੀਕਲ ਅਬਿਊਜ਼ ਹੋਇਆ ਵਾ, ਕਿਸੇ ਫੈਮਿਲੀ ਦੇ ਬੰਦੇ ਨੇ ਕੀਤਾ ਵਾ, ਆ ਵੀ ਸਭ ਤੋਂ ਖਤਰਨਾਕ ਆ। ਇਹਦੀ ਜਿਹੜੀ ਪਰਸਨੈਲਿਟੀ ਆ ਬਾਰਡਰ ਲਾਈਨ 'ਚ ਚੱਲ ਜਾਂਦੇ ਆ, ਕਿ ਵੱਡੇ ਹੋ ਕੇ ਆਪਣੇ ਆਪ ਨੂੰ ਕੱਟ ਲਗਾਉਣਾ, ਦੂਸਰਿਆਂ ਨੂੰ ਮਤਲਬ ਨੁਕਸਾਨ ਪਹੁੰਚਾਉਣਾ, ਸਾਰੀ ਇਸੀ ਚੀਜ਼ 'ਚ ਹੀ ਆਉਂਦੀ ਆ। ਕਿ ਬਚਪਨ ਦੇ ਟਰਾਮੇ ਜਿਹੜੇ ਕਰਨੇ ਆ ਨਾ, ਕਵਰ ਅਪ ਕਰਨੇ, ਉਹ ਬਾਅਦ 'ਚੋਂ ਪਰਸਨੈਲਿਟੀ ਦੀਆਂ ਬਿਮਾਰੀਆਂ ਬਣ ਜਾਂਦੀਆਂ ਵਾ। ਇਹਨਾਂ ਨੂੰ ਕਵਰ ਅਪ ਕਰਨਾ ਥੋੜਾ ਮੁਸ਼ਕਲ ਆ। ਤੇ ਕਿੰਜ ਕਰ ਸਕਦੇ ਆ ਅਗਰ ਇਹਨਾਂ ਨੂੰ ਕਵਰ ਅਪ ਅਸੀਂ? ਬਲਕਿ ਆਪਣੇ ਆਡੀਅנס ਨੂੰ ਤੁਸੀਂ ਮੁਖਾਤਿਬ ਕਰਕੇ ਕਹੋ ਕਿ ਕੋਈ ਵੀ ਬੱਚਾ ਜਾਂ ਕੋਈ ਜਿਹੜਾ ਜਵਾਨ ਹੋ ਚੁੱਕਿਆ ਹੁਣ, ਉਹ ਇਸ ਟਰਾਮੇ 'ਚੋਂ ਕਿੰਜ ਨਿਕਲ ਸਕਦਾ ਹੈ? ਕੀ ਇਹਦਾ ਪ੍ਰੈਕਟਿਸ ਹੈ, ਟ੍ਰੀਟਮੈਂਟ ਹੈ? ਤਾਂ ਕਿ ਮੈਂ ਚਾਹੁੰਦੀ ਹਾਂ ਕਿ ਸਾਡੇ ਸ਼ੋਅ ਦੇ ਥਰੂ ਜੇ ਕਿਸੇ ਦਾ ਕੋਈ ਭਲਾ ਹੁੰਦਾ ਹੈ ਤੇ ਅਸੀਂ ਕਰੀਏ। ਅੱਛਾ, ਜਿੱਦਾਂ ਸਭ ਤੋਂ ਪਹਿਲੇ ਦੇਖਿਆ ਵਾ ਕਿ ਬੱਚਿਆਂ ਨੇ ਕਿ ਬਚਪਨ ਦਾ ਜਿੱਦਾਂ ਡੋਮੈਸਟਿਕ ਟਰਾਮਾ ਵਾ, ਕਿ ਮਦਰ ਤੇ ਫਾਦਰ ਆਪਸ 'ਚ ਲੜਾਈਆਂ ਲੜ ਰਹੇ ਆ। ਹਾਂ, ਤੇ ਬੱਚੀ ਦੀ ਜਿਹੜੀ ਪਰਸਨੈਲਿਟੀ ਆ ਨਾ, ਉਹਦੇ ਵੀ ਆਹੀ ਆ ਕਿ ਜਿਹੜਾ ਹਸਬੈਂਡ ਆ ਹਮੇਸ਼ਾ ਆਪਣੀ ਵਾਈਫ ਨੂੰ ਮਾਰ ਰਿਹਾ ਵਾ। ਅਗਰ ਲੜਕਾ ਵਾ, ਉਹਨੇ ਵੀ ਆਹੀ ਦੇਖਿਆ, ਐਂਗਰ ਇਸ਼ੂਜ਼। ਅੱਜ ਕੱਲ ਤੁਸੀਂ ਕਾਫੀ ਦੇਖਿਆ ਲੋਕਾਂ ਨੂੰ ਐਂਗਰ ਇਸ਼ੂਜ਼ ਕਾਫੀ ਜ਼ਿਆਦਾ ਵਾ। ਕਾਫੀ ਜ਼ਿਆਦਾ ਐਂਗਰ ਇਸ਼ੂਜ਼ ਦਾ ਮਤਲਬ ਆਹੀ ਆ ਕਿ ਉਹਨਾਂ ਦਾ ਡੋਮੈਸਟਿਕ ਇਸ਼ੂ ਆ, ਘਰ 'ਚ, ਜਾਂ ਫਿਰ ਉਹਨਾਂ ਨੂੰ ਕਾਫੀ ਜ਼ਿਆਦਾ ਬਤਾਇਆ ਗਿਆ ਵਾ ਕਿ ਤੁਸੀਂ ਆਪਣੀਆਂ ਚੀਜ਼ਾਂ ਸੈੱਟ ਕਰਕੇ ਰੱਖਣੀਆਂ ਵਾ, ਤੁਸੀਂ ਆਹ ਗੱਲ ਇਸ ਤਰ੍ਹਾਂ ਕਰਨੀ ਆ, ਸੈਟਿੰਗ 'ਚ ਰੱਖਣਾ ਵਾ, ਤੁਸੀਂ ਬੋਲਣਾ ਨਹੀਂ ਜ਼ਿਆਦਾ, ਜੀ ਕਰਨਾ ਵਾ। ਤਦ ਵੀ ਬੱਚੇ 'ਚ ਜਿਹੜਾ ਨਾ ਐਂਗਰ ਇਸ਼ੂ ਆ ਜਾਂਦਾ ਹੈ। ਇਹਨਾਂ 'ਚ ਬਚਣੇ ਵਾਸਤੇ ਆਹੀ ਤਰੀਕਾ ਵਾ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਰਿਕੋਗਨਾਈਜ਼ ਕਰੋ ਕਿ ਕਿਸ ਚੀਜ਼ ਦਾ ਟਰਾਮਾ ਵਾ। ਅਗਰ ਕੋਈ ਐਸਾ ਮਸਲਾ ਵਾ, ਕੋਈ ਐਸੀ ਪਰੇਸ਼ਾਨੀ ਆ, ਤੇ ਇੱਕ ਪ੍ਰੋਫੈਸ਼ਨਲ ਹੈਲਪ ਲਾਜ਼ਮੀ ਲਓ। ਅਗਰ ਉਹ ਵੀ ਨਹੀਂ ਲੈ ਸਕਦੇ ਤਾਂ ਕਮ ਸੇ ਕਮ ਆਪਣਾ ਲਾਈਫ ਸਟਾਈਲ ਚੇਂਜ ਕਰੋ। ਅੱਜ ਕੱਲ ਦੇ ਲੋਕਾਂ ਨੂੰ ਸਭ ਤੋਂ ਮੁਸ਼ਕਲ ਜਿਹੜੀ ਗੱਲ ਲੱਗਦੀ ਆ, ਉਹ ਲਾਈਫ ਸਟਾਈਲ ਬਦਲਣਾ ਵਾ। ਉਹ ਕਹਿੰਦੇ ਸਵੇਰ ਦੁਪਹਿਰ ਸ਼ਾਮ ਦੀਆਂ ਕੋਈ ਗੋਲੀਆਂ ਰੱਖ ਦੋ, ਉਹਦੇ ਫੱਤੇ ਖਾ ਲਾਂਗੇ, ਲੇਕਿਨ ਲਾਈਫ ਸਟਾਈਲ ਚੇਂਜ ਕਰਨਾ। ਮੈਂ ਕੱਲ ਪਰਸੋਂ ਇੱਕ ਪੋਡਕਾਸਟ ਦੇਖ ਰਹੀ ਸੀ, ਸੁਨੰਦਾ ਸ਼ਰਮਾ, ਸਾਡੇ ਚੜ੍ਹਦੇ ਪੰਜਾਬ ਦੀ ਬਹੁਤ ਪਿਆਰੀ ਸਿੰਗਰ। ਬਹੁਤ ਜ਼ਿਆਦਾ ਮੈਨੂੰ ਦੂਜੀ ਵਾਰੀ ਪਿਆਰ ਹੋਇਆ ਸੋਹਣਿਆ, ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ। ਉਹ ਕਿਸੇ ਪੋਡਕਾਸਟ ਬੈਠੇ ਨੇ ਤੇ ਉਹ ਕਹਿੰਦੇ ਕਿ ਯਾਰ ਲਾਈਕ ਸ਼ੀ ਵਾਜ਼ ਕ੍ਰਾਈਂਗ ਐਂਡ ਸ਼ੀ ਵਾਜ਼ ਸੇਇੰਗ ਕਿ ਯਾਰ ਸਾਡੇ ਨਾ ਇੱਕ ਮਸਲਾ ਹੈ, ਸਾਡੇ ਸੁਣਦਾ ਕੋਈ ਨਹੀਂ, ਹਰ ਕੋਈ ਨਾ ਤੁਹਾਨੂੰ ਟੀਚ ਕਰਨਾ ਚਾਹੁੰਦਾ ਹੈ। ਤੇ ਸਾਡੇ ਵਾਕਈ ਇੱਕ ਮਸਲਾ ਹੈ। ਫੋਰ ਐਗਜ਼ਾਮਪਲ ਮੇਰੇ ਵੀ ਬਚਪਨ 'ਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਮੈਂ ਵੇਖੀਆਂ ਕਿ ਜਿਹੜੀਆਂ ਆਈ ਥਿੰਕ ਮੈਂ ਅੱਜ ਤੱਕ ਆਪਣੇ ਪੇਰੈਂਟਸ ਨੂੰ ਨਹੀਂ ਦੱਸੀਆਂ। ਬਹੁਤ ਸਾਰੇ ਬੱਚਿਆਂ ਦਾ ਇਹ ਮਸਲਾ ਹੋਏਗਾ। ਤੇ ਇਹ ਜਿਹੜਾ ਇੱਕ ਗੈਪ ਹੈ ਤੇ ਇੱਕ ਬੈਰੀਅਰ ਕਵਾਂਗੇ, ਇਹ ਕਿਸ ਤਰ੍ਹਾਂ ਖਤਮ ਕਰ ਸਕਦੇ? ਕਿਉਂਕਿ ਸਮ ਟਾਈਮ ਉਹ ਚੀਜ਼ਾਂ ਤੁਹਾਡੇ ਜ਼ਿਹਨ 'ਚ ਰਹਿ ਜਾਂਦੀਆਂ, ਤੁਸੀਂ ਕਿਸੇ ਨਾਲ ਡਿਸਕਸ ਹੀ ਨਹੀਂ ਕੀਤੀਆਂ, ਸ਼ੇਅਰ ਹੀ ਨਹੀਂ ਕੀਤੀਆਂ। ਇਹ ਗੈਪ ਕਿੰਝ ਖਤਮ ਹੋ ਸਕਦਾ ਹੈ? ਤੇ ਫੋਰ ਐਗਜ਼ਾਮਪਲ ਜੇ ਤੁਹਾਡੇ ਕੋਲ ਇੰਨੀ ਹਿੰਮਤ ਨਹੀਂ ਕਿ ਮਾਂ ਬਾਪ ਨਾਲ ਸ਼ੇਅਰ ਕਰ ਸਕੋ, ਕਿਹਦੇ ਨਾਲ ਅਸੀਂ ਸ਼ੇਅਰ ਕਰ ਸਕਦੇ ਹਾਂ? ਤੇ ਕੋਈ ਐਸਾ ਬੰਦਾ ਜਿਹੜਾ ਤੁਹਾਨੂੰ ਵਾਕਈ ਸੁਣ ਲਵੇ। ਅੱਛਾ, ਤੁਸੀਂ ਆਹੀ ਕਿਹਾ ਕਿ ਸੁਣਦੇ ਨਹੀਂ ਆ। ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਟਾਈਮ 'ਚ ਆਹੀ ਆ ਕਿ ਅਸੀਂ ਆਪਣੇ ਔਰਲ ਐਕਸਪ੍ਰੈਸ਼ਨ ਬਿਲਕੁਲ ਖਤਮ ਕਰ ਲਿਆ। ਅਸੀਂ ਹਰ ਚੀਜ਼ ਨੂੰ WhatsApp ਜਾਂ Facebook ਦੀ ਹੱਦ ਤੱਕ ਰੱਖ ਲਿਆ ਵਾ। ਕੋਈ ਬਰਥਡੇ ਆ, ਕੋਈ ਈਦ ਮੁਬਾਰਕ ਆ, ਕਿਸੇ ਨੂੰ ਵਰਬਲੀ ਤਾਂ ਕੁਛ ਕਹਿਣਾ ਹੀ ਨਹੀਂ, ਸਟੇਟਸ ਲਾਤਾ ਜਾਂ ਮੈਸੇਜ ਕਰਤਾ। ਕਿ ਤੁਸੀਂ ਓਰਲੀ ਦਾ ਵਿਸ਼ ਤਾਂ ਕਰੋ, ਕਿਸੇ ਨੂੰ ਕੋਈ ਗੱਲਬਾਤ ਤਾਂ ਕਰੋ। ਫਿਰ ਸਭ ਤੋਂ ਬੜੀ ਗੱਲ ਆਹੀ ਹੈ ਕਿ ਸੁਣਦੇ ਬਿਲਕੁਲ ਨਹੀਂ ਆ। ਦੂਸਰੇ ਨੂੰ ਕੀ ਨਸੀਹਤ ਕਰਨਾ ਸ਼ੁਰੂ ਕਰ ਦਿੰਦੇ ਆ। ਕਿਸੇ ਦਾ ਕੋਈ ਮਸਲਾ ਵਾ, ਕੁਛ ਵੀ ਆ, ਉਹ ਨਹੀਂ ਤੂੰ ਇਦਾਂ ਨਹੀਂ ਇਦਾਂ ਕਰ ਲੈ, ਨਸੀਹਤ ਅਗਲੇ ਬੰਦੇ ਨੂੰ ਜਾਂ ਕ੍ਰਿਟਿਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ। ਜਜਮੈਂਟਲ ਬਹੁਤ ਆ। ਹੁਣ ਜਿੰਨੇ ਵੀ ਪੇਸ਼ੈਂਟ ਆਉਂਦੇ ਨਾ, ਅਗਰ 40 ਮਿੰਟ ਦਾ ਵਾ ਕਿਸੇ ਦਾ 1 ਘੰਟੇ ਦਾ ਸੈਸ਼ਨ ਆ, ਤੇ ਉਹਨਾਂ ਨੇ ਸਿਰਫ ਔਰ ਸਿਰਫ ਆਪਣਾ ਬਤਾਨਾ
ਹਾਂ, ਕਿ ਮੈਡਮ ਸੁਣਨਾ ਹੈ ਤੁਸੀਂ। ਸੁਣਨਾ ਹੈ ਜਿਸ ਤਰ੍ਹਾਂ ਤੁਸੀਂ ਮੇਰੇ ਸ਼ੋਅ 'ਚ ਬੋਲ ਰਹੇ ਹੋ ਇੰਜ ਬੋਲਣਾ ਨਹੀਂ, ਤੁਸੀਂ ਸੁਣਨਾ ਹੈ। ਸੁਣਨਾ ਹੈ ਕਿ ਹੀਲ ਕਰਨਾ ਹੈ ਕਿ ਇਦਾਂ ਸੁਣੂਗੇ ਉਹਨਾਂ ਨੂੰ, ਫਿਰ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦਾ ਮਤਲਬ ਆਹਿਸਤਾ ਆਹਿਸਤਾ ਥੋੜਾ ਕਥਾਰਸਿਸ ਹੋ ਜਾਂਦਾ ਵਾ ਕਿ ਉਹਨਾਂ ਨੂੰ ਬਤਾਈਦਾ ਵਾ ਕਿ ਤੁਸੀਂ ਕੀ ਕਰਨਾ ਵਾ, ਫਿਰ ਆਪਣਾ ਥੈਰੇਪੀ ਪਲਾਨ ਉਹਨਾਂ ਨੂੰ ਦੱਸੀਦਾ ਵਾ। ਆਹੀ ਕਿ ਉਹਨਾਂ ਨੂੰ ਕਹੀਦਾ ਵਾ ਕਿ ਸੁਣੋ, ਕਿ ਸਿਰਫ ਔਰ ਸਿਰਫ ਸੁਣੋ। ਉਹਨਾਂ ਦੇ ਨਾਲ ਕੋਈ ਵੀ ਫੈਮਿਲੀ ਉਹਨਾਂ ਨੂੰ ਆਹੀ ਕਹੀਦਾ ਵਾ ਕਿ ਮਤਲਬ ਜ਼ਿੰਦਗੀ ਵਾਕਈ ਮੁਸ਼ਕਿਲ ਆ, ਲੇਕਿਨ ਇਹਨੂੰ ਥੋੜੀ ਆਸਾਨ ਤਾਂ ਕਰੋ। ਵਾਹ, ਹਾਂ, ਜੇ ਤੁਸੀਂ ਸੁਣ ਹੀ ਲਓ ਤੇ ਕਿਸੇ ਦੀ ਜ਼ਿੰਦਗੀ ਬੜੀ ਆਸਾਨ ਹੋ ਜਾਏਗੀ। ਹੁਣ ਜਿੰਨੇ ਵੀ ਬੱਚੇ ਜਾਂ ਕੋਈ ਵੀ ਖੁਦਕੁਸ਼ੀ ਕਰਦਾ ਵਾ, ਉਹਨੇ ਜੀ ਕੇ ਵੀ ਤਾਂ ਦੇਖਿਆ ਸੀ, ਉਹਨੂੰ ਸੁਸਾਇਟੀ ਨਹੀਂ ਅੱਛੀ ਲੱਗੀ ਸ਼ਾਇਦ, ਇਸ ਲਈ ਉਸਨੇ ਖੁਦਕੁਸ਼ੀ ਕਰ ਲਈ। ਇਸ ਲਈ ਕਿਸੇ ਨੂੰ ਸੁਣੋ, ਕਿਸੇ ਨੂੰ ਜੱਜ ਨਾ ਕਰੋ, ਕ੍ਰਿਟਿਸਾਈਜ਼ ਨਾ ਕਰੋ, ਸਿਰਫ ਔਰ ਸਿਰਫ ਸੁਣੋ। ਅੱਛਾ ਫਤੀਹਾ ਸਾਹਿਬਾ, ਅੱਜ ਕੱਲ ਰਿਲੇਸ਼ਨਸ਼ਿਪ ਦਾ ਜਿਹੜਾ ਟਾਈਮ ਹੈ ਨਾ, ਟਾਈਮ ਸਪੈਨ ਬਹੁਤ ਘੱਟ ਰਹਿ ਗਿਆ। ਸਮ ਟਾਈਮ ਤੇ ਇਹ ਹੁੰਦਾ ਹੈ ਕਿ ਹੁਣੇ ਦੋਸਤੀ ਹੋਈ ਤੇ ਥੋੜੀ ਦੇਰ ਬਾਅਦ ਅਸੀਂ ਬਲੌਕ ਹੁੰਦੇ ਹਾਂ। ਇੱਕ ਗੱਲ ਯਾਦ, ਤੁਸੀਂ ਬਹੁਤ ਹੱਸੇ, ਤੁਹਾਡੇ ਨਾਲ ਕੋਈ ਤੇਜ਼ ਦਾ ਵਾਕਿਆ ਨਹੀਂ ਹੋਇਆ? ਮੈਨੂੰ ਇੱਕ ਗੱਲ ਯਾਦ ਆਈ, ਅੱਜ ਕੱਲ ਦੇ ਰਿਲੇਸ਼ਨਸ਼ਿਪ ਦੇ ਜਿੰਨੇ ਵੀ ਕੇਸਿਸ ਆ ਨਾ, ਉਹ ਇੰਟਰਨਸ਼ਿਪ ਚ ਫਿਰ 6 ਮਹੀਨੇ ਦੀ ਆ। ਰਿਲੇਸ਼ਨਸ਼ਿਪ ਦਾ ਤਾਂ ਹਫਤੇ ਦਾ ਵੀ ਨਹੀਂ ਹੈਗਾ। ਹਫਤਾ ਕੀ 1-2 ਦਿਨ ਦੀ ਵੀ ਗੱਲ ਬੜੀ ਗੱਲ ਹੈ। ਹਾਂ, ਲੇਕਿਨ ਇੱਕ ਚੀਜ਼ ਹੈ, ਜਿਹੜਾ ਵੀ ਬੰਦਾ ਡਿਪਰੈਸ਼ਨ ਚ ਹੁੰਦਾ ਹੈ ਬ੍ਰੇਕਅਪ ਦੀ ਵਜ੍ਹਾ ਤੋਂ, ਉਹ ਇਹੀ ਕਹਿੰਦਾ है कि मेरा एक्स बड़ा टॉक्सिक सी, उसने तो मुझे टाइम नहीं दिया और वो बहुत टॉक्सिक था मैम, और यू नो बस मैं चाहती थी वो मुझे सुने लाइक इंज दी है ना। ਤੇ ਇਹ ਵੀ ਤੇ ਹੋ ਸਕਦਾ ਹੈ ਕਿ ਤੂੰ ਆਪ ਟੌਕਸਿਕ ਹੋਵੇਂ ਤੇ ਇਹ ਕਿੰਜ ਪਤਾ ਚੱਲੇਗਾ ਕਿ ਸਾਡਾ ਐਕਸ ਟੌਕਸਿਕ ਸੀ ਜਾਂ ਮੈਂ ਟੌਕਸਿਕ ਆ? ਇਹਦੀ ਆਹੀ ਗੱਲ ਆ, ਆਪਣੀ ਕਹਾਣੀ 'ਚ ਹਰ ਕੋਈ ਸੱਚਾ ਹੈ ਕਿ ਮੈਂ ਸੱਚਾ, ਅਗਲਾ ਬੰਦਾ ਝੂਠਾ। ਹੁਣ ਜਿੰਨੇ ਵੀ ਆਉਂਦੇ ਆ ਨਾ ਲੋਕ, ਟੌਕਸਿਕ ਦੀ ਆਹੀ ਨਿਸ਼ਾਨੀ ਅਗਲੇ ਬੰਦੇ ਨੂੰ, ਤੂੰ ਕਿੱਥੇ ਸੀ, ਮੈਨੂੰ ਮੈਸੇਜ ਨਹੀਂ ਕੀਤਾ, ਉੱਥੇ ਗਿਆ ਕਿਉਂ ਕੀਤਾ, ਆਪਣੀ ਮਾਂ ਨਾਲ ਗੱਲ ਕਰ ਲਈ ਕਿਉਂ ਕੀਤਾ। ਮਤਲਬ ਇਦਾਂ ਦੀਆਂ ਸਟੋਰੀਆਂ ਆਉਂਦੀਆਂ ਕਿ ਮੈਨੂੰ ਖੁਦ ਕਿ ਆ ਕੀ ਆ। ਕੋਈ ਬਹੁਤ ਇੰਟਰਸਟਿੰਗ ਵਾਕਿਆ ਹੈ ਤੱਕ ਇੱਕ ਦਾ ਸਭ ਤੋਂ ਇੰਟਰਸਟਿੰਗ ਹੁੰਦੀਆਂ, ਮੀਆਂ ਬੀਵੀ ਆਪਸ 'ਚ ਰਹਿ ਰਹੇ ਆ। ਹੁਣ ਬੰਦਾ ਜਿਹੜਾ ਵਿਚਾਰਾ ਆਪਣੀ ਮਾਂ ਨੂੰ, ਪਿਓ ਦਾ ਵਿਚਾਰੇ ਦਾ ਫੋਤ ਹੋਇਆ, ਮਾਂ ਨੂੰ ਮਿਲਣ ਜਾਂਦਾ ਵਾ, ਉਹਦੀ ਬੇਗਮ ਇਸ ਤੋਂ ਵੀ ਝਗੜਾ ਕਰਦੀ ਆ ਕਿ ਮਾਂ ਨੂੰ ਕਿਉਂ ਮਿਲਦਾ ਵਾ। ਮਾਂ ਉਹਦੀ ਦੂਸਰੇ ਭਰਾ ਨਾਲ ਰਹਿੰਦੀ ਆ, ਕਹਿੰਦੀ ਜੇ ਮਾਂ ਨੂੰ ਮਿਲਿਆ ਤੇ ਫਿਰ ਮੈਨੂੰ ਛੱਡ ਦੇ। ਓਕੇ, ਆ ਛੋਟੇ ਛੋਟੇ ਕੰਪੈਰੀਜ਼ਨ ਹੈ, ਲਾਈਕ ਮਾਂ ਦੇ ਨਾਲ ਕੀ ਕੰਪੈਰੀਜ਼ਨ ਹੋ ਸਕਦਾ ਹੈ? ਇੱਕ ਰਿਸ਼ਤਾ ਆਏ, ਲੜਕੀ ਨਾਲ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤੇ ਮੈਨੂੰ ਕਹਿੰਦੀ ਮੈਡਮ ਮੇਰਾ ਨਾ ਰਿਸ਼ਤਾ ਨਹੀਂ ਹੋ ਰਿਹਾ। ਮੈਂ ਕਿਹਾ ਸੈਸ਼ਨ ਵਗੈਰਾ ਲੈਂਦੀ ਰਹੀ, ਕੁਝ ਟਾਈਮ ਬਾਅਦ ਆਈ ਤੇ ਕਹਿੰਦੀ ਮੈਡਮ ਮੇਰਾ ਰਿਸ਼ਤਾ ਹੋ ਗਿਆ। ਮੈਂ ਕਿਹਾ ਫੈਮਿਲੀ 'ਚ ਕੌਣ ਕੌਣ ਆ? ਕਹਿੰਦਾ ਮੈਡਮ ਬਹੁਤ ਹੀ ਅੱਛੀ ਫੈਮਿਲੀ ਆ, ਲੜਕੇ ਦੀ ਮਾਂ ਨਹੀਂ ਹੈਗੀ। ਦੇਖੋ ਮਾਈਂਡ ਸੈਟਅਪ ਸਾਡੇ ਕੀ ਬਣੇ ਹੋਏ ਨੇ ਕਿ ਲੜਕੇ ਦੀ ਮਾਂ ਨਹੀਂ। ਮੈਂ ਕਿਹਾ ਮੁੰਡੇ ਨੂੰ ਵੀ ਪੁੱਛ ਕੇ ਦੇਖ ਲੈ ਜਿਹਦੀ ਮਾਂ ਨਹੀਂ ਹੈਗੀ। ਹਾਏ, ਕਿੰਨੀ ਸੋਹਣੀ ਗੱਲ ਕੀਤੀ ਕਿ ਉਹਦੀ ਮਾਂ ਨਹੀਂ ਹੈਗੀ, ਕਿ ਮਤਲਬ ਅਸੀਂ ਮਾਈਂਡ ਸੈਟ ਕਰ ਲਿਆ ਕਿ ਬਸ ਲੜਕਾ ਹੋਵੇ ਤੇ ਲੜਕੀ। ਮੈਨੂੰ ਯਾਦ ਹੈ ਮੇਰੀ ਕਲਾਸ ਫੈਲੋ ਸੀ, ਉਹ ਕਹਿੰਦੀ ਸੀ ਕਿ ਮੈਂ ਤੇ ਉੱਥੇ ਵਿਆਹ ਕਰਨਾ ਹੈ ਜਿਸ ਮੁੰਡੇ ਦੇ ਮਾਪਿਓ ਮਰੇ ਹੋਏ ਹੋਣ। ਕਿੱਡੀ ਵੱਡੀ ਗੱਲ ਹੈ, ਕਿੱਡੀ ਵੱਡੀ ਵਾਕਈ। ਮਤਲਬ ਅੱਲਾ ਨਾ ਕਰੇ, ਅੱਲਾ ਨਾ ਕਰੇ ਤੁਹਾਡਾ ਤੇ ਸਟੇਜ ਆ ਜਾਵੇ ਤੇ ਕੀ ਹੋਏਗਾ। ਹਾਂ, ਤੇ ਜਦੋਂ ਤੁਸੀਂ ਵਾਲਿਦੈਨ ਚੱਲਦੇ ਤੁਹਾਨੂੰ ਉਦੋਂ ਹੀ ਪਤਾ ਲੱਗਦਾ ਕਿ ਕੀ ਆ, ਕਿ ਤੁਸੀਂ ਕਿੰਨੀ ਜਲਦੀ ਮਤਲਬ ਅਸੀਂ ਰਿਸ਼ਤਿਆਂ ਤੋਂ ਦੂਰੀ ਆ। ਫਿਰ ਜੀ ਲੜਕਾ ਤੇ ਲੜਕੀ ਆ, ਦੋਨਾਂ ਦੀ ਆਪਸ ਨਹੀਂ ਬਣ ਰਹੀ ਕਿ ਉਹਨੇ ਆ ਕਰਤਾ ਉਹਨੇ ਆ ਕਰਤਾ। ਹੁਣ ਜਿੰਨੇ ਵੀ ਆਉਂਦੇ ਨਾ ਉਹ ਆਪਣੀ ਕਹਾਣੀ 'ਚ ਸੱਚੇ ਆ, ਲੇਕਿਨ ਫਿਰ ਗੱਲਾਂ 'ਚੋਂ ਪਤਾ ਲੱਗਦਾ ਕਿ ਨਹੀਂ ਕਸੂਰ ਇਹਦਾ ਵੀ ਸੀ। ਜ਼ਿਆਦਾ ਤੁਹਾਨੂੰ ਕੀ ਲੱਗਦਾ, ਤੁਸੀਂ ਆਫ ਕੋਰਸ ਆਬਜ਼ਰਵ ਕਰਦੇ ਹੋ ਆਪਣੇ ਪੇਸ਼ੈਂਟਸ ਨੂੰ, ਕਿਸ ਵਜ੍ਹਾ ਤੋਂ ਰਿਲੇਸ਼ਨਸ਼ਿਪ ਚੱਲ ਨਹੀਂ ਪਾਉਂਦਾ? ਅਸੀਂ ਉਹ ਰਿਲੇਸ਼ਨਸ਼ਿਪਸ ਦੀ ਗੱਲ ਨਹੀਂ ਕਰਾਂਗੇ ਜਿਹੜੇ ਰਜਿਸਟਰਡ ਨਹੀਂ ਹੁੰਦੇ, ਜਾਂ ਜਿਹੜੇ ਮੈਂ ਕਹਾਂਗੀ ਕਿ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਜਿਹੜੀਆਂ ਦੋਸਤੀਆਂ ਯਾਰੀਆਂ, ਜਿਹੜੇ ਨਿਕਾਹ ਵਾਲਾ ਮੈਂ ਰਿਲੇਸ਼ਨਸ਼ਿਪ ਗੱਲ ਕਰਦੀ ਕਿ ਸ਼ਾਦੀ ਜੇ ਨਹੀਂ ਚੱਲ ਰਹੀ, ਕੋਈ ਮਸਲਾ ਆ ਰਿਹਾ ਤੇ ਉਹਦੀ ਵਜ੍ਹਾ ਕੀ ਹੁੰਦੀ ਹੈ? ਬੇਸਿਕ ਸਭ ਤੋਂ ਪਹਿਲਾ ਮਸਲਾ ਤਾਂ ਕੰਪੈਰੀਜ਼ਨ ਆ ਜਾਂਦਾ ਵਾ। ਸੋਸ਼ਲ ਮੀਡੀਆ ਨਾਲ ਆਪਣੀ ਲਾਈਫ ਨੂੰ ਬਹੁਤ ਕੰਪੈਰੀਜ਼ਨ ਕਰਨਾ। ਉਹ ਫਲਾਣੇ ਟਿਕਟੌਕ ਨੇ ਆਪਣੀ ਬੀਵੀ ਨੂੰ ਆ ਲੈ ਕੇ ਦਿੱਤਾ, ਮੈਨੂੰ ਵੀ ਲੈ ਕੇ ਦੇ। ਉਹਦੇ ਵਿਚਾਰੇ ਦੀ ਇੰਨੀ ਤਨਖਾਹ ਹੈ ਤੈਨੂੰ ਲੈ ਕੇ ਦੇਵੇ। ਹਾਂ, ਫਿਰ ਜੀ ਉਹਨੇ ਨੇ ਲੈ ਕੇ ਦਿੱਤਾ, ਮੈਨੂੰ ਵੀ ਦਵੋ। ਕਿ ਛੋਟੀ ਛੋਟੀ ਗੱਲ ਤੋਂ ਫਿਰ ਕਿਸ ਤਰ੍ਹਾਂ ਪੂਰੀ ਕਰੇ? ਯਾਨੀ ਕਿ ਸਾਡੇ ਵਲੌਗਰ, ਸਾਡੇ ਟਿਕਟੌਕਰ ਸਾਡੀ ਸੁਸਾਇਟੀ ਤਬਾਹ ਕਰਦੇ ਪਏ ਨੇ। ਲਾਈਫ ਲਾਈਮਲਾਈਟ ਦਿਖਾਉਂਦੇ, ਉਹਨਾਂ ਦੀ ਤਾਂ ਵਿਚਾਰਿਆਂ ਦੀ ਆਪਣੀ ਪੀਆਰ ਚੱਲਦੀ ਆ। ਸ਼ਾਦੀ ਤੱਕ ਤੇ ਤਾਂ ਉਹਨਾਂ ਦੀ ਆਪਣੀ ਕਿੰਨੀ ਵੱਡੀ ਗੱਲ ਕੀਤੀ ਹੈ ਤੁਸੀਂ ਕਿ ਉਹ ਪੀਆਰ ਮੁਫਤ ਤੇ ਲੱਗ ਰਹੇ ਹੁੰਦੇ ਨੇ। ਲੱਗ ਰਹੇ ਤੇ ਲੋਕੀ ਜਿਹੜੇ ਘਰਾਂ ਚ ਲੜ ਰਹੇ ਆ ਵਿਚਾਰੇ, ਬੇਗਮਾਂ ਆਪਣੇ ਬੰਦਿਆਂ ਨਾਲ ਲੜ ਰਹੀਆਂ ਕਿ ਸਾਨੂੰ ਉਹ ਚੀਜ਼ ਲੈ ਕੇ ਦਿਓ, ਉਹ ਚੀਜ਼ ਲੈ ਕੇ ਦਿਓ। ਕਿਸ ਤਰ੍ਹਾਂ ਲੈ ਕੇ ਦੇਵੇ? ਕਿ ਉਹਨੇ ਬੁੱਕੇ ਐਡਾ ਵੱਡਾ ਬਣਾ ਕੇ ਦਿੱਤਾ ਮੈਨੂੰ। ਆਹ ਸਭ ਤੋਂ ਵੱਡਾ ਜਿਹੜੀ ਲੜਾਈ ਦੀ ਵਜ੍ਹਾ ਕੰਪੈਰੀਜ਼ਨ। ਫਿਰ ਦੂਸਰੀ ਜਿਹੜੀ ਵਜ੍ਹਾ ਆਉਂਦੀ ਆ ਕਿ ਕੋਈ ਸੈਕਿੰਡ ਪਰਸਨ। ਹੁਣ ਰਿਲੇਸ਼ਨਸ਼ਿਪ 'ਚ ਉਦੋਂ ਹੀ ਲੜਾਈ ਹੁੰਦੀ ਜਦੋਂ ਕੋਈ ਤੀਸਰਾ ਪਰਸਨ ਆ ਜਾਂਦਾ। ਤੁਸੀਂ ਚੇਅਰ ਤੇ ਬੈਠੇ ਹੋ, ਉੱਠ ਜਾਓ, ਕੋਈ ਨਾ ਕੋਈ ਤਾਂ ਬੈਠਣ ਵਾਸਤੇ ਆਊਗਾ। ਹੁਣ ਜਿਹੜਾ ਕੋਈ ਤੀਸਰਾ ਆਊਗਾ ਉਹ ਤੁਹਾਡਾ ਸਕਾ ਨਹੀਂ ਆ, ਉਹਨੇ ਤਾਂ ਤੁਹਾਨੂੰ ਬਰਬਾਦ ਕਰਨਾ ਹੀ ਕਰਨਾ। ਇਸੇ ਲਈ ਕਦੀ ਕਿਸੇ ਤੀਸਰੇ ਨੂੰ ਆਣ ਨਾ ਦਿਓ। ਇੰਨੀ ਗੁੰਜਾਇਸ਼ ਰੱਖੋ ਕਿ ਆਪ ਹੀ ਆਪਣੇ ਮਸਲੇ ਸੌਰਟ ਆਊਟ ਕਰ ਸਕੋ ਤੁਸੀਂ। ਅੱਛਾ, ਹੁਣ ਅਸੀਂ ਆਪਣੇ ਮੁਲਕ ਦੀਆਂ ਕੁਝ ਫੇਮਸ ਪਰਸਨੈਲਿਟੀਆਂ ਦੇ ਬਾਰੇ 'ਚ ਡਿਸਕਸ ਕਰਾਂਗੇ ਤੇ ਮੈਂ ਦੇਖਦੀ ਹਾਂ ਕਿ ਇੱਕ ਯੰਗ ਸਾਈਕੋਲੋਜਿਸਟ ਕੀ ਆਪਣੀ ਜਜਮੈਂਟ ਦਿੰਦੀ ਹੈ। ਹਾਨੀਆ ਆਮਿਰ ਦੀ ਪਰਸਨੈਲਿਟੀ ਦੇ ਨਾਲ ਕਿੰਜ ਦਾ ਬੰਦਾ ਸੂਟ ਕਰੇਗਾ? ਹਾਨੀਆ ਕਿਹੜੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਉਸ ਆਦਮੀ ਦੇ ਵਿੱਚ ਜਿਹੜਾ ਹਾਨੀਆ ਆਮਿਰ ਦਾ ਹਸਬੈਂਡ ਬਣੇਗਾ? ਅੱਛਾ, ਹਾਨੀਆ ਆਮਿਰ ਮਤਲਬ ਕਾਫੀ ਮਤਲਬ ਉਹਨੇ ਡਰਾਮੇ ਵਗੈਰਾ ਦੀ ਵੈਸੇ ਦੇਖਾ ਨਾ ਤੇ ਕਾਫੀ ਚੁਰਮੁਲੀ ਵਗੈਰਾ ਹੈ, ਲੇਕਿਨ ਉਹਨਾਂ ਨਾਲ ਫਿਰ ਮਿਲਦਾ ਅਸੀਂ ਮਜ਼ਾ ਨੂੰ ਹੀ ਲਾਓ।
ओके फतिया ने फाइनल कहता है जी आसिम अजहर ही फाइनल है ਸਹੀ ਹੈ ਕਿਉਂਕਿ ਉਹਨਾਂ ਨੂੰ ਦੂਸਰੇ ਦਾ ਵੀ ਪਤਾ ਵੀ ਆ ਫਿਰ ਪੈਚਅਪ ਤੋਂ ਬਾਅਦ ਫਿਰ ਬ੍ਰੇਕਅਪ ਤੋਂ ਬਾਅਦ ਫਿਰ ਦੁਬਾਰਾ ਵਾਪਸ ਜਾ ਰਹੇ ਆ ਨਾ ਤੇ ਉੱਥੇ ਰਹੋ ਫਿਰ ਸੈੱਟ ਆ ਬਿਲਕੁਲ ਬਿਲਾਵਲ ਭੁੱਟੋ ਸਾਹਿਬ ਦੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੜਕੀ ਨਾਲ ਸ਼ਾਦੀ ਕਰਨੀ ਚਾਹੀਦੀ ਹੈ ਹਾਂ ਬਿਲਾਵਲ ਭੁੱਟੋ ਪੋਲੀਟੀਸ਼ੀਅਨ ਨੇ ਤੁਹਾਨੂੰ ਪਤਾ ਹੈ ਕੀ ਲਾਈਫ ਸਟਾਈਲ ਹੈ ਅੱਛਾ ਬਿਲਾਵਲ ਭੁੱਟੋ ਦੇ ਬਾਰੇ ਚ ਪਹਿਲੇ ਆ ਵੀ ਸੀ ਕਿ ਮਤਲਬ ਲੜਕੀ ਦਾ ਮੈਨੂੰ ਨਾਮ ਭੁੱਲ ਗਿਆ ਕਿ ਉਹਨਾਂ ਸ਼ਾਦੀ ਕਰ ਰਿਹਾ ਪਤਾ ਨਹੀਂ ਹਾਂ ਇੱਕ ਫੇਮਸ ਹੀ ਸੀ ਨਾ ਯੂਐਸਏ ਦੀ ਤੇ ਉਹ ਇੱਕ ਹੈ ਮਤਲਬ ਕਾਫੀ ਜ਼ਿਆਦਾ ਮਤਲਬ ਆਸਿਫ ਜ਼ਰਦਾਰੀ ਦਾ ਤੇ ਉਹਦੀ ਤਾਂ ਡੈਫੀਨੇਟਲੀ ਕੋਈ ਐਸੀ ਲੜਕੀ ਹੋਵੇ ਜਿਹੜੀ ਮਤਲਬ ਬੈਕਗ੍ਰਾਉਂਡ ਨੂੰ ਉਹਨਾਂ ਦੀ ਚੀਜ਼ਾਂ ਨੂੰ ਵੀ ਸਮਝਦੀ ਹੋਵੇ ਇੰਟੈਲੀਜੈਂਟ ਹੋਵੇ ਹਾਂ ਤਾਂ ਕਿ ਕੱਲ ਨੂੰ ਅਗਰ ਕੋਈ ਅਹੁਦੇ ਤੇ ਆਂਦੇ ਆ ਤੇ ਕਮ ਸੇ ਕਮ ਉਹਨਾਂ ਨਾਲ ਚੱਲ ਤਾਂ ਸਕੇ ਇੱਕ ਹਾਈ ਮਤਲਬ ਕੋਈ ਇੰਟੈਲੀਜੈਂਟ ਤੇ ਕੋਈ ਅੱਛੀ ਲੜਕੀ ਹੋਵੇ ਉਸ ਵਾਸਤੇ ਸਹੀ ਦਿਲਜੀਤ ਦੋਸਾਂਝ ਓ ਮਾਈ ਵਨ ਆਫ ਫੇਵਰਿਟ ਹਰ ਕੁੜੀ ਮਰਦੀ ਉਹਦੇ ਤੇ ਮੈਂ ਤਾਂ ਉਹਦੀ ਬੜੀ ਬਿਗ ਫੈਨ ਆ ਉਹਦੀ ਵਜ੍ਹਾ ਨਾਲ ਮੈਂ ਤੁਹਾਡੀ ਵੀ ਆ ਅੱਛਾ ਉਹ ਹੈ ਇਹ ਕੀ ਕੰਪੈਰੀਜ਼ਨ ਕੀਤਾ ਤੁਸੀਂ ਲਾਈਕ ਮੈਂ ਆਪ ਦਿਲਜੀਤ ਦੀ ਬਹੁਤ ਵੱਡੀ ਫੈਨ ਆ ਤੇ ਮੈਨੂੰ ਹਰ ਉਹ ਬੰਦਾ ਅੱਛਾ ਲੱਗਦਾ ਜਿਹੜਾ ਦਿਲਜੀਤ ਦਾ ਫੈਨ ਜਦੋਂ ਮੇਰਾ ਇਹ ਸ਼ੋਅ ਸਟਾਰਟ ਹੋਣ ਵਾਲਾ ਸੀ ਨਾ ਤੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਪ੍ਰੋਮੋ ਕਿਸਮ ਦਾ ਲਗਾਇਆ ਜਾਂ ਸ਼ਾਊਟ ਆਊਟ ਲਗਾਇਆ ਤੇ ਮੈਂ ਕਿਹਾ ਗੈਸ ਕਰੋ ਮੇਰਾ ਪਹਿਲਾ ਗੈਸਟ ਕੌਣ ਹੋਏਗਾ ਜਾਂ ਸੁਜੈਸਟ ਕਰੋ ਤੇ ਥੱਲੇ ਪਹਿਲਾ ਕਮੈਂਟ ਕੀ ਆਂਦਾ ਹੈ ਦਿਲਜੀਤ ਦੋਸਾਂਝ ਅੱਛਾ ਮੈਂ ਕਿਹਾ ਦਿਲਜੀਤ ਦੋਸਾਂਝ ਸਾਹਿਬ ਤੁਹਾਨੂੰ ਤੱਕ ਜੇ ਤੁਹਾਡੇ ਤੱਕ ਮੈਸੇਜ ਪਹੁੰਚ ਗਿਆ ਨਾ ਤਾਂ ਆ ਜਾਓ ਮੇਰੇ ਪੋਡਕਾਸਟ ਦੇ ਵਿੱਚ ਜ਼ਬਰਦਸਤ ਤਾਂ ਕਿਉਂਕਿ ਪਾਕਿਸਤਾਨ ਦੀ ਆਵਾਮ ਤੁਹਾਨੂੰ ਬਹੁਤ ਲਾਈਕ ਕਰਦੀ ਹੈ ਤੁਹਾਡੇ ਤੇ ਬਹੁਤ ਜ਼ਿਆਦਾ ਮਰਦੀ ਹੈ ਸੱਚੀ ਕੁੜੀਆਂ ਦੇ ਬਹੁਤ ਹੀ ਜ਼ਿਆਦਾ ਦਿਲਜੀਤ ਦੋਸਾਂਝ ਦੀ ਜਿੱਦਾਂ ਦੀ ਪਰਸਨੈਲਿਟੀ ਹੈ ਬਹੁਤ ਚੁਲਬੁਲੀ ਬਹੁਤ ਹੈਪੀ ਕਿਊਟ ਜਿਹੇ ਨੇ ਕਿੰਜ ਦੀ ਕੁੜੀ ਤੁਹਾਨੂੰ ਲੱਗਦਾ ਹੈ ਜਾਂ ਚੜ੍ਹਦੇ ਪੰਜਾਬ 'ਚ ਕੋਈ ਤੁਹਾਨੂੰ ਇੰਦੀ ਕੁੜੀ ਲੱਗਦੀ ਹੈ ਜਿੱਦਾਂ ਕਿ ਸੋਨਮ ਬਾਜਵਾ ਵੀ ਹੈ ਜਿੱਦਾਂ ਕਿ ਨੀਰੂ ਤੇ ਇਜ਼ ਮੈਰਿਡ ਨਾ ਤੇ ਹੋਰ ਕੋਈ ਐਸੀ ਬਹੁਤ ਹੀ ਕਿਊਟ ਜੀ ਕੁੜੀ ਜਿਹੜੀ ਤੁਹਾਨੂੰ ਲੱਗਦਾ ਕਿ ਦਿਲਜੀਤ ਦੇ ਨਾਲ ਇਹਦੀ ਜੋੜੀ ਬਹੁਤ ਕਾਮਯਾਬ ਰਹੇਗੀ ਮੈਨੂੰ ਜ਼ਿਆਦਾਤਰ ਉਹਨਾਂ ਦੀ ਕੈਮਿਸਟਰੀ ਜਿਹੜੀ ਨਾ ਸੋਨਮ ਬਾਜਵਾ ਨਹੀਂ ਅੱਛੀ ਲੱਗੀ ਹੈ ਹਾਂ ਤੇ ਸੋਨਮ ਬਾਜਵਾ ਦੀ ਤਾਂ ਵਿਆਹ ਹੋ ਗਿਆ ਵਾਕਈ ਲੇਕਿਨ ਉਹ ਅੱਛੇ ਇੱਕ ਮਤਲਬ ਉਹਨਾਂ ਦੀ ਨਾ ਕਾਫੀ ਜ਼ਿਆਦਾ ਮੂਵੀਜ਼ ਵੀ ਉਹਨਾਂ ਨਾਲ ਕੇ ਚੀਜ਼ਾਂ ਨਾ ਅੱਛੀ ਲੱਗ ਰਹੀ ਸੀ ਸੋਨਮ ਬਾਜਵਾ ਨਾਲ ਜਾਂ ਫਿਰ ਕੋਈ ਤੁਹਾਡੇ ਵਰਗੀ ਚੁਰਮੁਲੀ ਜੀ ਦੋਨੇ ਪੰਜਾਬੀ ਤੇ ਕੰਬੀਨੇਸ਼ਨ ਬਹੁਤ ਅੱਛਾ ਹੈ ਓਕੇ ਕਲਰ ਸਾਈਕੋਲੋਜੀ ਫਤਿਆ ਕਲਰ ਸਾਈਕੋਲੋਜੀ ਵੀ ਵਾਕਈ ਮੈਟਰ ਕਰਦੀ ਹੈ ਕੀ ਹੈ ਪਹਿਲੇ ਤਾਂ ਇਹ ਦੱਸੋ ਰੰਗਾਂ ਦਾ ਜ਼ਿੰਦਗੀ ਤੇ ਅਸਰ ਹੁੰਦਾ ਹੈ ਜਾਂ ਇਹ ਸਿਰਫ ਮਾਰਕੀਟਿੰਗ ਸਟ੍ਰੈਟੇਜੀ ਹੈ ਕਿ ਤੁਹਾਡੇ ਕਮਰੇ ਦਾ ਕਲਰ ਇਹ ਹੋਏਗਾ ਕਿਉਂਕਿ ਪੇਂਟਾਂ ਵੇਚਣੀਆਂ ਉਹਨਾਂ ਨੇ ਮੋਬਾਈਲ ਕਵਰ ਜਿਸਾਂ ਆਈਫੋਨ ਹੈ ਤੇ ਔਰੇਂਜ ਕਲਰ ਦਾ ਬਣਾਤਾ ਹੈ ਨਾ ਤੇ ਹੁਣ ਹਰ ਕਿਸੇ ਨੇ ਔਰੇਂਜ ਹੀ ਲੈਣਾ ਹੈ ਤਾਂ ਕਿ ਦੁਨੀਆ ਨੂੰ ਪਤਾ ਚੱਲੇ ਮੈਂ ਆਈਫੋਨ 17 ਪ੍ਰੋ ਮੈਕਸ ਖਰੀਦਿਆ ਤਾਂ ਮੈਨੂੰ ਇਹ ਦੱਸੋ ਕਿ ਕਲਰਸ ਵਾਕਈ ਮੈਟਰ ਕਰਦੇ ਨੇ ਜ਼ਿੰਦਗੀ ਤੇ ਅਸਰ ਅੰਦਾਜ਼ ਹੁੰਦੇ ਨੇ ਕਲਰ ਵਾਕਈ ਹੀ ਮਤਲਬ ਅਗਰ ਤੁਹਾਡਾ ਮੂਡ ਜਿਹੜਾ ਖਰਾਬ ਆ ਤੁਸੀਂ ਕੋਈ ਅੱਛਾ ਕਲਰ ਪਾ ਲੈਂਦੇ ਆ ਜਾਂ ਅੱਛੇ এনवायरमेंट 'ਚ ਚੱਲ ਜਾਂਦੇ ਨਾ ਤੇ ਤੁਹਾਡਾ ਮੂਡ ਹੈਪੀ ਹੋ ਜਾਂਦਾ ਮਤਲਬ ਡੋਪਾਮਾਈਨ ਤੁਹਾਡਾ ਜ਼ਿਆਦਾ ਹੋ ਜਾਂਦਾ ਕਲਰ ਜਿਹੜਾ ਹੈ ਨਾ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਇੰਪੋਰਟੈਂਸ ਆ ਹੁਣ ਤੁਸੀਂ ਕਿਹੜਾ ਕਲਰ ਪਾਉਂਦੇ ਆ ਕਿਸੇ ਮਤਲਬ ਜਗ੍ਹਾ ਤੇ ਜਾਂਦੇ ਉਹਨਾਂ ਦਾ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਆ ਉਹ ਸਾਰਾ ਕੁਝ ਤੁਹਾਡੇ ਮੂਡ ਤੇ ਤੁਹਾਡੀ ਪਰਸਨੈਲਿਟੀ ਤੇ ਅਫੈਕਟ ਹੋਊਗਾ ਹੁਣ ਫੋਰ ਐਗਜ਼ਾਮਪਲ ਹੁਣ ਤੁਸੀਂ ਅਕਸਰ ਜਾਂਦੇ ਹੁੰਦੇ ਕਿ ਜੈਸੇ KFC ਵਾਲਿਆਂ ਨੇ ਕਾਫੀ ਰੈੱਡ ਤੇ ਉਹ ਵਾਈਟ ਰੱਖਿਆ ਕਿਉਂ ਮੋਸਟਲੀ ਰੈੱਡ ਐਂਡ येलो बहुत मार्केटिंग काफी ज्यादा इसलिए क्योंकि ब्राइट कलर रखते हैं कि ज्यादा फोकस से आवे हाँ फिर अक्सर एक्सथेटिक जगह वा उन्हां च थोड़ा डार्क रखते हैं कि थोड़ा व्यू इसी तरह दा आवे बच्चों दा पिंक वगैरह करते हैं कि बेबी दा रूम आ थोड़ा लाइट टोनर च इसी तरह अगर ਤੁਹਾਡਾ मूड खराब है तुसी किसी ग्रीन जगह ते चले जाओ तुसी सबज जगह ते जाओगे ਤੁਹਾਡਾ मूड ऑटोमेटिकली बेहतर हो जाएगा किसी सबज रंग ਨੂੰ देख लोगे ਤੁਹਾਡਾ मूड अच्छा हो जाएगा इसीलिए कलर हमेशा ਉਹੀ ਚੂਜ਼ ਕਰਨਾ ਚਾਹੀਦਾ ਜਿਹੜੀ ਤੁਹਾਡੀ ਪਰਸਨੈਲਿਟੀ ਤੇ ਵੀ ਅੱਛਾ ਲੱਗੇ ਤੁਹਾਡਾ मूड ਤੇ ਵੀ ਸਹੀ ਅੱਛਾ ਮੈਂ ਤੁਹਾਡੇ ਸਾਹਮਣੇ ਨੂੰ 3 ਸਿਚੁਏਸ਼ਨਸ ਰੱਖਾਂਗੀ ਤੁਸੀਂ ਦੱਸਣਾ ਹੈ ਕਿ ਇਹ ਸਿਚੁਏਸ਼ਨ ਦੇ ਵਿੱਚ ਕਿਹੜਾ ਰੰਗ ਅਸਰ ਕਰੇਗਾ ਕੋਈ ਸਟ੍ਰੈਸਡ ਇਨਸਾਨ ਹੈ ਬਹੁਤ ਜ਼ਿਆਦਾ ਉਹ ਕਿੱਥੇ ਜਾਵੇ ਕੀ ਕਰੇ ਕਿਹੜੇ ਕਲਰ ਨੂੰ ਦੇਖੇ ਕਿਹੜਾ ਕਲਰ ਪਾਵੇ ਜਾਂ ਕੀ ਕਰੇ ਅਗਰ ਕੋਈ ਸਟ੍ਰੈਸਫੁਲ ਇਨਸਾਨ ਆ ਉਹ ਨੇਚਰ ਦੇ ਕਰੀਬ ਜਾਵੇ ਗ੍ਰੀਨਰੀ ਦੇ ਵਿੱਚ ਜਾਵੇ ਮਤਲਬ ਦਰਖਤ ਨੂੰ ਜਾ ਕੇ ਜੱਫੀ ਪਾ ਲਵੇ ਨਹੀਂ ਜਿੱਦਾਂ ਕੋਈ ਗਾਰਡਨ ਵਗੈਰਾ ਜਿਸ ਤਰ੍ਹਾਂ ਗਾਰਡਨ ਆ ਕੋਈ ਬਾਗ ਆ ਕੋਈ ਆਊਟਸਾਈਡ ਜਗ੍ਹਾ ਤੇ ਜਾਵੇ ਨੈਚੁਰਲ ਮਤਲਬ ਉਹਦਾ ਕੀ ਆਸਮਾਨ ਲਾਈਟ ਕਲਰ ਦਾ ਇਰਦ ਗਿਰਦ ਗ੍ਰੀਨਰੀ ਆ ਤਾਂ ਉਹਦਾ ਮੂਡ ਬਿਹਤਰ ਹੋ ਜਾਏਗਾ ਹਰਿਆਲੀ ਦੇ ਕਰੀਬ ਜਾਊਗਾ ਉਹਦਾ ਮੂਡ ਬਿਹਤਰ ਹੋਊਗਾ ਸਹੀ ਅੱਛਾ ਜੇ ਕੋਈ ਫॉर ਐਗਜ਼ਾਮਪਲ ਹਾਈਪਰ ਐਕਟਿਵ ਬੱਚਾ ਹੈ ਉਹਦੇ ਵਾਸਤੇ ਕਿਹੜਾ ਕਲਰ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ এনवायरमेंट ਹੋਣਾ ਚਾਹੀਦਾ ਅਗਰ ਕੋਈ ਹਾਈਪਰ ਐਕਟਿਵ ਬੱਚਾ ਵਾ ਸਭ ਤੋਂ ਪਹਿਲੇ ਤਾਂ ਉਹਦੇ ਇਰਦ ਗਿਰਦ ਅਸੀਂ ਜਿਹੜੇ ਨਾ ਬ੍ਰਾਈਟ ਕਲਰ ਰੈੱਡ ਕਲਰ ਵਗੈਰਾ ਉਹ ਖਤਮ ਕਰ ਦਿੰਦੇ ਆ ਕਿਉਂਕਿ ਜ਼ਿਆਦਾ ਹਾਈਪਰ ਐਕਟਿਵ ਆ ਉਹਨੂੰ ਹਮੇਸ਼ਾ ਲਾਈਟਰ ਟੋਨਰ ਚ ਰੱਖਦੇ ਲਾਈਕ ਸਕਾਈ ਬਲੂ ਵਗੈਰਾ ਹੁਣ ਜਿਹੜੇ
ਜਿਹੜੇ ਵੀ ਕਲਰ ਕੋਈ ਪਸੰਦ ਵੀ ਕਰਦਾ ਨਾ ਉਹ ਤੋਂ ਵੀ ਉਹਦੀ ਪਰਸਨੈਲਿਟੀ ਦਾ ਅੰਦਾਜ਼ਾ ਹੁੰਦਾ ਵਾ। ਜਿੱਦਾਂ ਕਿਸੇ ਦਾ ਰੈੱਡ ਕਲਰ ਫੇਵਰੇਟ ਆ ਤਾਂ ਕਾਫੀ ਹਾਈਪਰ ਹੁੰਦੇ ਆ, ਕਿਸੇ ਦਾ ਜੋ ਹੈ ਗ੍ਰੀਨ ਕਲਰ ਫੇਵਰੇਟ ਆ ਇਹਦਾ ਮਤਲਬ ਉਹ ਠੰਡੇ ਮਤਲਬ ਇਹਦੇ ਉੱਤੇ ਅਸੀਂ ਆਵਾਂਗੇ ਮੈਂ ਤਾਂ ਕਿ ਹਰ ਇੱਕ ਨੂੰ ਉਹਦੇ ਕਲਰ ਮਿਲ ਜਵੇ। ਅੱਛਾ ਕੋਈ ਰੋਮਾਂਟਿਕ ਕਪਲ ਹੈ ਲੇਕਿਨ ਉਹਦਾ ਰੋਮਾਂਸ ਬਿਲਕੁਲ ਜ਼ਿੰਦਗੀ ਚੋਂ ਖਤਮ ਹੋ ਚੁੱਕਿਆ ਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ, এনवायरमेंट ਕੀ ਹੋਣੀ ਚਾਹੀਦੀ ਹੈ, ਕਲਰ ਕੀ ਹੋਣਾ ਚਾਹੀਦਾ? ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਅੱਛਾ ਕਲਰ ਜਿਹੜਾ ਵਾ ਉਹ ਰੈੱਡ ਕਲਰ ਆ, ਪਿੰਕ ਕਲਰ ਆ। ਇਰਦ ਗਿਰਦ ਜੋ ਹੈ ਸਟਾਰਟ ਜਿਹੜਾ ਪਿੰਕ ਵੀ ਕਰਾ ਸਕਦੇ ਆ, ਰੈੱਡ ਕਲਰ ਵੀ ਕਰਾ ਸਕਦੇ ਆ, ਯੈਲੋਇਸ਼ ਵੀ ਕਰਾ ਸਕਦੇ ਆ ਕਿ ਉਹਨਾਂ ਨੂੰ ਕਲਰਫੁਲ ਰਹਿਣਾ ਚਾਹੀਦਾ। ਇਸ ਤਰ੍ਹਾਂ ਨਹੀਂ ਕਿ ਵਾਈਟ ਰੂਮ 'ਚ ਰਹਿ ਰਹੇ ਆ, ਨੀਲੇ ਰੂਮ 'ਚ ਨਹੀਂ, ਉਹ ਬ੍ਰਾਈਟ ਤਰਫ ਆਣ ਕਿ ਬ੍ਰਾਈਟ 'ਚ ਆਣ, ਲਾਈਟਿੰਗ 'ਚ ਰਹਿਣ। ਸਹੀ। ਅੱਛਾ ਹੁਣ ਅਸੀਂ ਕੁਝ ਪਰਸਨੈਲਿਟੀਜ਼ ਜੱਜ ਕਰਾਂਗੇ ਕਿ ਫॉर ਐਗਜ਼ਾਮਪਲ ਜੇ ਕਿਸੇ ਨੂੰ ਨੀਲਾ ਰੰਗ ਪਸੰਦ ਹੈ ਉਹਦੀ ਪਰਸਨੈਲਿਟੀ ਕਿੰਝ ਦੀ ਹੈ? ਅਗਰ ਕਿਸੇ ਨੂੰ ਨੀਲਾ ਪਸੰਦ ਹੈ ਇਹਦਾ ਮਤਲਬ ਉਹ ਕਾਮ ਆ। ਅਬ ਨੀਲੇ ਦੀ ਵੀ ਟਾਈਪ ਆ ਜਾਂਦੀ, ਸਕਾਈ ਬਲੂ, ਡਾਰਕ, ਮਤਲਬ ਉਹ ਥੋੜੇ ਕਾਮ ਹੁੰਦੇ ਆ ਔਰ ਬਾਤ ਨੂੰ ਜਿਹੜੇ ਸੋਚ ਸਮਝ ਕੇ ਕਰਦੇ ਆ। ਠੀਕ ਹੈ। ਪੀਲੇ ਰੰਗ ਨੂੰ ਪਸੰਦ ਕਰਨ ਵਾਲੇ ਲੋਕ ਕਿੰਝ ਦੇ ਹੁੰਦੇ ਆ? ਫ੍ਰੈਂਡਲੀ ਨੇਚਰ ਦੇ ਹੁੰਦੇ ਆ, ਜਲਦੀ ਮਤਲਬ ਆਪਸ ਵਿੱਚ ਘੁਲ ਮਿਲ ਜਾਂਦੇ ਆ। ਲੇਕਿਨ ਮੈਂ ਸੁਣਿਆ ਪੀਲਾ ਗੁਲਾਬ ਦਾ ਫੁੱਲ ਤੇ ਨਫ਼ਰਤ ਦਾ ਫੁੱਲ ਹੁੰਦਾ ਹੈ। ਲੇਕਿਨ ਫ੍ਰੈਂਡਲੀ ਹੁੰਦੇ। ਉਹ ਕਹਿੰਦੇ ਨਹੀਂ ਸੀ ਬਚਪਨ 'ਚ ਵੀ ਯੈਲੋ ਡਰਟੀ ਫੈਲੋ। ਯੈਲੋ ਜਿਹੜੇ ਆ ਨਾ ਪਸੰਦੀਦਾ ਮਤਲਬ ਫ੍ਰੈਂਡਲੀ ਹੁੰਦੇ ਆ, ਘੁਲਣ ਮਿਲਣ ਵਾਲੇ ਹੁੰਦੇ ਆ। ਸਹੀ। ਕਾਲਾ ਰੰਗ ਜਿਹੜਾ ਵਾ ਸਭ ਤੋਂ ਮਤਲਬ ਜਿਹੜੇ ਚੂਜ਼ ਕਰਦੇ ਆ ਇਹਨਾਂ ਦਾ ਰੋਮਾਂਟਿਕ ਕਪਲ ਵੀ ਹੁੰਦੇ ਆ, ਰੋਮਾਂਟਿਕ ਹੁੰਦੇ ਆ ਔਰ ਇਸ ਤੋਂ ਇਲਾਵਾ ਡਰਾਮੈਟਿਕ। ਹਾਂ, ਕਾਫੀ ਜ਼ਿਆਦਾ ਖਿਆਲਾਤੀ ਦੁਨੀਆ 'ਚ ਵੀ ਮਤਲਬ ਬਣਾ ਲੈਂਦੇ ਆ। ਇਮੈਜਿਨੇਸ਼ਨ ਇਹਨਾਂ ਦੀ ਬਹੁਤ ਅੱਛੀ ਹੁੰਦੀ ਆ। ਸਹੀ। ਸਬਜ਼ ਰੰਗ ਜਿੰਨੇ ਵੀ ਹੁੰਦੇ ਆ ਅੱਜ ਜ਼ਿਆਦਾਤਰ ਜਿਹੜੇ ਆ ਠੰਡੇ ਮਿਜ਼ਾਜ ਦੇ ਹੁੰਦੇ ਆ, ਕੂਲ ਡਾਊਨ ਹੁੰਦੇ ਆ। ਇਸ ਤੋਂ ਇਲਾਵਾ ਗਹਿਰਾਈ ਤੋਂ ਮਤਲਬ ਪਤਾ ਲੱਗ ਜਾਂਦਾ ਵਾ ਕਿ ਹਾਂ ਸਬਜ਼ ਰੰਗ ਦਾ ਬੰਦਾ ਮਤਲਬ ਇਹਨੂੰ ਗਹਿਰਾਈ ਦਾ, ਅਲਫਾਜ਼ ਦੇ ਚੁਣਾਵ ਦਾ ਪਤਾ ਹੁੰਦਾ ਵਾ। ਸਫੈਦ ਰੰਗ ਅਮਨ ਪਸੰਦ, ਪੀਸਫੁਲ ਮਾਈਂਡ ਪਰਸਨੈਲਿਟੀ ਹੈ। ਵਾਈਟ ਯਾਨੀ ਸਕੂਨ। ਓਕੇ। ਬ੍ਰਾਊਨ ਕਲਰ ਦੀ ਪਰਸਨੈਲਿਟੀ ਜਿਹੜੀ ਹੈ ਨਾ ਲਾਈਕ ਡਬਲ ਮਾਈਂਡਡ, ਕਨਫਿਊਜ਼ ਵੀ ਹੁੰਦੇ ਆ ਕਿ ਆਹ ਚੀਜ਼ ਲੈ ਲਈਏ, ਆਹ ਕਰ ਲਈਏ, ਆਹ ਚੀਜ਼ ਠੀਕ ਆ, ਆਹ ਚੀਜ਼ ਮਤਲਬ ਹਮੇਸ਼ਾ ਦੋ ਮਾਈਂਡ ਰਹਿੰਦੇ ਆ, ਡਬਲ ਮਾਈਂਡਡ ਰਹਿੰਦੇ ਆ। ਇਸ ਤੋਂ ਇਲਾਵਾ ਇਹਨਾਂ ਦੀ ਪਰਸਨੈਲਿਟੀ ਜਿਹੜਾ ਪੋਜ਼ਿਟਿਵ ਪੁਆਇੰਟ ਆ ਵਾ ਕਿ ਮਤਲਬ ਦਿਲ ਦੇ ਬਹੁਤ ਅੱਛੇ ਹੁੰਦੇ ਆ। ਹਾਂ, ਅਹਿਸਾਸਮੰਦ। ਸਹੀ। ਸੁਰਖ ਰੰਗ ਜਿਹੜਾ ਪੈਸ਼ਨ ਬਹੁਤ ਆ। ਅਗਰ ਮੁਹੱਬਤ ਕਰਦੇ ਆ ਤਾਂ ਪੈਸ਼ਨ ਹੋ ਕੇ ਜਨੂਨ ਦੀ ਹੱਦ ਤੱਕ, ਨਫ਼ਰਤ ਕਰਦੇ ਆ ਫਿਰ ਵੀ ਕਿ ਪੈਸ਼ਨੇਟ ਬਹੁਤ ਹੁੰਦੇ ਆ। ਤੇ ਦੁਲਹਨ ਨੂੰ ਹਮੇਸ਼ਾ ਲਾਲ ਰੰਗ ਹੀ ਕਿਉਂ ਪਹਿਨਾਇਆ ਜਾਂਦਾ ਹੈ? ਮੁਹੱਬਤ ਦਾ ਰੰਗ ਹੈ ਨਾ, ਸਮਝੋ ਗੁਲਾਬ ਦੇ ਫੁੱਲ ਮੁਹੱਬਤ ਵਾਸਤੇ। ਸਹੀ। ਓਕੇ। ਅੱਛਾ ਫਤੀਆ, ਇਹ ਦੱਸੋ ਕਿ ਅਸੀਂ ਕਿਸੇ ਨੂੰ ਸ਼ਾਦੀ ਵਾਸਤੇ ਕੰਸੀਡਰ ਕਰ ਰਹੇ ਹਾਂ ਤੇ ਕੋਈ ਐਸੇ 3 ਰੈੱਡ ਫਲੈਗ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹਦੀ ਪਰਸਨੈਲਿਟੀ ਜੇ ਉਕਾਸ਼ਾ ਹੈਗੇ ਤੇ ਤੁਸੀਂ ਉਹਨੂੰ ਚੂਜ਼ ਨਹੀਂ ਕਰਨਾ, ਤੇ ਐਸੇ 3 ਗ੍ਰੀਨ ਫਲੈਗ ਕਿ ਜੇ ਇਹ ਕਿਸੇ ਦੇ ਇਨਸਾਨ ਦੇ ਵਿੱਚ ਹੈ ਉਹਨੂੰ ਫੌਰਨ ਜਾਣ ਨਹੀਂ ਦੇਣਾ ਕਿਤੇ? ਅੱਛਾ ਗੱਲ ਦੱਸਾਂ ਕਿ ਕਿੱਦਾਂ ਪਤਾ ਲੱਗ ਜੂਗਾ? ਉਹ ਸਿਆਣੇ ਕਹਿੰਦੇ ਨਹੀਂ ਸੀ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ, ਕਿ ਜਦੋਂ ਤੱਕ ਤੁਸੀਂ ਕਿਸੇ ਨਾਲ ਰਹਿੰਦੇ ਨਹੀਂ ਨਾ ਤੁਹਾਨੂੰ ਨਹੀਂ ਪਤਾ ਲੱਗਦਾ। ਤੁਸੀਂ ਕਿਸੇ ਨਾਲ 1 ਘੰਟਾ ਮਿਲ ਲਓ, 2 ਘੰਟੇ ਮਿਲ ਲਓ, ਕਿਸੇ ਨਾਲ ਮਤਲਬ 4 ਮਹੀਨੇ ਕਰ ਲਓ, ਫਿਰ ਲਓ, ਤਾਂ ਉਹਨੇ ਸਹੀ ਮਿਲਣਾ। ਜਦੋਂ ਤੱਕ ਤੁਸੀਂ 24 ਘੰਟੇ ਨਹੀਂ ਨਾ ਰਹਿਣਾ 24/7 ਤੁਹਾਨੂੰ ਨਹੀਂ ਪਤਾ ਲੱਗਣਾ ਉਹ ਕਿਸ ਕੈਟਾਗਰੀ ਦਾ ਵਾ। ਲੇਕਿਨ ਫਿਰ ਵੀ ਇੱਕ ਹੁੰਦਾ ਵਾ ਰੈੱਡ ਫਲੈਗ। ਮੈਂ ਚਾਹਲੀ ਸਾਡੀ ਆਡੀਅנס ਨੂੰ, ਸਾਡੀ ਕੁੜੀਆਂ ਤੇ ਸਾਡੇ ਮੁੰਡੇ ਜੇ ਕਿਸੇ ਨੂੰ ਮਿਲ ਰਹੇ ਆ, ਕੋਈ ਦੋਸਤੀ ਹੈ ਤੇ ਕੰਸੀਡਰ ਕਰ ਰਹੇ ਕਿ ਅਸੀਂ ਇਹਦੇ ਨਾਲ ਵਿਆਹ ਕਰੀਏ, ਤੇ ਕਿਹੜੇ ਐਸੇ 3 ਰੈੱਡ ਫਲੈਗ ਹੈ ਕਿ ਉਹ ਦੇਖ ਲੈਣ ਕਿ ਇਹਦੀ ਪਰਸਨੈਲਿਟੀ ਜੇ ਅੱਛਾ ਨਹੀਂ ਹੈ, ਇਹਦੇ ਨਾਲ ਨਹੀਂ ਹੋ ਸਕਦਾ? ਸਭ ਤੋਂ ਪਹਿਲਾ ਜਿਹੜਾ ਰੈੱਡ ਫਲੈਗ ਹੈ ਨਾ ਉਹ 'ਚ ਜੈਲਸੀ ਬਹੁਤ ਹੁੰਦੀ ਆ। ਕਿ ਮਤਲਬ ਜੈਲਸੀ ਕਿਸ ਤਰ੍ਹਾਂ ਕਿ ਉਹ ਬਰਦਾਸ਼ਤ ਨਹੀਂ ਕਰਦਾ, ਬੇਸ਼ੱਕ ਉਹ ਮੇਲ ਆ ਕਿ ਮੇਰਾ ਪਾਰਟਨਰ ਜਾਂ ਮੇਰੀ ਪਾਰਟਨਰ ਗਰੋ ਕਿਉਂ ਕਰ ਰਹੀ ਆ, ਅੱਗੇ ਕਿਉਂ ਵਧ ਰਹੀ ਆ, ਫਿਰ ਬਾਰ-ਬਾਰ ਤੂੰ ਮੈਸੇਜ ਕਿਉਂ ਕੀਤਾ, ਤੂੰ ਬਿਜ਼ੀ ਕਿਉਂ ਸੀ, ਆਪਣੀ ਲੋਕੇਸ਼ਨ ਭੇਜ। ਆ ਇੱਕ ਰੈੱਡ ਫਲੈਗ ਦੀ ਨਿਸ਼ਾਨੀ ਹੈ। ਟਰਸਟ ਇਸ਼ੂਜ਼ ਬਹੁਤ ਕਹਿੰਦੇ ਅਸੀਂ ਪੋਜ਼ੈਸਿਵਨੈਸ नहीं है, तो पागलपन है, ज़हनी बीमारी है, मैं मर जाऊंगा, ये कर जाऊंगा। भैया ज़हनी बीमारी है तो इलाज कराओ। फिर कोई मैसेज भेजना, मैसेज फिर मोबाइल खोल के देखी जाना, इन्हें मैसेज सीन करता, रिप्लाई नहीं किया। अच्छा हाँ, पिक्चर भेजती, रिप्लाई नहीं किया। हाँ कोई मतलब हार्ट का नहीं ओमेजी भेजिया, कुछ नहीं भेजिया की है कि मतलब इस तरह के लोग जो है ना रेड फ्लैग है, इन्हां तो बचो। कि जेड़ा हर वक्त जेड़े तुहाडी पर्सनैलिटी तुसीं अच्छे भी लग रहे हो ना, फिर भी कह देना नहीं आ चीज़ नहीं ठीक, आ कर नहीं ठीक। इस तरह के लोगों तो बचो, आ मैंटल हैल्थ वास्ते भी नहीं ठीक। ते अगर अच्छे लोगों की गल की जाए तो सब तो पहले आई है कि इज्जत दिंदे आ, रिस्पैक्ट दिंदे आ। हर तुहाडे जो भी तुसीं ग्रो कर रहे हैं, कुछ भी कर रहे हैं, तुहाडे नाल हुंदे आ कि नहीं ये करो, मैं तुम्हारे साथ हूँ। कि हर मतलब पुश बैक करते हैं, मोटिवेट करते हैं, सब तो अच्छी निशानी है। दूसरा ट्रस्ट करते हैं, तुसीं किते भी जाओ, कुछ भी कर लो, ठीक आ, किसी नाल गल कर रहे हैं तो कोई गल नहीं कर, मैनूं ते इत्ते ट्रस्ट आ,
ਕਿ ਸਹੀ। ਟਰਸਟ ਦਾ ਐਲੀਮੈਂਟ ਹੁੰਦਾ ਵਾ। ਹਾਂ। ਆ ਦੂਸਰੀ ਆ। ਤੀਸਰੀ ਅੱਜ ਕੱਲ ਜਿਹੜੇ ਲੋਕ ਕਰਦੇ ਆ ਇਨਕਮ ਦੇਖ ਕੇ ਕਰਦੇ ਆ। ਹਾਂ। ਮੈਂ ਵੀ ਕਹਿੰਦੀ ਆ ਕਿ ਹਾਂ ਪੈਸਾ ਮਤਲਬ ਸਭ ਕਰਦਾ ਕੁਝ ਹੈ। ਨਹੀਂ ਹੈਗਾ, ਹਾਂ। ਲੇਕਿਨ ਬਹੁਤ ਕੁਝ ਵੀ ਹੈਗਾ ਵਾ। Okay। ਹਾਂ, ਪਹਿਲੀ ਲੜਾਈ ਮੀਆਂ ਬੀਵੀ ਵਿੱਚ ਪੈਸੇ ਦੀ ਹੁੰਦੀ ਆ। ਹਾਂ, ਜਦੋਂ ਲੇਕਿਨ ਖਰਚੇ ਨਹੀਂ ਸਿਰਫ ਪੂਰੇ ਤੇ ਹੁੰਦੇ। ਸਿਰਫ ਤੇ ਸਿਰਫ ਤੁਸੀਂ ਪੈਸਾ ਦੇਖ ਕੇ ਵੀ ਨਹੀਂ ਰਿਸ਼ਤਾ ਤੈਅ ਕਰਨਾ ਕਿ ਉਹਦੇ ਕੋਲ ਪੈਸਾ ਮੈਂ ਰਿਸ਼ਤਾ ਤੈਅ ਕਰ ਲਾਂ। ਨਹੀਂ, ਕਿਉਂਕਿ ਪੈਸਾ ਆने जाने वाली चीज है। आज पैसा है कल नहीं है, लेकिन इतना भी नहीं देखना कि कोई जीरो ਤੇ ਹੀ ਆ। ਕੁਛ ਨਾ ਕੁਛ ਲਾਜ਼ਮੀ ਦੇਖਣਾ ਵਾ। ਬਿਲਕੁਲ। ਅੱਛਾ ਫਤੀਹਾ, ਜਾਂਦੇ ਜਾਂਦੇ ਤੁਸੀਂ ਸਾਡੇ ਆਡੀਅנס ਨੂੰ ਕੋਈ ਮਸ਼ਵਰਾ ਦੇਣਾ ਚਾਹੋ ਲਾਈਫ ਸਟਾਈਲ ਨੂੰ ਬਿਹਤਰ ਕਰਨ ਦਾ, ਸਕੂਨ ਦਾ, ਜਾਂ ਕੋਈ ਵੀ ਐਸੀ ਚੀਜ਼ ਜ਼ਿੰਦਗੀ 'ਚ ਬੇਚੈਨੀ ਹੈ, ਡਿਪਰੈਸ਼ਨ ਹੈ, ਸਕੂਨ ਨਹੀਂ ਹੈ, ਹਰ ਏਜ ਵਾਸਤੇ ਇੱਕ ਬੇਸਿਕ ਮਸ਼ਵਰਾ ਦੇ ਦਿਓ। ਅੱਛਾ, ਮੈਂ ਮਸ਼ਵਰਾ ਆਹੀ ਦਊਂਗੀ ਕਿ ਅੱਜ ਕੱਲ ਅਗਰ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਨਾ ਤੇ ਦੂਸਰੇ ਨੂੰ ਮਤਲਬ ਸੁਣਨਾ ਸ਼ੁਰੂ ਕਰੋ ਤੇ ਆਪਣਾ ਲਾਈਫ ਸਟਾਈਲ ਬਿਹਤਰ ਕਰੋ। ਆਪਣੀ ਲਾਈਫ ਸਟਾਈਲ 'ਚ ਕੀ ਬਿਹਤਰ ਕਰਨਾ? ਆਪਣੀ ਨੀਂਦ। ਹੁਣ ਕੀ ਆ ਲਾਈਫ ਸਟਾਈਲ 'ਚ 12 1 2 ਵਜੇ ਤੱਕ ਜਾਗਦੇ ਰਹਿਣਾ, ਫੋਨ ਦੇਖਦੇ ਰਹਿਣਾ। ਮੋਬਾਈਲ ਫੋਨ ਨੂੰ ਕਮ ਤੋਂ ਕਮ ਇਸਤੇਮਾਲ ਕਰੋ। ਇੱਕ ਦਿਨ ਦਾ ਕਮ ਸੇ ਕਮ ਡਿਜੀਟਲ ਬ੍ਰੇਕ ਲਾਜ਼ਮੀ ਲਓ। ਡਿਜੀਟਲ ਬ੍ਰੇਕ ਲਓਗੇ, ਅਕਸਰ ਆਉਂਦੇ ਆ ਪੇਸ਼ੈਂਟ, ਮੈਡਮ ਅਟੈਂਸ਼ਨ ਨਹੀਂ ਹੋ ਰਿਹਾ, ਫੋਕਸ ਨਹੀਂ ਹੋ ਰਿਹਾ, ਓਵਰ ਥਿੰਕਿੰਗ ਹੋ ਰਹੀ ਆ। ਇਹਦਾ ਮਤਲਬ ਤੁਹਾਡਾ ਸਕਰੀਨ ਟਾਈਮ ਬਹੁਤ ਜ਼ਿਆਦਾ ਵਾ। ਤੁਸੀਂ ਇੱਕ ਦਿਨ ਦਾ ਲਾਜ਼ਮੀ ਡਿਜੀਟਲ ਡਿਟੌਕਸ ਲੈਣਾ ਵਾ ਕਿ ਉਸ ਦਿਨ ਤੁਸੀਂ ਸਿਰਫ ਤੇ ਸਿਰਫ ਇੰਪੋਰਟੈਂਟ ਕਾਲ ਹੀ ਸੁਣੋ, ਰੀਲਸ ਵਗੈਰਾ ਨਾ ਦੇਖੋ। ਤੇ ਘਰ ਦੇ ਖਾਣੇ ਖਾਓ, ਵਾਕ ਵਗੈਰਾ ਕਰੋ। ਡੇਲੀ ਵਾਕ ਨਹੀਂ ਕਰ ਸਕਦੇ ਤੇ ਵੀਕ 'ਚ ਐਟਲੀਸਟ 3 ਦਿਨ ਲਾਜ਼ਮੀ ਕਰੋ। 3 ਦਿਨ ਵੀ ਨਹੀਂ ਕਰ ਸਕਦੇ ਤੇ 2 ਦਿਨ ਕਰੋ। 2 ਦਿਨ ਵੀ, 1 ਦਿਨ ਤੱਕ ਲਾਜ਼ਮੀ ਕਰੋ ਕਿ ਛੋੜੋ ਨਾ। ਆਪਣੇ ਆਪ ਨੂੰ ਹਾਈਡਰੇਸ਼ਨ ਦਾ ਖਿਆਲ ਰੱਖੋ, ਅੱਛਾ ਸੋਚੋ। ਜਿੱਦਾਂ ਦਾ ਸੋਚੋਗੇ ਜ਼ਿੰਦਗੀ ਵੈਸੇ ਹੀ ਕਰੇਗੀ। ਅੱਛੇ ਲੋਕਾਂ ਨਾਲ ਮਿਲੋ। ਲੇਕਿਨ ਫਤੀਹਾ, ਜਾਣ ਤੋਂ ਪਹਿਲੇ ਦੇਖੋ, ਫੈਸਲਾਬਾਦ ਤੋਂ ਤੁਸੀਂ ਤਾਲੁਕ ਰੱਖਦੇ ਹੋ, ਮੈਨੂੰ ਜੁਗਤਾਂ ਨਹੀਂ ਤੁਸੀਂ ਅਜੇ ਤੱਕ ਚੰਗੀਆਂ ਕੀਤੀਆਂ। ਜੁਗਤਾਂ 'ਚ ਤੁਸੀਂ ਜ਼ੀਰੋ ਹੋ ਜ਼ਰਾ। ਜਾਣਨ ਦਾ ਕੋਈ ਐਸੀ ਪੱਕੀ ਜੁਗਤ ਕਿ ਮੈਨੂੰ ਸਾਰੀ ਜ਼ਿੰਦਗੀ ਚੁੱਭਦੀ ਰਹੇ। ਅਸਲ 'ਚ ਟੌਪਿਕ ਕਾਫੀ ਸੀਰੀਅਸ ਸੀ ਤੇ ਮਤਲਬ ਲੋਕਾਂ ਦੇ ਨਾਲ ਕੋਈ ਅਜੀਬੋ-ਗਰੀਬ ਸਿਚੁਏਸ਼ਨ ਦਾ ਮਾਰਿਆ ਵਿਚਾਰਾ ਪੇਸ਼ੈਂਟ ਕੋਲ ਆਇਆ ਹੋਵੇ ਤੇ ਤੁਹਾਡੇ ਮੂੰਹ 'ਚ ਅਜੀਬੋ-ਗਰੀਬ ਜੁਗਤ ਆਈ ਹੋਵੇ, ਲੇਕਿਨ ਤੁਸੀਂ ਆਫ ਕੋਰਸ ਕਰ ਨਹੀਂ ਸਕਦੇ ਸੀ, ਉਹ ਤੁਸੀਂ ਦੱਸੋ। ਅੱਛਾ, ਇੱਕ ਵਿਚਾਰਾ ਆਇਆ ਲੜਕਾ, ਮਤਲਬ ਮੈਂ ਉਹਦੀ ਹਿਸਟਰੀ ਲੈ ਰਹੀ, ਉਹਦਾ ਵੀ ਬ੍ਰੇਕਅਪ ਦਾ ਸੀਨ ਸੀ ਤੇ ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਡਮ ਮੈਂ ਉਹ ਤੇ ਬੜਾ ਖਰਚਾ ਕੀਤਾ। ਮੈਂ ਕਿਹਾ ਕੀਤਾ ਕੀ? ਦੱਸ ਤਾਂ ਸਹੀ। ਕਹਿੰਦਾ ਮੈਡਮ ਮੈਂ ਉਹਨੂੰ 200 ਦੇ ਗੋਲ ਗੱਪੇ ਖਵਾਏ। ਸੀਰੀਅਸਲੀ? ਹਾਂ, ਕਿ ਜਦੋਂ ਤੁਸੀਂ ਬ੍ਰੇਕਅਪ ਕਰਦੇ ਹੋ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਦੇਖਦੇ ਹੋ। ਉਹਨੂੰ 200 ਦੇ ਗੋਲ ਗੱਪੇ ਖਿਲਾਏ। ਮੈਡਮ ਮੈਨੂੰ 30 ਦਾ ਲੋਡ ਘੱਲਿਆ। ਅੱਲਾ, 200 ਦੇ ਗੋਲ ਗੱਪੇ ਔਰ 30 ਬਈ ਅਗਰ ਤੁਸੀਂ ਕਿਸੇ ਤੇ ਖਰਚ ਕਰਦੇ ਹੋ ਤਾਂ ਦਿਲ ਵੀ ਤਾਂ ਵੱਡਾ ਰੱਖੋ। ਹਾਂ, ਟਾਈਮ ਵੀ ਤਾਂ ਤੁਸੀਂ ਨਾਲ ਸਪੈਂਡ ਕਰ ਰਹੇ ਹੋ ਨਾ। ਤੁਸੀਂ ਚਿੜੀ ਨਾ ਰੱਖ ਰਹੇ ਆ। ਆਹ ਗੱਲ ਸਭ ਤੋਂ ਗਲਤ ਮੈਨੂੰ ਲੱਗਦੀ ਆ। ਸਹੀ। ਥੈਂਕ ਯੂ ਸੋ ਮਚ ਫਤੀਹਾ। ਵੈਲਕਮ। ਲੋ ਵਿਊਅਰਸ, ਮੈਨੂੰ ਲੱਗਦਾ ਹੈ ਕਿ ਅੱਜ ਦਾ ਸ਼ੋਅ ਬਹੁਤ ਜ਼ਿਆਦਾ ਇਨਫੋਰਮੇਟਿਵ ਸੀ ਸਾਡੇ ਪੇਰੈਂਟਸ ਵਾਸਤੇ, ਸਾਡੇ ਬੱਚਿਆਂ ਵਾਸਤੇ। ਜੇ ਤੁਹਾਨੂੰ ਕੋਈ ਨਹੀਂ ਸੁਣ ਰਿਹਾ ਨਾ ਤੇ ਘੱਟੋ ਘੱਟ ਤੁਸੀਂ ਆਪ ਤੇ ਆਪਣੀ ਸੁਣ ਸਕਦੇ ਹੋ ਨਾ। ਆਪਣੇ ਆਪ ਨੂੰ ਟਾਈਮ ਦਿਓ, ਆਪਣੀ ਸਿਹਤ ਦਾ ਖਿਆਲ ਰੱਖੋ, ਵਾਕ ਕਰੋ, ਅੱਛਾ ਖਾਓ, ਅੱਛਾ ਪੀਓ, ਅੱਛਾ ਬੋਲੋ ਤੇ ਅੱਲਾਹ ਪਾਕ ਤੋਂ ਹਮੇਸ਼ਾ ਅੱਛੇ ਦੀ ਉਮੀਦ ਰੱਖੋ। ਇਸ ਅੱਛੇ ਜਿਹੇ ਮੈਸੇਜ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮਿਲਦੇ ਹਾਂ ਅਗਲੇ ਪੋਡਕਾਸਟ। ਤਦ ਤੱਕ ਲਈ ਰੱਬ ਰਾਖਾ।